पे भी ਉਹ ਘਰ ईमान नहीं ਬੈਠੇ है। ਰਹਿੰਦੇ ਆਪਣੇ ਹੁਜਰੇ ਦੇ ਇਹਨੂੰ ਵਿੱਚ ਸਿਰਫ ਬੀਬੀ ਸਫੀਆ ਹੀ ਕੰਟਰੋਲ ਬੈ ਕਰ ਤੋਂ ਸਕਦੀ ਦੁਆ 'ਚ ਬੈਠੇ ਰਹਿੰਦੇ ਗੋਰੇ ਫਿਰ ਉਹ ਨੂੰ ਕਿਉਂ ਪੰਗੇ ਲੈਂਦੇ ਨੇ ਬੇਗੈਰਤ ਨੂੰ ਇਹ ਹੈ ਹੀ ਭੜਵਾ ਉਹ ਬਹੁਤ ਉਹ ਵੱਡਾ ਪੜਵੇ ਭੜਵਾ ਉਹ ਪੜਵੇ ਮੈਂ ਤੇ ਮਿਰਜ਼ਾ ਸਾਹਿਬ ਦੀ ਗੱਲ ਕਰ ਰਿਹਾ ਅਕਲ ਦੇ ਅੰਨੇ ਤੂੰ ਭੜਵਾ ਹੈ, ਭੜਵਾ ਮਿਰਜ਼ਾ ਸਾਹਿਬ ਨੂੰ ਪੜਵਾ ਕਹਿ ਰਿਹਾ ਤੂੰ ਬੁੱਢਾ ਭੜਵਾ ਹੈ, ਬੁੱਢਾ ਭੜਵਾ ਮਿਰਜ਼ਾ ਸਾਹਿਬ ਨੂੰ ਬੁੱਢਾ ਪੜਵਾ ਕਹਿ ਰਿਹਾ ਆ ਦੇਖੋ ਇਹ ਲਾਂਤੀ कहता मैं मिर्जा साहब को ਬੇਸ਼ਰਮਾ मारता हूं। ऐसा कंजर ਤੈਨੂੰ ਤਾਂ नस्ल ਸ਼ਰਮ ਹੀ ਆਈ ਨਹੀਂ ਕੋਈ ਇਹ ਹੈ ਹੀ ਕਿਸੇ ਕੰਜਰ ਨਸਲ ਦਾ ਹੀਜੜੇ ਦੀ ਪੈਦਾਕਾਰ ਤਲ ਜਾ ਕੇ ਪੱਦ ਮਾਰ ਉਹਦੇ ਮੂੰਹ ਦੇ ਉੱਤੇ ਆਪਣਾ ਜੰਬੇ ਤੇ ਉਹ ਕਹੇਗਾ ਮੇਰੇ ਸਾਥ ਹਵਾਈ ਬਾतें ਕਰ ਰਹੀਆਂ ਹੈ ਓਏ ਤਾਰਕ ਜਵਾਨ अपने मुजद्दद के मुंह पे पाद मार रही ताकि उन्हें पता लगे कि उससे हवाएं बातें कर रही हैं मैं जाता हूँ तो मेरे साथ हवाएं बातें करती है वो ये नहीं पता होता कि चौहान ने पद मारा है ये तो इसका हाल है बाबे का ये टेंशन सीकर है बाबा इन्होंने गोली मार देनी चाहिए जैसे वो खच्चर बुढ़ा हो जाता ना उन्होंने गोली मार देंगे ने कि यार ना कोई टांगा ना जो यार ते जुल्म ना होए अभी ये है कि इस पे कोई जुल्म ना हो इसकी बेइज्जती ना करे इन्होंने गोली मार दो ताकि इज्जत में मर जाए बेशरम ਵਾਹ ਜੀ ਵਾਹ ਬੜੀਆਂ ਕਮਾਲ ਦੀਆਂ ਗੱਲਾਂ ਨੇ ਤੇ ਟੋਨੀ ਭਾਈ ਵੀ ਬਰੀਕ ਮਾਰਫਤ ਹੈ ਸਾਨੀ ਸਾਹਿਬ ਬਰੀਕ ਮਾਰਫਤ ਹੈ ਸਾਡੇ ਬਰੀਕ ਮਾਰਫਤ ਦੀਆਂ ਗੱਲਾਂ ਨੇ ਸਾਡੇ ਵਰਗੇ ਕੰਮ ਅਕਲਾਂ ਨੂੰ ਘੱਟ ਹੀ ਸਮਝ ਆਉਂਦੇ ਬਰੀਕ ਮੇਰੀ ਬਰੀਕ ਨੇ ਤਸ਼ਰੀਫ ਨੂੰ ਤੁਸੀਂ ਉੱਥੇ ਹੀ ਰਹਿਣ ਦਿਓ ਜਿੱਥੇ ਹੈ ਹੈ ਮੇਰੀ ਤਸ਼ਰੀਫ ਨੂੰ ਫਿਲਹਾਲ ਉੱਥੇ ਹੀ ਰਹਿਣ ਦਿਓ ਜਿੱਥੇ ਹੈ ਕੀ ਕੰਮ ਤੇ ਉਹ ਤੇ ਵਿੱਚੋਂ ਵਕਤ ਕੱਢ ਕੇ ਗੱਲ ਕਰ ਰਹੇ ਹੋ ਜਾਂ ਹੈ ਛੁੱਟੀ नहीं मैं काम थे ਅੱਛਾ जो सुन रहे यार मतलब ठीक है पट रखो की मतलब गल करनी बस पट रखो ਗੱਲ ਪੁੱਛਣੀ ਸੀ ਸੈਣੀ ਸਾਹਿਬ ਜੀ ਜੀ ਸਾਹਿਬ ਜੀ ਜਿਹੜਾ ਜੀ ਕਾਫਰਾਂ ਦੇ ਵਿੱਚੋਂ ਅੱਗੋਂ ਨਿਕਲੇ ਉਹ ਫਿਰ ਡਬਲ ਕਾਫਰ ਹੁੰਦਾ ਜਾਂ ਚਰਬਲ ਕਾਫਰਾਂ ਦੇ ਵਿੱਚੋਂ ਨਿਕਲੇ ਉਹ ਦੂਜਾ ਜਦੋਂ ਨਿਕਲਦਾ ਉਹ ਡਬਲ ਹੁੰਦਾ ਇਹ ਤੇ ਹਰ ਆਦਮੀ ਦੇ ਆਪਣੇ ਮੰਨਣ ਔਰ ਨਾ ਮੰਨਣ ਦੀ ਬੁਨਿਆਦ ਤੇ ਹੈ ਨਾ ਇੱਕ ਕਾਫਰਾਂ ਦਾ ਬੱਚਾ ਮੂਮਨ ਵੀ ਤੇ ਹੋ ਸਕਦਾ ਹੈ ਅੱਛਾ ਵੀ ਹੋ ਸਕਦਾ ਹੈ ਅਗਰ ਉਹ ਈਮਾਨ ਲੈ ਆਵੇ ਤੇ ਕਾਫਰ ਦਾ ਬੱਚਾ ਹੋਣਾ ਉਹਨੂੰ ਕਾਫਰ ਨਹੀਂ ਬਣਾਏਗਾ ਬਲਕਿ ਉਹਨੂੰ ਮੂਮਨ ਬਣਾ ਦੇਗਾ ਇਹ ਕੋਈ ਜੱਦੀ ਪੁਸ਼ਤੀ ਕਾਫਰ ਹੋਣਾ ਜ਼ਰੂਰੀ ਤੇ ਨਹੀਂ ਹੈ ਬੰਦੇ ਦਾ ਨਾ ਜੱਦੀ ਪੁਸ਼ਤੀ ਮੂਮਨ ਹੋਣਾ ਜ਼ਰੂਰੀ ਹੈ ਇੱਕ ਬਾਪ ਬੜਾ ਅੱਛਾ ਹੈ ਮੂਮਨ ਹੈ ਨੇਕ ਹੈ ਨਮਾਜ਼ੀ ਹੈ ਹਰ ਕਿਸਮ ਦੀਆਂ ਖੂਬੀਆਂ ਨੇ ਤੇ ਬੱਚਾ ਜਿਹੜਾ ਉਹ ਨਾ ਮੁਹੰਮਦ ਸ਼ਰੀਫ ਰੱਖਿਆ ਉਹਦੇ ਬਾਵਜੂਦ ਬਦਮਾਸ਼ ਨਿਕਲ ਆਇਆ ਤੇ ਫਿਰ ਹੁਣ ਕੀ ਕੀਤਾ ਜਾਏ ਬਿਲਕੁਲ ਤੁਹਾਡੀ ਗੱਲ ਸਹੀ ਹੈ ਬੱਚਾ ਜਾਂ ਕੁੜੀ ਤੋਂ ਆਖਰੀ ਦਿਨ ਮੁੰਡਾ ਬਣ ਜਾ ਉਹੋ ਹੀ ਅਸਲ ਹੁੰਦਾ ਉਹਦੇ ਅਮਾਲ ਦੇ ਉੱਤੇ ਹੈ ਕਿ ਉਹ ਬੰਦਾ ਆਪਣੇ ਆਪ ਨੂੰ ਕੀ ਬਣਾਉਂਦਾ ਹੈ ਇਹ ਹੈ ਗੱਲ ਜੀ ਜੀ ਅਹਿਮਦ ਸਾਹਿਬ ਸਲਾਮ ਅਲੈਕੁਮ ਲਓ ਜੀ ਵਾਲਾ ਵੀ ਲਾਤਾ ਨੇ ਲਓ ਜੀ ਵਾਲਾ ਲਾਤਾ ਤੇ ਹਲੋ वालेकुम अस्सलाम वरहमतुल्लाहि वबरकातुहू क्या हाल है ये सर साहब हालत बीता किस तरह ने सब भाइयों को अस्सलाम वालेकुम अल्लाह का शुक्र है अल्हम्दुलिल्लाह ये कादा वाला है जी ਮੈਂ ਸਾਨੀ ਸਾਹਿਬ ਤੁਹਾਨੂੰ ਪੜ੍ਹ ਕੇ ਸੁਣਾਉਣਾ ਵਾ ਤੇ ਫਿਰ ਉਸ ਤੋਂ ਬਾਅਦ पहला ये तो दस दो ना भी किताब का नाम की है ਕਿਤਾਬ ਦਾ ਨਾਮ ਹੈ ਜੀ ਅਜ਼ਾਲਾ ਔਹਾਮ ठीक होगी गल जिल नंबर रूहानी खुदा जिल नंबर 3 ਤੇ ਤਿੰਨ, ਹਾਂਜੀ, ਕਿਤਾਬ ਦਾ ਬਿਲਕੁਲ। ਨਾਮ ਅਜ਼ਾਲਾ ਹਾਮ ਤੇ ਮਾਸ਼ਾਅੱਲਾ ਉਹ ਅੱਗੇ ਇੱਕ ਦੋਸਤ ਆਏ ਉਹ ਕਹਿੰਦੇ ਨੇ ਸਮਝਾ ਦਿਓ ਨਾ ਕਿ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਪੜ੍ਹੀਆਂ ਜਾਂਦੀਆਂ ਨੇ ਪਾਕਿਸਤਾਨ ਵਿੱਚ ਬੈਨ ਹੋ ਗਈਆਂ ਨੇ ਤੇ ਟਿਕਟਾਕ ਦੀ ਵਜ੍ਹਾ ਨਾਲ ਪੜ੍ਹੀਆਂ ਜਾਂਦੀਆਂ ਨੇ ਲੇਕਿਨ ਮੁਸੀਬਤ ਇਹ ਹੈ ਕਿ ਉਹ ਕੱਟ ਵੱਟ ਕੇ ਪੜ੍ਹਦੇ ਨੇ ਤੇ ਪਿੱਛੋਂ ਨਹੀਂ ਪੜ੍ਹਦੇ ਤੇ ਅੱਗੋਂ ਨਹੀਂ ਪੜ੍ਹਦੇ ਮੈਨੂੰ ਤੇ ਜਦੋਂ ਵੀ ਕਿਹਾ ਮੈਂ ਤੇ ਹਾਰਡ ਕਾਪੀਆਂ ਰੱਖੀਆਂ ਨੇ ਤੇ ਮੈਂ ਜਦ ਉਹ ਪਿੱਛੋਂ 3 ਸਫ਼ੇ ਕਹੋ 4 ਕਹੋ ਅੱਗੇ 4 ਕਹੋ ਜਿੱਥੇ ਤੱਕ ਮਰਜ਼ੀ ਕਹੋ ਮੈਂ ਸਾਰਾ ਪੜ੍ਹ ਦਿੰਦਾ ਮੈਂ ਕਦੇ ਉਹਦੇ 'ਚ ਬੁਖਲ ਨਹੀਂ ਕੀਤਾ ਤੇ ਇੱਥੇ ਵੀ ਅਗਰ ਜ਼ਰੂਰਤ ਹੋਏਗੀ ਅਸਲ ਹਵਾਲਾ ਤੇ ਇੰਝ ਹੀ ਹੁੰਦਾ ਹੈ ਜਮਾਤ ਦੇ ਵਿੱਚ ਵੀ ਅਗਰ ਤੁਸੀਂ ਰਵਾ ਜਾਓ ਨਾ
ਜਲਸਾ ਦੇ ਦਿਨਾਂ 'ਚ, ਤੇ ਉੱਥੇ ਉਹਨਾਂ ਨੇ ਦੀਵਾਰਾਂ ਦੇ ਉੱਤੇ ਚੂਨਾ ਮਾਰ ਕੇ ਨਾ ਤੇ ਕਾਲੀ ਸਿਆਹੀ ਦੇ ਨਾਲ ਸਟੈਂਸਲ ਕੱਟੇ, ਮਿਰਜ਼ਾ ਸਾਹਿਬ ਦੀਆਂ ਬਾਜ਼ਤਾਰੀ ਰਾਤ ਦੇ ਤੁਗਰੇ ਲਗਾਏ ਹੁੰਦੇ ਨੇ, ਯਾਨੀ ਉਹਦੇ ਫਿਕਰੇ ਲਿਖੇ ਹੁੰਦੇ ਨੇ। مثلاً یہ لکھا ہے کہ جو لوگ قرآن کو عزت دیں گے وہ آسمان پر عزت پائیں گے۔ ہوں لامحالہ یہ پیچھے بھی کوئی لکھیا ہوئے گا، اگے بھی کوئی لکھیا ہوئے گا، لیکن وہ جتنی گل لکھی ہے وہ اپنی ذات دے بہت اچھا مطلب دے رہی ہے، اس کر کے اس گل نو، اس فکرے نو کٹ کے لگایا گیا۔ جو اپنی جو ہمسائے کے حقوق کا خیال نہیں رکھتا، اس کو ادنا ادنا فائدے سے محروم کرتا ہے، وہ میری جماعت میں سے نہیں۔ اس طرح دیاں بعض گلاں یا لا صلاح بکافن عبدہ لکھے ہے۔ اس طرح ہی ہوں اج کل اتنے جڑے جلسے ہوندے نے انہاں دے وچ انہاں نوں اتنے ہن چونا مارن دا دیواراں دا مسئلہ تے نہیں، لیکن اتنے انہاں نوں کپڑے تے لکھا کے بینرز دی صورت وچ لگایا جاندا ہے۔ تے او دے تے کوئی کہے کہ جناب پوری تفسیر پیچھے کیوں نہیں، سارے پچھلے صفحے تے اگلے صفحے لاؤ، وہ دی ضرورت نہیں۔ جتنی تعریف پیش کیتی گئی ہے، اگر وہ کوئی مضمون نو بیان کر رہی ہے تو بڑی اچھی گل ہے، لیکن اگر ضرورت ہوئے کہ انہوں اگے پیچھے وہ شاک و سباق نو پڑھنا تو وہ بھی پڑھیا جا سکتا، وہ تو کوئی انکار بھی کوئی نہیں۔ تو ہوں تسی جو بھی پڑھنا بے شک پڑھو، تو میرا خیال ہے تمہوں بھی اگر کیا جائے گا تو تسی وہ اگا پیچھا بھی پڑھ دیو گے۔ جی جی بالکل، میرے کو کتاب کھلی ہوئی ہے، جتوں کہن گے پڑھ دیں گے، کوئی مسئلہ نہیں۔ جزاک اللہ، جزاک اللہ، ٹھیک ہو، تے پہلے میں جڑا ایک مضمون سنانا چاہنا وہ سنا دینا، ضرور۔ پھر اگر کوئی کہے گا کہ بھی پیچھے نہیں پڑھو تو پڑھ دیں گے۔ ہاں ہاں ٹھیک ہے، ٹھیک۔ اے مرزا صاحب فرماندے نے کہ سو جب کہ خدائے تعالیٰ کے قانون قدرت نے مکاشفات اور رویائے صالحہ کے لیے یہی اصل مقرر کر دیا ہے کہ وہ اکثر استعارات سے پر ہوتے ہیں، تو اس اصل سے معنی کو پھیرنا اور یہ دعویٰ کرنا کہ ہمیشہ پیشگوئیاں ظاہر پر ہی محمول ہوتی ہیں، اگر الحاد نہیں تو اور کیا ہے؟ صوم اور صلاۃ کی طرح پیش گوئی کو بھی ایک حقیقت منکشفہ سمجھنا بڑی غلطی اور بڑا بھارا دھوکہ ہے۔ یہ احکام تو وہ ہیں جو آن حضرت صلی اللہ علیہ وسلم نے کر کے دکھلا دیے اور بکلی ان کا پردہ اٹھا دیا، مگر کیا ان پیش گوئیوں کے حق میں بھی آن حضرت صلی اللہ علیہ وسلم نے یہی فرمایا ہے کہ یہ من کل الوجوہ مکشوف ہیں اور ان میں کوئی ایسی حقیقت اور کیفیت مخفی نہیں جو ظہور کے وقت سمجھ آ سکے؟ اگر کوئی ایسی حدیث صحیح موجود ہے تو کیوں پیش نہیں کی جاتی؟ آپ لوگ ہمارے نبی صلی اللہ علیہ وسلم سے زیادہ علم و فراست نہیں رکھتے۔ صحیح بخاری کی حدیث کو دیکھو کہ جب آن حضرت صلی اللہ علیہ وسلم کو ایک ابریشم کے ٹکڑا پر حضرت عائشہ صدیقہ رضی اللہ تعالیٰ عنہ کی تصویر دکھائی گئی کہ یہ تیرے نکاح میں آئے گی، تو آپ نے ہرگز یہ دعویٰ نہ کیا کہ یہ عائشہ سے در حقیقت عائشہ ہی مراد ہے، بلکہ آپ نے فرمایا کہ اگر در حقیقت اس عائشہ کی صورت سے عائشہ ہی مراد ہے تو وہ مل ہی رہے گی، ورنہ ممکن ہے کہ عائشہ سے مراد کوئی اور عورت ہو۔ اے بس چھوٹا جہا سوال آ کہ وہ کیڑی حدیث شریف آ بخاری دی جہدے وچ نبی پاک صلی اللہ علیہ وسلم نے حضرت عائشہ صدیقہ رضی اللہ تعالی عنہا دے بارے اے گل فرمائی ہوئے کہ مینوں خواب چ وکھائی گئیاں تے ممکن ہے کہ اس عائشہ سے مراد کوئی اور عورت ہو؟ اے گل کیڑی بخاری شریف دی حدیث چ لکھی ہوئی ہے؟ بس اینا کی سوال ہے۔ انہوں نے لکھا تھے کہ وہ بخاری شریف دی حدیث ہے، کتے لکھے انہوں نے صحیح کہ بخاری بخاری کی شریف دی حدیث، حدیث چ لکھا ہے؟ ہاں جی صحیح لکھیا ہوا ہے نا، تو شاید غور نال نہیں سنیا۔ صحیح بخاری کی حدیث کو دیکھو کہ جب آن حضرت صلی اللہ علیہ وسلم کو ایک ابریشم کے ٹکڑا پر حضرت عائشہ صدیقہ کی تصویر دکھائی گئی کہ یہ تیرے نکاح میں آئے گی، تو آپ نے ہرگز یہ دعویٰ نہ کیا کہ عائشہ سے در حقیقت عائشہ ہی مراد ہے، بلکہ آپ نے فرمایا کہ اگر در حقیقت اس عائشہ کی صورت سے عائشہ ہی مراد ہے تو وہ مل ہی رہے گی، ورنہ ممکن ہے کہ عائشہ سے مراد کوئی اور عورت ہو۔ ہاں جی
ਇਹ ਜਿਹੜੀ ਗੱਲ ਉਹਨਾਂ ਨੇ ਲਿਖੀ ਹੈ ਇਹ ਗਾਲਬਨ ਖਾਬ ਦੀ ਤਰਫ ਮਨਸੂਬ ਹੈ ਕਿ ਜਿਹੜਾ ਦਿਖਾਇਆ ਗਿਆ ਤਾਂ ਲਾਮਾ ਰੋਇਆ ਹੋਏਗੀ ਤੇ ਉਹਦੀ ਤਾਬੀਰ ਹੀ ਹੋ ਸਕਦੀ ਹੈ ਤੇ ਇਸ ਕਰਕੇ ਰਸੂਲਾਂ ਨੇ ਉਹਦੀ ਤਾਬੀਰ ਦੀ ਤਰਫ ਇਸ਼ਾਰਾ ਕੀਤਾ ਹੈ, ਅਗਰ ਉਹ ਉਸ ਜਗ੍ਹਾ ਕਿਧਰੇ ਲਿਖੇ ਹੈ ਤੇ ਜਿਹੜੀ ਗੱਲ ਜੋ ਮੇਰੇ ਜਿੱਥੋਂ ਤੱਕ ਮੇਰਾ ਇਲਮ ਆ ਨਾ, ਜੀ ਇਹ ਜੀ ਗੱਲ ਕਿਧਰੇ ਨਹੀਂ ਹੈ ਕਿ ਨਬी पाक सल्लल्लाहु अलैहि वसल्लम ने यह गल फरमाई होए कि मुमकिन है आयशा से मुराद कोई और औरत हो। यह गल किधरे नहीं है। ਨਹੀਂ ਅਸਲ ਗੱਲ ਹੈ ਕਿ ਜਿਹੜੀਆਂ ਬੁਖਾਰੀ ਸ਼ਰੀਫ ਦੇ ਨੁਸਖੇ ਵਗੈਰਾ ਨੇ ਉਹ ਕੋਈ ਇਹ ਸ਼ਖਸ ਕਹਿ ਸਕਦਾ ਕਿ ਮੈਨੂੰ ਸਾਰੇ ਮੈਂ ਉਹਦੇ ਮੁਤਾਲਿਆ ਕਰ ਲਿਆ ਹੈ, ਉਹ ਹਰ ਤਰੀਕੇ ਦਾ ਮੈਂ ਛਾਣ ਫਟਕ ਲਿਆ ਹੈ। ਕਿਉਂਕਿ ਇਹ ਡਿਸਕਸ਼ਨ ਤੇ ਅਸੀਂ ਹੋਰ ਗੱਲਾਂ ਤੇ ਵੀ ਕਰਦੇ ਕਿ ਜੀ ਇਹ ਫਲਾਂ ਕਹਾਂ ਲਿਖਾ ਫਲਾਂ ਕਹਾਂ ਲਿਖਾ ਹੈ ਵੀ ਅਗਰ ਹਜ਼ਰਤ ਮਸੀਹ ਮੌਲਾ ਇਸਲਾਮ ਨੇ ਉਸ ਵਕਤ ਕਿਸੇ ਨੁਸਖੇ ਦੇ ਵਿੱਚ ਇਹ ਗੱਲ ਦੇਖੀ ਹੈ ਤੇ ਉਹ ਜ਼ਰੂਰੀ ਤਾਂ ਨਹੀਂ ਕਿ ਇਸ ਵਕਤ ਉਹ ਮੌਜੂਦ ਹੋਵੇ ਜਾਂ ਨਾ ਹੋਵੇ। ਇਹੀ ਗੱਲ ਆਮਰ ਨਵੀਦ ਸਾਹਿਬ ਨੇ ਵੀ ਜਿਹੜੇ 10 ਸਵਾਲ ਕੀਤੇ ਸੀ ਨਾ ਉਹਦੇ ਚ ਉਹਨਾਂ ਨੇ ਇਹੀ ਗੱਲਾਂ ਕੀਤੀਆਂ ਸੀ ਇਹ ਕਹਾਂ ਲਿਖਾ ਹੈ ਉਹ ਕਹਾਂ ਲਿਖਾ हुआ है ਵੀ ਇਹ ਆਪਨੇ बुखारी ਸਾਰੇ शरीफ ਸਾਰੇ ही ਨੁਸਖੇ नहीं बल्कि सिता ਦੀਆਂ ਸਾਰੀਆਂ ਹਦੀਸਾਂ ਜਿੰਜ ਦੀਆਂ ਪਹਿਲੇ ਦਿਨ ਤੋਂ ਸੀ ਉਂਝ ਦੀਆਂ ਹੋਣੇ ਨੇ, ਉਹਨਾਂ ਚ ਨਾ ਕੋਈ ਤਹਰੀਫ ਨਾ ਕੋਈ ਰੱਦਬਲ ਨੰਬਰ ਅੱਗੇ ਪਿੱਛੇ ਹੋ ਸਕਦੀ ਆ ਮੁxtਲਿਫ ਐਡੀਸ਼ਨਾਂ ਦੇ ਵਿੱਚ, ਲੇਕਿਨ ਹਦੀਸ ਦਾ ऐसी नहीं ਮਤਲਬ गल ਜਿਹੜਾ बहुत ਨਾ सारे ਉਹ ਕਿਧਰੇ ਨਹੀਂ ਤਬਦੀਲ ਹੈ। बहुत सारे ऐसे नुस्खे ने ਨਹੀਂ ਇਹ ਦਰੁਸਤ ਗੱਲ ਨਹੀਂ ਕਿਉਂਕਿ ਹਦੀਸ ਦੇ ਉੱਤੇ ਨਾ ਕੋਈ ਅੱਲਾਹ ਤਾਲਾ ਨੇ ਕਿਤੇ ਕਿਹਾ ਹੈ ਕਿ ਮੈਂ ਇਸकी हिफाजत करूंगा ना ऐसी कोई हिफाजत है। ਲੋਕੀ ਮੁxtਲਿਫ ਨੁਸਖੇ ਉਹਦੇ ਲਿਖਦੇ ਰਹੇ ਨੇ, ਕੁਝ ਕੱਢਦੇ ਰਹੇ ਨੇ, ਕੁਝ ਪਾਉਂਦੇ ਰਹੇ ਨੇ। ਨਹੀਂ ਇਹ ਦਲੀਲ ਨਹੀਂ ਹੈ ਕਿਸੇ ਕਿਤਾਬ ਦੇ ਵਿੱਚ ਮਤਨ ਤਬਦੀਲ ਹੋ ਜਾਣ ਦੀ, ਇਹ ਦਲੀਲ ਨਹੀਂ ਹੈ ਕਿ ਅੱਲਾਹ ਨੇ ਚੂੰਕਿ ਵਾਅਦਾ ਨਹੀਂ ਕੀਤਾ ਲਿਹਾਜ਼ਾ ਲਾਜ਼ਮੀ ਤਬਦੀਲੀ ਹੋਏਗੀ। ਬਿਲਕੁਲ ਇਹ ਦਲੀਲ ਹੈ ਕਿਉਂਕਿ ਸਿਰਫ ਕੁਰਾਨ ਦਾ ਹਿਫਾਜ਼ਤ ਦਾ ਵਾਅਦਾ ਹੈ, ਹੋਰ ਕਿਸੇ ਕਿਤਾਬ ਦਾ ਵਾਅਦਾ ਨਹੀਂ। ਤਾਂ ਹਦੀਸ ਤੇ ਕੋਈ ਕਿਤਾਬ ਹੀ ਨਹੀਂ ਹੈ, ਉਹ ਤੇ ਇੱਕ ਕਿਸਮ ਦੀ ਤਾਰੀਖੀ ਕਿਤਾਬ ਹੈ। ਫਲਾਨੀ ਜਗ੍ਹਾ ਹੈ ਕਿਆ, ਫਲਾਨੀ ਜਗ੍ਹਾ ਹੈ ਕਿਆ ਨਹੀਂ ਕਿਹਾ ਉਹ ਵੀ ਤੁਹਾਨੂੰ ਨਹੀਂ ਪਤਾ ਕਿ ਕਿਆ ਹੈ ਕਿ ਨਹੀਂ ਕਿਹਾ। ਜ਼ਨੀ ਇਲਮ ਹੈ ਸਾਹਿਬ ਅਸਲ ਗੱਲ ਇਹ ਵੇ ਕਿ ਜਦੋਂ ਅੱਲਾਹ ਤਾਲਾ ਇੱਕ ਖੁਦ ਹਿਫਾਜ਼ਤ ਦਾ ਜ਼ਿੰਮਾ ਲੈ ਲੈ ਨਾ, ਉਹ ਗੱਲ ਹੋ ਜਾਂਦੀ ਹੈ ਕਨਫਰਮ ਕਿ ਇਹਦੇ ਵਿੱਚ ਹੁਣ ਰੱਦੋ ਬਦਲ ਨਹੀਂ ਹੋ ਸਕਦਾ, ਠੀਕ ਆ। ਲੇਕਿਨ ਇਹ ਇਸ ਚੀਜ਼ ਨੂੰ ਸਾਬਤ ਨਹੀਂ ਕਰਦਾ ਕਿ ਕੋਈ ਵੀ ਕਿਤਾਬ ਜਿਹੜੀ ਆ ਉਹ ਲਾਜ਼ਮੀ ਤਬਦੀਲ ਹੋਏਗੀ, ਹਰ ਕਿਤਾਬ ਨੇ ਹੁਣ ਲਾਜ਼ਮੀ ਤਬਦੀਲ ਹੋਣਾ, ਇਹ ਗੱਲ ਨਹੀਂ ਸਾਬਤ ਹੁੰਦੀ। ਇਹ ਚੀਜ਼ ਸਾਬਤ ਕਰਦੀ ਹੈ ਕਿਉਂਕਿ ਅਗਰ ਇਹ ਸਾਬਤ ਨਾ ਹੁੰਦਾ ਤੇ ਫਿਰ ਤੇ ਕੁਰਾਨ ਦੀ ਹਿਫਾਜ਼ਤ ਦਾ ਹੀ ਕੋਈ ਜ਼ਿੰਮਾ ਲੈਂਦਾ ਨਹੀਂ ਸੀ। ਅਗਰ ਇਹ ਹੁੰਦਾ ਕਿ ਬਾਕੀ ਹੋਰ ਕਿਤਾਬਾਂ ਵੀ ਜਿਹੜੀਆਂ ਨੇ ਉਹ ਵੀ ਠੀਕ ਰਹਿੰਦੀਆਂ ਨੇ तो कुरान भी आप ही ठीक रहेगा। मुमकिन है ਇਹਦਾ ਮਤਲਬ ਅੱਲਾ ਨੇ ਹਿਫਾਜ਼ਤ ਐਸੇ ਲਈ ਲਿੱਤੀ ਹੈ ਕਿਉਂਕਿ ਅੱਲਾਹ ਤਾਲਾ ਨੂੰ ਪਤਾ ਹੈ ਕਿਤਾਬਾਂ ਤਬਦੀਲ ਹੁੰਦੀਆਂ ਰਹਿੰਦੀਆਂ ਨੇ, ਲੇਕਿਨ ਕੁਰਾਨ ਦੀ ਅੱਲਾ ਨੇ ਹਿਫਾਜ਼ਤ ਕੀਤੀ ਕਿ ਇਹ ਤਬਦੀਲ ਕਦੀ ਨਹੀਂ ਹੋ ਸਕੇਗੀ। ਬਿਲਕੁਲ ਹੁੰਦੀਆਂ ਨੇ, ਕਿਤਾਬਾਂ ਦੇ ਵਿੱਚ ਰੱਦੋ ਬਦਲ ਹੋ ਜਾਂਦਾ ਵੇ, ਇਹ ਗੱਲ ਠੀਕ ਹੈ ਤੁਹਾਡੀ, ਲੇਕਿਨ ਲਾਜ਼ਮ ਨਹੀਂ ਕਿ ਵੀ ਹਰ ਕਿਤਾਬ ਹੀ ਰੱਦੋ ਬਦਲ ਹੋਈ ਹੋਏ। ਨਹੀਂ ਲਾਜ਼ਮ ਨਹੀਂ ਹੈ ਤੇ ਲਾਜ਼ਮ ਹੈ ਕਿ ਫਲਾਨੀ ਕਿਤਾਬ ਨਾ ਹੋਈ ਹੋਵੇ, ਫਲਾਨੀ ਕਿਤਾਬ ਹੋਈ ਹੋਵੇ। ਤੁਹਾਨੂੰ ਕਿਸੇ ਦਾ ਨਹੀਂ ਪਤਾ। ਤੁਹਾਨੂੰ ਦੱਸ ਦਿੰਨੇ, ਇਹਦਾ ਸੌਖਾ ਹੱਲ ਦੱਸ ਦਿੰਨੇ। ਮਿਰਜ਼ਾ ਸਾਹਿਬ ਦੇ ਜ਼ਮਾਨੇ ਵਾਲਾ ਨੁਸਖਾ ਕੱਢ ਲਓ, ਉਹਦੇ ਚ ਵਿਖਾ ਦਿਓ। ਤੁਸੀਂ ਚਲੋ ਕੱਢ ਕੇ ਲੈ ਆਓ, ਇੱਥੇ ਪੇਸ਼ ਕਰ ਦਿਓ। ਉਸ ਵੇਲੇ ਜਿਹੜਾ ਉਹਨਾਂ ਦਾ ਕੋਈ ਨੁਸਖਾ ਸੀ ਮਿਰਜ਼ਾ ਸਾਹਿਬ ਕੋਲ, ਉਹ ਦਿਖਾ ਦਿਓ ਸਾਨੂੰ। ਆ ਮਿਰਜ਼ਾ ਸਾਹਿਬ ਦੇ ਜ਼ਮਾਨੇ ਵਾਲੇ ਕਈ ਨੁਸਖੇ ਮਿਲ ਜਾਣੇ ਨੇ ਤੁਹਾਨੂੰ, ਤੁਸੀਂ ਕੱਢ ਕੇ ਵਿਖਾ ਦਿਓ ਨਾ। ਇਹ ਤੁਸੀਂ ਨਹੀਂ, ਅਸੀਂ ਕਿਉਂ ਕੱਢ ਕੇ ਦਿਖਾਈਏ? ਸਾਨੂੰ ਤੇ ਕੋਈ ਮਸਲਾ ਨਹੀਂ, ਅਸੀਂ ਤੇ ਕਹਿੰਦੇ ਮਿਰਜ਼ਾ ਸਾਹਿਬ ਨੇ ਜੋ ਕਿਹਾ ਬਿਲਕੁਲ ਦਰੁਸਤ ਕਿਹਾ ਹੈ। ਜਿਹਨੂੰ ਮਸਲਾ ਹੈ ਉਹ ਕੱਢ ਕੇ ਫਿਰਦਾ ਰਹੇ, ਸਾਨੂੰ ਤਾਂ ਜ਼ਰੂਰਤ ਨਹੀਂ। ਅਸੀਂ ਤੇ ਕਹਿੰਦੇ ਆ ਹਦੀਸਾਂ ਦੀ ਕੋਈ ਹੈਸੀਅਤ ਹੀ ਨਹੀਂ ਹੈ। ਮਿਰਜ਼ਾ ਸਾਹਿਬ ਨੇ ਜਿਹੜੀ ਹਦੀਸ ਨੂੰ ਉਹਨਾਂ ਨੇ ਕਿਹਾ ਸਹੀ ਹੈ ਉਹ ਅਸੀਂ ਮੰਨਾਂਗੇ, ਬਾਕੀ ਹਦੀਸਾਂ ਨੂੰ ਅਸੀਂ ਰੱਦੀ ਝੂਟਾਂਗੇ। ਅੱਛਾ, ਤਾਰਿਕ ਸਾਹਿਬ ਨੇ ਆਪ ਗੱਲ ਮੈਨੂੰ ਦੱਸੋ ਕਿ ਇਹ ਜਿਹੜੀਆਂ ਹਿੰਦੂਆਂ ਦੀਆਂ ਕਿਤਾਬਾਂ ਨੇ, ਇਹਨਾਂ ਦੀ ਕੋਈ ਅਹਿਮੀਅਤ ਹੈਸੀਅਤ ਹੈ ਤੁਹਾਡੇ ਨਾਲ? ਉਹ ਕਿਸੇ ਵੀ ਕਿਤਾਬਾਂ ਦੀ ਕੋਈ ਅਹਿਮੀਅਤ ਕੋਈ ਨਹੀਂ ਹੈ। ਅਗਰ ਇੱਕ ਬੰਦਾ ਕਵੇ ਕਿ ਹਿੰਦੂਆਂ ਦੀ ਕਿਤਾਬ ਦੇ ਵਿੱਚ ਇਹ ਲਿਖਿਆ ਹੋਇਆ ਕਿ ਕਾਦੀਆਨ ਦੇ ਵਿੱਚ ਇੱਕ ਬੰਦਾ ਗੁਲਾਮ ਅਹਿਮਦ ਨਾਮੀ ਆਏਗਾ ਜਿਹੜਾ ਝੂਠਾ ਨਬੂਵਤ ਦਾ ਦਾਵਾ ਕਰੇਗਾ, ਤੇ ਕੀ ਤੁਸੀਂ ਕੀ ਕਹਿਣਗੇ? ਉਹ ਕੋਈ ਮਸਲਾ ਨਹੀਂ ਹੈ, ਉਹ ਝੂਠ ਨਹੀਂ ਬੋਲ ਰਿਹਾ। ਸਾਡੇ ਲਈ ਕੀ ਮਸਲਾ ਹੈ? ਕੋਈ ਕੁਛ ਵੀ ਲਿਖਿਆ ਹੋਵੇ, ਕਈ ਕਿਤਾਬਾਂ 'ਚ ਲਿਖਿਆ ਗਿਆ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਮੁਤਲਕ, ਯਹੂਦੀਆਂ ਨੇ ਲਿਖਿਆ ਕੋਈ ਹਜ਼ਰਤ ਈਸਾ ਅਲੈਹਿ ਸਲਾਮ ਝੂਠਾ ਦਾਵਾ ਕੀਤਾ, ਤਾਂ ਅਸੀਂ ਮੰਨ ਲਾਂਗੇ। ਠੀਕ ਹੈ, ਤੁਹਾਨੂੰ ਕੋਈ ਮਸਲਾ ਨਹੀਂ ਹੋਏਗਾ। ਠੀਕ ਹੈ, ਠੀਕ ਹੋ ਗਿਆ, ਤੁਹਾਨੂੰ ਕੋਈ ਮਸਲਾ ਨਹੀਂ ਹੋਏਗਾ। ਲੇਕਿਨ ਕਿਆ ਇਹ ਤੋਂ ਇਹ ਸਾਬਤ ਨਹੀਂ ਹੋਏਗਾ ਕਿ ਅਗਰ ਉਹ ਹਿੰਦੂ ਦੀ ਕਿਤਾਬ ਦੇ ਵਿੱਚ ਇਹ ਗੱਲ ਨਹੀਂ ਲਿਖੀ ਤੇ ਕੋਈ ਬੰਦਾ ਆਪਣੀ ਤਰਫੋਂ ਛੱਡ ਰਿਹਾ ਵੇ ਕਿ ਇਹ ਉੱਥੇ ਲਿਖੀ ਹੋਈ ਹੈ, ਇਹ ਤੋਂ ਇਹ ਨਹੀਂ ਸਾਬਤ ਹੋਏਗਾ ਕਿ ਉਹ ਬੰਦਾ ਝੂਠ ਬੋਲ ਰਿਹਾ? ਨਹੀਂ, ਇਹ ਤੋਂ ਇਹ ਸਾਬਤ ਹੋਏਗਾ ਕਿ ਜਿਹੜਾ ਬੰਦਾ ਇਲਜ਼ਾਮ ਲਗਾ ਰਿਹਾ ਉਹਨੂੰ ਪਤਾ ਹੀ ਨਹੀਂ ਕਿ ਉਹਦਾ ਅਸਲ ਕਿਤਾਬ 'ਚ ਕੀ ਲਿਖਿਆ ਹੈ। ਹਾਂ, ਕਿਉਂਕਿ ਕਿਤਾਬਾਂ ਜਿਹੜੀਆਂ ਨੇ ਨਾ, ਕਿ ਉਹਨੂੰ ਪਤਾ ਨਹੀਂ ਹੈ, ਇਹ ਸਾਬਤ ਹੋਏਗਾ ਉਹਨੂੰ ਪਤਾ ਨਹੀਂ ਹੈ। ਨਹੀਂ, ਜਿਹੜਾ ਇਹ ਸ਼ਖਸ ਕਹਿ ਰਿਹਾ ਨਾ ਕਿਤਾਬਾਂ ਦੇ ਉੱਤੇ ਕੋਈ ਬੁਨਿਆਦ ਰੱਖ ਰਿਹਾ ਹੈ, ਉਹਨੂੰ ਇਹ ਪਤਾ ਨਹੀਂ ਕਿ ਕਿਤਾਬਾਂ ਬਦਲਦੀਆਂ ਰਹਿੰਦੀਆਂ ਨੇ, ਚੇਂਜ ਹੁੰਦੀਆਂ ਰਹਿੰਦੀਆਂ ਨੇ। ਯਾਨੀ ਅਗਰ ਕੋਈ ਬੰਦਾ ਕਹਿ ਦੇ ਕਿ ਆ ਫਲਾਣੀ ਕਿਤਾਬ 'ਚ ਵੇਖ ਲਓ ਲਿਖਿਆ ਹੋਇਆ,
ਤੇ ਉੱਥੇ ਨਾ ਮੌਜੂਦ ਹੋਏ, ਚੇਂਜ ਤੇ ਹੋਏਗੀ ਉਦੋਂ। ਹੁਣ ਇਹ ਤਾਂ ਨਹੀਂ ਨਾ ਵੀ ਅੱਜ ਮਿਰਜ਼ਾ ਸਾਹਿਬ ਨੇ ਕਿਤਾਬ ਛਪੀ ਤੇ ਅੱਜ ਹੀ ਉਹ ਕਿਤਾਬ ਬਦਲੀ ਗਈ ਬਈ ਤੇ ਜਾਂ ਤਾਂ ਕੋਈ ਜਿਹੜੀ ਮੁਅੱयन ਬਦਲੀ ਆ ਗੱਲ ਉਹ ਵੀ ਦੱਸੋ, ਗਾਇਬ ਹੋ ਗਈ। ਇੱਕ ਬੰਦਾ ਕਹਿ ਦੇ ਫਲਾਣਾ, ਉਹ ਮੁਅੱयन ਗੱਲ ਦੱਸੋ ਕਿਹਦੀ ਗੱਲ ਤੁਸੀਂ ਕਰ ਰਹੇ ਹੋ। ਭਾਈ एक ਮੁਅੱयਨ बंदा ਗੱਲ कह दे, ਬਈ फलां ਕੋਈ कह ਵੀ दे, फलां ਕਰੇ। किताब का ਮਿਰਜ਼ਾ कह दे। ਸਾਹਿਬ ਨੇ ਵੇਖੋ ਤਾਰਕ ਚੌਹਾਨ ਸਾਹਿਬ, ਇਹ ਤੇ ਇੱਥੇ ਬਹਿਸ ਹੀ ਨਹੀਂ ਹੈ ਵੀ ਤੁਹਾਡੇ ਨਜ਼ਦੀਕ ਹਦੀਸਾਂ ਦੀ ਅਹਿਮੀਅਤ ਹੈ ਜਾਂ ਨਹੀਂ ਹੈ, ਉਹ ਤਾਂ ਸਾਨੂੰ ਅੱਗੇ ਪਤਾ ਤੁਹਾਡੇ ਨਜ਼ਦੀਕ ਨਹੀਂ ਹੈ। हाँ ਇਹ बस ਤੇ ਬਹਿਸ ਹੀ ठीक है। ਨਹੀਂ ਹੈ। हाँ ਬਹਿਸ और की ਇਹ ਹੈ वजह ਕਿ है ਮਿਰਜ਼ਾ ਸਾਹਿਬ ਨੇ ਇੱਕ ਝੂਠ ਮਨਸੂਬ ਕੀਤਾ ਔਰ ਬਈ ਇਹ ਕਿਹਾ ਤਾਂ ਕਿ ਇਹ ਝੂਠ ਸੇ ਬੁਖਾਰੀ ਤੁਸੀਂ ਕਹਿ ਰਹੇ ਹੋ ਨਾ, ਸ਼ਰੀਫ ਦੀ ਗੱਲ ਆਪਣੀ ਮੌਜੂਦ ਆ। ਜਾਹਲੀਅਤ ਦੀ ਵਜ੍ਹਾ ਨਾਲ ਉਹਨੂੰ ਝੂਠ ਕਹਿ ਰਹੇ ਹੋ ਨਾ ਤੁਸੀਂ, ਕਿਉਂਕਿ ਤੁਹਾਨੂੰ ਤੁਸੀਂ ਇਲਮ ਸਾਬਤ ਨਹੀਂ। ਕਰ ਦਿਓ ਕਿ ਭਈ ਮੈਂ ਝੂਠਾ ਵਾਂ, ਮਿਰਜ਼ਾ ਸਾਹਿਬ ਮੈਂ ਨੇ ਸਾਬਤ ਕਰ ਦੇਣਾ। ਮੈਨੂੰ ਇਹ ਦੱਸੋ, ਮਿਰਜ਼ਾ ਸਾਹਿਬ ਨੇ ਤਾਂ ਕਿਹਾ ਮੈਨੂੰ ਬਾਰਿਸ਼ ਤੋਂ ਵਹੀ ਹੁੰਦੀ ਹੈ, ਕਈ ਹਦੀਸਾਂ ਮੈਨੂੰ ਅੱਲਾਹ ਤਾਲਾ ਨੇ ਉਹਨਾਂ ਦਾ ਇਲਮ ਦਿੱਤਾ ਹੈ, ਕਈ ਹਦੀਸਾਂ ਮੈਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਕੋ ਖੁਦ ਪੁੱਛੀ ਹੈ। ਇਹ ਉਮਤ ਚ ਦੱਸੋ ਕਿਹੜਾ ਬੰਦਾ ਹੈ ਇਹਦਾ ਜਿਹਨੇ ਐਸਾ ਕੋਈ ਦਾਵਾ ਕੀਤਾ ਹੈ? ਕੋਈ ਹੈ? ਬੜੇ ਨੇ, ਬੜੇ ਨੇ, ਕੋਈ ਵੀ ਨਹੀਂ। ਕਿ ਅੱਛਾ ਦੱਸੋ ਬੜੇ ਕਿਹਨੇ ਨੇ। ਕਿਹਾ ਹੈ ਕਿ ਮੁਸੈਲਮਾ ਮੈਨੂੰ ਬਾਰਿਸ਼ ਦੀ ਤਰ੍ਹਾਂ ਅੱਲਾਹ ਵੱਲੋਂ ਵਹੀ ਹੋਈ ਹੈ? ਸੀ ਸਾਲੇ ਬਿਨ ਤਰੀਫ ਸੀ, ਇਸਾਕ ਅਖਰਸ ਸੀ, ਬੜੇ ਨੇ। ਤੇ ਕਹਿਣਾ ਨਾ ਕਿਹਨੇ ਕਿਹਾ ਹੈ ਮੈਨੂੰ ਬਾਰਿਸ਼ ਦੀ ਤਰ੍ਹਾਂ ਵਹੀ ਹੋਈ ਹੈ ਅੱਲਾਹ ਵੱਲੋਂ? ਸਾਰੇ ਬਾਰਿਸ਼ ਦੀ ਤਰ੍ਹਾਂ ਹੀ ਵਹੀਆਂ ਸੁਣਾਉਂਦੇ ਰਹੇ ਨੇ, ਹੋਰ ਕਿਹੜਾ ਉਹ ਕੋਈ ਤੂਫਾਨ ਦੀ ਤਾਂ ਤਰ੍ਹਾਂ। ਕਿੱਥੇ ਸੁਣਾਉਂਦੇ ਰਹੇ ਨੇ? ਦਿਖਾਓ ਸਾਰੇ ਸੁਣਾਉਂਦੇ ਦਿਖਾਓ ਨੇ। ਕਿੱਥੇ ਸੁਣਾਈ ਉਹਨੇ? ਇਹ ਵੇਖੋ, ਇਹ ਬਾਰਿਸ਼ ਦੀ ਤਰ੍ਹਾਂ ਇੱਕ ਵਹੀ ਹੋਈ ਸੀ, ਮੁਸੈਲਮਾ ਕਜ਼ਾਬ ਨੂੰ ਆਂਦਾ ਸੀ ਅਲ ਫੀਲ ਮਲ ਫੀਲ ਵਮਾ ਅਦਰਾ ਕਮਲ। ਕਿੱਥੇ ਹੋਈ ਹੈ ਬਾਰਿਸ਼ ਦੀ ਹਾਂਜੀ ਬਾਰਿਸ਼ ਦੀ ਤਰ੍ਹਾਂ ਵਹੀ? ਲੈ ਕੇ ਆਓ ਉਹਦੀ ਬਾਰਿਸ਼ ਦੀ ਤਰ੍ਹਾਂ ਜਿਹੜੀ ਵਹੀ ਹੈ, ਕਿਤਾਬ ਲੈ ਕੇ ਲਿਆ ਆਓ। ਕਰੋ ਨਾ ਤਾਰਕ ਬਾਰਿਸ਼ ਵਾਲੀ ਵਹੀ ਲੈ ਦੀ ਕਿਤਾਬ ਲੈ ਕੇ ਆਓ। ਆਪਣੇ ਕੋਲੋਂ ਝੂਠ ਬੋਲੀ ਜਾ ਰਹੇ ਹੋ। ਗੱਲ ਹੋ ਗਈ ਪੂਰੀ। ਆਪਣੇ ਕੋਲੋਂ ਝੂਠ ਬੋਲ ਰਹੇ ਹੋ ਨਾ। ਉਹਨੂੰ ਬਾਰਿਸ਼ ਦੀ ਤਰ੍ਹਾਂ ਵਹੀ ਹੋਈ, ਕਿਹੜੀ ਵਹੀ ਹੋਈ ਬਾਰਿਸ਼ ਦੀ ਤਰ੍ਹਾਂ? ਉਹ ਮੈਂ ਕਿੱਥੇ ਉਹਦੀ ਵਹੀ? ਨਾ ਉਹ ਦੱਸ ਰਿਹਾ ਤੁਹਾਨੂੰ। ਹਾਂ ਤੇ ਦਿਖਾ ਦਿਓ। ਜਦੋਂ ਲਿਖਾਓਗੇ ਨਾ ਉਹ, ਚਲੋ ਤੁਸੀਂ ਫਿਰ ਆਪਣੀ ਗੱਲ ਨਹੀਂ ਜਦੋਂ ਤੁਸੀਂ ਦਿਖਾਓਗੇ ਉਹਦੀ ਬਾਰਿਸ਼ ਦੀ ਵਹੀ, ਉਦੋਂ ਅਸੀਂ ਦੇਖਾਂਗੇ। ਹਜੇ ਤੇ ਤੁਸੀਂ ਦਾਅਵਾ ਹੀ ਕਰ ਰਹੇ ਹੋ ਨਾ ਉਹਨੂੰ ਹੋਈ। ਉਹਨੇ ਕਿਹਾ ਮੈਨੂੰ ਬਾਰਿਸ਼ ਦੀ ਤਰ੍ਹਾਂ ਵਹੀ ਆਏ ਨੇ ਜ਼ੋਰ ਮੈਂ ਅੱਲਾਹ ਵੱਲੋਂ ਮਾਮੂਰ ਹੋਇਆ। ਜ਼ੋਰ ਸਾਹਿਬ ਸਲਾਮ ਅਲੈਕੁਮ। ਇਹ ਸੈਣੀ ਸਾਹਿਬ ਜੰਮਾ ਗਰੁੱਪ ਦੇ ਬੰਦੇ ਨੇ। ਹਾਂਜੀ ਜ਼ੋਰ ਸਾਹਿਬ। ਹਾਂ ਜੀ ਬੜੇ ਟੌਪ ਦੇ ਬੰਦੇ ਨੇ। ਚਾਚਾ ਜੀ ਜ਼ੋਰ ਅਹਿਮਦ ਸਾਹਿਬ ਸਲਾਮ ਅਲੈਕੁਮ। जी वालेकुम अस्सलाम रहमतुल्लाहि वबरकातुहू। ਕੀ ਹਾਲਤ ਵੀ ਤਾਂ ਕਿਸ ਤਰ੍ਹਾਂ ਨੇ? अल्हम्दुलिल्लाह। मैं तारिक चौहान साहब को देख के कहा कि यहाँ पर बड़ा अच्छा, बड़ी खुशी की गल है ਤੁਸੀਂ तशरीफ ले आए। अस्सलाम वालेकुम। खुशी है। हाँ जी वालेकुम अस्सलाम गरम बहस हो रहमतुल्लाहि रही है। वबरकातुहू। बड़ी ज़बरदस्त तारिक चौहान साहब दलील दे रहे हैं और बात कर रहे हैं। देखें हमेशा दलील होनी चाहिए अपनी बात की सदाकत के लिए। बिल्कुल। ये जो तहरीर इन्होंने पढ़ी है ज़िया रसूल साहब ने, उसमें बुखारी का हवाला दिया है, तो ये कोई आपके ख्याल में ऐसा कोई नुस्खा मौजूद है दुनिया में, कहीं मिल सकता है? ये है सवाल उनका। ये अज़ाला आम से तहरीर पढ़ी है, इसको वेरीफाई किया जा सकता है। ये ਅੱਛਾ ਤਾਰਕ ਚੌਹਾਨ ਸਾਹਿਬ ਹੁਣ ਮੇਰੇ ਖਿਆਲ ਖਾਮੋਸ਼ ਹੋ ਗਏ, ਤੁਹਾਡੀ ਗੱਲ ਮੈਨੂੰ ਲੱਗਦਾ ਪੂਰੀ ਹੋ ਗਈ। ਯਾਨੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਉਹ ਕਿਸੇ ਨੁਸਖੇ ਦੇ ਵਿੱਚ ਇਹ ਗੱਲ ਮੌਜੂਦ ਸੀ ਤੇ ਹੁਣ ਤੁਹਾਡੇ ਕੋਲ ਨੁਸਖਾ ਨਹੀਂ ਹੈ। ਜ਼ਰੂਰ ਹੋਏਗੀ, ਕਿਉਂਕਿ ਅਗਰ ਹਜ਼ਰਤ ਮਸੀਹ ਮੌਦ अलैहिस्सलाम ने दसी है तो ਜ਼ਰੂਰ ਹੋਏਗੀ। ਅੱਛਾ ਤੇ ਫਿਰ ਉਹ ਨੁਸਖਾ ਕਿਤੋਂ ਲੱਭ ਕੇ ਤੇ ਉਹ ਨੁਸਖਾ ਕਿਤੋਂ ਲੱਭ ਕੇ ਤੇ ਉਹ ਵਿਖਾ ਸਕਦੇ? ਨਹੀਂ ਸਾਨੂੰ ਲੱਭਣ ਦੀ ਜ਼ਰੂਰਤ ਇਸ ਵਜ੍ਹਾ ਨਾਲ ਨਹੀਂ ਕਿ ਅਸੀਂ ਤੇ ਕਹਿੰਦੇ ਆ ਜੋ ਉਹਨਾਂ ਨੇ ਲਿਖਿਆ ਦਰੁਸਤ ਲਿਖਿਆ, ਅਸੀਂ ਕੋ ਲੱਭੀ। ਫਿਰ ਤੁਸੀਂ ਕਹਿੰਦੇ ਹੋ ਨਾ, ਫਿਰ ਇਹਦਾ ਮਤਲਬ ਤੁਸੀਂ ਨਹੀਂ ਇਹਦਾ ਕੋਈ ਸਬੂਤ ਪੇਸ਼ ਕਰ ਸਕਦੇ ਨਾ, ਫਿਰ ਤੁਹਾਡੇ ਨਾਲ ਗੱਲ ਸਾਨੂੰ ਕਰਨਾ ਜ਼ਰੂਰਤ ਨਹੀਂ ਹੈ ਪੇਸ਼ ਕਰਨ ਦੀ, ਗੈਰ ਜ਼ਰੂਰੀ ਹੈ। ਤੁਹਾਡੇ ਖਾਸ ਕਰ ਤੁਹਾਡੇ ਸਾਹਮਣੇ ਅਸੀਂ ਕੋ ਪੇਸ਼ ਕਰੀਏ, ਤੁਸੀਂ ਤੇ ਵੈਸੇ ਹੀ ਮਿਰਜ਼ਾ ਸਾਹਿਬ ਨੂੰ ਨਹੀਂ ਮੰਨਦੇ। ਠੀਕ ਆ ਨਾ, ਤੇ ਵੇਖੋ ਮੁਖਾਲਫ ਨਹੀਂ ਗੱਲ ਕਰਨੀ ਹੁੰਦੀ, ਠੀਕ ਹੈ ਤੇ ਫਿਰ ਬਹਿਸ ਹੀ ਕਿਤੇ ਵੀ ਮੁਖਾਲਫ ਨਹੀਂ ਪੁੱਛਣਾ ਨਾ ਬਈ ਨਹੀਂ ਕਿਉਂ ਤੁਸੀਂ ਜਵਾਬ ਦੇ ਪੁੱਛਣਾ ਸਕਦੇ ਤੇ ਠੀਕ ਆ, ਮੈਨੂੰ ਕੋਈ ਲਾਜ਼ਮ ਤਾਂ ਨਹੀਂ ਹੈ ਕਿ ਮੈਂ ਤੁਹਾਡੇ ਕੋਲ ਕੋਈ ਲਾਜ਼ਮ ਨਹੀਂ ਹੈ ਤੁਹਾਨੂੰ, ਬਲਕਿ ਤੁਹਾਨੂੰ ਇਹ ਵਾਲਾ ਸਵਾਲ ਪੁੱਛਣਾ ਨਹੀਂ ਸੀ ਚਾਹੀਦਾ, ਕਿਉਂਕਿ ਤੁਸੀਂ ਅਗਰ ਮਿਰਜ਼ਾ ਸਾਹਿਬ ਦੇ ਮੁਕਾਮ ਤੋਂ ਵਾਕਿਫ ਹੀ ਨਹੀਂ ਹੋ ਤੇ ਫਿਰ ਤੁਸੀਂ ਉਹਨਾਂ ਤੇ ਸਵਾਲ ਕਿਵੇਂ ਕਰ ਸਕਦੇ ਹੋ? ਤੁਹਾਨੂੰ ਪਤਾ ਹੀ ਨਹੀਂ ਉਹਨਾਂ ਦਾ ਕੀ ਮੁਕਾਮ ਸੀ। ਆਹੋ ਤੇ ਤੁਹਾਨੂੰ ਤੇ ਮੁਕਾਮ ਦਾ ਪਤਾ, ਇਹੋ ਜਿਹਾ ਸਵਾਲ ਪੁੱਛੇ ਨਹੀਂ ਜਾ ਸਕਦਾ। ਮੁਕਾਮ ਦਾ ਤੁਹਾਨੂੰ ਪਤਾ ਵੇ, ਨੁਸਖੇ ਦਾ ਕੋਈ ਨਹੀਂ ਪਤਾ ਤੁਹਾਨੂੰ। ਨਹੀਂ ਸਾਨੂੰ ਨੁਸਖੇ ਦਾ ਐਸੇ ਨਹੀਂ ਪਤਾ ਕਿ ਅਗਰ ਸਾਨੂੰ ਮੁਕਾਮ ਦਾ ਪਤਾ ਹੈ ਤੇ ਸਾਨੂੰ ਪਤਾ ਹੈ ਕਿ ਜਿਹੜੀ ਗੱਲ ਉਹ ਦੱਸ ਰਹੇ ਨੇ ਉਹ ਬਿਲਕੁਲ ਦਰੁਸਤ ਹੈ। ਅੱਛਾ ਠੀਕ ਹੈ, ਯਾਨੀ ਕਿ ਤੁਸੀਂ ਜਿਹੜਾ ਅੱਲਾਹ ਤਾਲਾ ਨਾਲ ਇੱਕ ਜ਼ਿੰਦਾ ਤਾਲੁਕ ਹੈ, ਉਹ ਜੋ ਵੀ ਗੱਲ ਕਰ ਰਿਹਾ ਉਹ ਬਿਲਕੁਲ ਦਰੁਸਤ ਕਰ ਰਿਹਾ। ਅੱਛਾ ਠੀਕ ਹੋ ਗਿਆ, ਤੇ ਇਹਦਾ ਮਤਲਬ ਹੈਗਾ ਕਿ ਤੁਸੀਂ ਹੁਣ ਇਸ ਬਾਰੇ ਗੁਫ਼ਤਗੂ ਨਹੀਂ ਕਰ ਸਕਦੇ, ਇਹ ਹਵਾਲਾ ਤੁਸੀਂ ਤੁਹਾਡਾ ਫਾਈਨਲ ਜਵਾਬ ਇਹ ਹੈ ਕਿ ਨਹੀਂ ਵਿਖਾ ਸਕਦੇ? ਮੇਰਾ ਫਾਈਨਲ ਜਵਾਬ ਹੈ ਕਿ ਹਜ਼ਰਤ ਮਸੀਹ ਮੌਦ अलैहिस्सलाम ने जो फरमाया दुरुस्त फरमाया इंज ही है। ਇਹ ਤੇ ਤੁਹਾਡਾ ਆਪਣਾ ਇੱਕ ਇਤਕਾਦ ਹੈ ਨਾ ਮਿਰਜ਼ਾ ਸਾਹਿਬ ਤੇ, ਲੇਕਿਨ ਜੋ ਮੈਂ ਇਤਕਾਦ ਦੱਸਾਂਗਾ, ਮੈਂ ਤੁਹਾਡਾ ਇਤਕਾਦ ਦੱਸਾਂਗਾ, ਮੈਂ ਆਪਣਾ ਤੁਹਾਡਾ ਇਤਕਾਦ। ਇਹ ਮੇਰੇ ਸਵਾਲ ਦਾ ਜਵਾਬ ਤੇ ਨਾ ਹੋਇਆ ਤਾਰਕ ਚੌਹਾਨ ਸਾਹਿਬ। ਨਹੀਂ ਤੁਹਾਡੇ ਸਵਾਲ ਦਾ ਜਵਾਬ ਹੈ।
ਨਹੀਂ ਤੇ ਹੱਥ ਖੜੇ ਕਰਨ ਵਾਲੀ ਮਿਰਜ਼ਾ ਗੱਲ ਆ, ਸਾਹਿਬ ਮੇਰੇ ਨੇ ਕੋਲ ਜੋ ਨਹੀਂ ਕਿਹਾ ਹੈ। ਦਰੁਸਤ ਕਿਹਾ। ਮੈਂ ਨਹੀਂ, ਤੁਸੀਂ ਤਾਂ ਮੰਨਦੇ ਨਹੀਂ ਐ। ਮੈਂ ਤਾਂ ਚੂੰਕਿ ਮਿਰਜ਼ਾ ਸਾਹਿਬ ਨੂੰ ਮੰਨਦਾ ਵਾਂ ਤੇ ਮੈਂ ਬਸ ਕਿਹਾ ਉਹਨਾਂ ਜੋ ਨੇ ਮਿਰਜ਼ਾ ਕਿਹਾ ਸਾਹਿਬ ਬਸ ਨੇ ਠੀਕ ਕਿਹਾ ਆ। ਉਹ ਦਰੁਸਤ ਕਿਹਾ। ਇਹ ਤੇ ਬਸ ਹੈ ਬੁਖਾਰੀ ਸ਼ਰੀਫ ਤੁਹਾਡੇ ਸਾਹਮਣੇ ਹੈ ਤੇ ਕੱਢ ਕੇ ਵਿਖਾ ਦਿਓ ਫਿਰ ਨਹੀਂ, ਤੁਸੀਂ ਬੁਖਾਰੀ ਯਾਰ। ਸ਼ਰੀਫ ਸਾਡੇ ਸਾਹਮਣੇ ਕੋਈ ਨਹੀਂ, ਨਾ ਸਾਨੂੰ ਬੁਖਾਰੀ ਸ਼ਰੀਫ ਤੇ ਕੋਈ ਇਤਬਾਰ ਹੈ, ਨਾ ਕੋਈ ਖੁਦਾ ਦੀ ਇਲਾਮੀ ਕਿਤਾਬ ਹੈ। ਅਲਬત્ਤਾ ਅੱਛਾ, ਤੇ ਮਿਰਜ਼ਾ ਇਹ ਸਾਹਿਬ ਇਲਾਮੀ ਦਾ, ਗੱਲ ਆ ਮਿਰਜ਼ਾ ਸਾਹਿਬ ਦੀ। ਇਮਾਮ ਬੁਖਾਰੀ ਨੇ ਕਦੀ ਦਾਵਾ ਨਹੀਂ ਕੀਤਾ ਕਿ ਮੈਨੂੰ ਅੱਲਾਹ ਇਹ ਵੱਲੋਂ ਮਿਰਜ਼ਾ ਇਲਹਾਮ ਸਾਹਿਬ ਹੋਇਆ। ਦੀ ਇਲਾਮੀ ਗੱਲ ਆ, ਇਹ ਮਿਰਜ਼ਾ ਸਾਹਿਬ ਦੀ ਇਲਾਮੀ ਗੱਲ ਆ। ਮਿਰਜ਼ਾ ਸਾਹਿਬ ਨੇ ਜੋ ਵੀ ਗੱਲ ਕੀਤੀ ਹੈ ਉਹ ਅੱਲਾਹ ਤਾਲਾ ਕੋਲ ਇਲਮ ਪਾ ਕੇ ਕੀਤੀ ਹੈ। ਇਲਮ ਪਾਕ ਕੀਤੀ, ਯਾਨੀ ਤੁਹਾਨੂੰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਜਿਹੜੇ ਫਰਾਮੀਨ ਨੇ ਬੁਖਾਰੀ ਸ਼ਰੀਫ ਦੇ ਵਿੱਚ ਉਹਨਾਂ ਤੇ ਇਤਬਾਰ ਨਹੀਂ ਹੈ। ਤੇ ਮਿਰਜ਼ਾ ਸਾਹਿਬ ਨੇ ਜੋ ਵੀ ਕਿਹਾ ਉਹ ਖੁਦਾ ਨੇ ਉਹਨਾਂ ਨੂੰ ਦੱਸਿਆ ਤੇ ਉਹ ਕਿਹਾ। ਇਹ ਕਿਹੜਾ ਖੁਦਾ ਸੀ ਨਹੀਂ, ਜਿਹੜਾ ਉਹ ਮਿਰਜ਼ਾ ਸਾਹਿਬ ਨੂੰ ਫਰਾਮੀਨ ਦੱਸ ਰਿਹਾ ਜਿਹੜੇ ਸੀ ਨੇ ਉਹ ਬੁਖਾਰੀ ਤੇ ਚ ਗੱਲ? ਤੁਸੀਂ ਬਣਾਏ ਨੇ ਨਾ ਕਿ ਫਰਾਮੀਨ ਉਹ ਹੈ ਨੇ ਜਾਂ ਨਹੀਂ ਨੇ, ਚਲੋ ਠੀਕ ਸਾਨੂੰ ਹੈ, ਕੀ ਪਤਾ ਸਾਡਾ ਕਿ ਹੈ ਮਸਲਾ ਨੇ ਹੈ ਕਿ ਨਾ, ਨਹੀਂ। ਫਿਰ ਇਹ ਤੁਹਾਡਾ ਨਹੀਂ, ਇਹ ਮਸਲਾ ਹੈ ਸਾਡਾ ਉਹ। ਮਸਲਾ ਹੈ ਨਾ। ਤੇ ਉਹ ਫਰਾਮੀਨ ਮਿਰਜ਼ਾ ਤੁਸੀਂ ਸਾਹਿਬ ਉਹਨੂੰ ਨੇ ਫਿਰ ਸਮਝਦੇ ਹੋ ਕਿਉਂ ਗਲਤ ਬਿਆਨੀ ਕਿਉਂਕਿ ਕੀਤੀ ਬੁਖਾਰੀ ਬੇਸ਼ੁਮਾਰ ਸ਼ਰੀਫ ਨਾਲ? ਜ਼ਈਫ ਹਦੀਸਾਂ ਨੇ, ਮੌਜ਼ੂ ਹਦੀਸਾਂ ਨੇ ਜਿਨ੍ਹਾਂ ਨੂੰ ਲੋਕਾਂ ਨੇ ਠੀਕ ਹੈ, ਉਹ ਹਜ਼ਰਤ ਸਾਡਾ ਮੁਹੰਮਦ ਮਸਲਾ ਹੈ ਨਾ। ਹੁਣ ਸੱਲੱਲਾਹੁ ਤੁਸੀਂ ਅਲੈਹਿ ਦੱਸਤਾ ਵੀ ਤੁਸੀਂ ਤਾਂ ਨਹੀਂ ਮੰਨਦੇ ਨਾ, ਉਹ ਤੁਹਾਡਾ ਤਾਂ ਮਸਲਾ ਹੀ ਨਹੀਂ ਰਿਹਾ, ਉਹ ਸਾਡਾ ਮਸਲਾ ਹੋ ਗਿਆ। ਨਹੀਂ, ਤੇ ਤੁਹਾਡੀ ਹੁਣ ਦੱਸ ਦਿਓ ਦਲੀਲ ਨੂੰ ਫਿਰ ਮੈਂ ਮਿਰਜ਼ਾ ਤੋੜ ਸਾਹਿਬ ਰਿਹਾ ਨੇ ਨਾ। ਬੁਖਾਰੀ ਸ਼ਰੀਫ ਦਾ ਜਿਹੜੀ ਨਾਂ ਤੁਸੀਂ ਲੈ ਕੇ ਦਲੀਲ ਕਿਉਂ ਦੇ ਇਹ ਰਹੇ ਹੋ ਗੱਲ ਨਾ, ਕੀਤੀ? ਤੁਸੀਂ ਤੇ ਦਲੀਲ ਦਿੱਤੀ ਨਾ ਫਰਾਮੀਨ ਨੂੰ, ਵੀ ਫਰਾਮੀਨ ਤੁਸੀਂ ਹੈ ਨਹੀਂ ਜਾਂ ਨਹੀਂ, ਕਿਵੇਂ ਪਤਾ ਹੈ? ਤਾਰਕ ਸਾਨੂੰ ਚੌਹਾਨ ਨਹੀਂ ਪਤਾ, ਸਾਹਿਬ, ਤੁਸੀਂ ਆਪਣੀ ਕਿਸੇ ਨੂੰ ਗੱਲ ਵੀ ਦੇ ਨਹੀਂ ਵਿੱਚ ਆਪ ਹੀ ਤੇ ਫਸ ਗਏ ਹੋ। ਤੁਸੀਂ ਆਖਿਆ ਕਿ ਮਿਰਜ਼ਾ ਸਾਹਿਬ ਨੂੰ ਦੱਸਿਆ ਖੁਦਾ ਨੇ, ਤੇ ਮਿਰਜ਼ਾ ਸਾਹਿਬ ਆਖਰ ਨੇ ਬੁਖਾਰੀ ਸ਼ਰੀਫ 'ਚ ਗੱਲ ਲਿਖੀ ਹੈ ਕਿ ਨਬੀ ਪਾਕ ਨੇ ਗੱਲ ਫਰਮਾਈ ਹੈ। ਤੇ ਹਾਂ। ਬੁਖਾਰੀ ਸ਼ਰੀਫ ਦੀ ਅਥੈਂਟੀਕੇਸ਼ਨ ਤਾਂ ਤੁਸੀਂ ਆਪ ਸਾਬਤ ਕਰ ਦਿੱਤੀ ਕਿ ਬੁਖਾਰੀ ਸ਼ਰੀਫ ਜਿਹੜੀ ਹੈ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਫਰਾਮੀਨ ਨੇ। ਤੁਸੀਂ ਆਪਣੇ ਮੈਂ ਮੂੰਹ ਨਹੀਂ ਕਹਿ ਕਿਹਾ ਰਿਹਾ ਕਿ ਭਾਈ ਬੁਖਾਰੀ 'ਚ ਇਹ ਮਿਰਜ਼ਾ ਸਾਹਿਬ ਨੂੰ ਮਿਰਜ਼ਾ ਖੁਦਾ ਨੇ ਸਾਹਿਬ ਦੱਸਿਆ। ਨੇ, ਮੇਰੀ ਗੱਲ ਸੁਣ ਲਓ ਨਾ, ਜੋ ਮਿਰਜ਼ਾ ਸਾਹਿਬ ਨੇ ਜਿਹਦੀ ਤਸਦੀਕ ਕੀਤੀ ਹੈ ਉਹਨੂੰ ਤੇ ਅਸੀਂ ਸਹੀ ਮੰਨਾਂਗੇ, ਜਿਹਦੀ ਉਹਨਾਂ ਨੇ ਤਸਦੀਕ ਨਹੀਂ ਕੀਤੀ ਉਹਨੂੰ ਸਹੀ ਨਹੀਂ ਅਸੀਂ ਮੰਨਾਂਗੇ। ਕਿਉਂਕਿ ਇਹ ਕਿਹੜੀ ਬੁਖਾਰੀ ਦੀ ਤਸਦੀਕ ਸ਼ਰੀਫ ਕੀਤੀ ਜਾਂ ਮਿਰਜ਼ਾ ਸਾਹਿਬ ਮੁਸਲਿਮ ਨੇ? ਸ਼ਰੀਫ ਜਾਂ ਕੋਈ ਤੁਸੀਂ ਹੋਰ ਕਿਹਾ ਵੇ ਕਿ ਸ਼ਰੀਫ ਮੈਂ ਬੁਖਾਰੀ ਇਹ ਵੇਖੋ ਕੋਈ ਤਾਰਕ ਚੌਹਾਨ ਸਾਹਿਬ ਪੁਰਾਨੀ ਗੱਲ ਇਲਮ ਤੋਂ ਨਹੀਂ ਫਿਰਨਾ ਹੈ। ਨਹੀਂ ਚਾਹੀਦਾ ਬੰਦੇ ਨੂੰ। ਤੁਸੀਂ ਗੱਲ ਤੋਂ ਨਹੀਂ ਆਪਣੇ ਬੋਲੇ ਫਿਰਨਾ ਮੈਨੂੰ ਚਾਹੀਦਾ। ਫੇਰੀ ਜਾਓ ਤੇ ਕਦੀ ਮੈਨੂੰ ਉਧਰ ਲੈ ਜਾਓ, ਕਦੀ ਤੁਸੀਂ ਉਧਰ ਇਹ ਲੈ ਨਹੀਂ ਜਾਓ। ਕਿਹਾ ਤਾਰਕ ਤੁਹਾਡੇ ਚੌਹਾਨ ਸਾਹਿਬ ਫੇਰਨ ਕਿ ਇਹ ਫਿਰਨਾ ਬੁਖਾਰੀ ਮੈਨੂੰ ਨੂੰ ਨਹੀਂ ਅਸੀਂ ਕੁਝ ਨਹੀਂ ਹੁੰਦਾ। ਮੰਨਦੇ, ਤੁਸੀਂ ਆਪਣੇ, ਮੈਂ ਕਹਿੰਦਾ ਬੁਖਾਰੀ ਨੂੰ ਤੁਸੀਂ ਨਹੀਂ ਫਿਰਦੇ ਪਏ ਹੋ ਹਰ ਮੰਨਦੇ, ਇਹ ਵੀ ਵਕਤ। ਤੁਸੀਂ ਕਿਹਾ। ਤੁਸੀਂ 1 ਮਿੰਟ ਇੱਥੇ ਹੁੰਦੇ ਹੋ, 2 ਮਿੰਟ ਬਾਅਦ ਉੱਥੇ ਹੁੰਦੇ ਅੱਛਾ ਹੋ, ਚਲੋ ਤੁਸੀਂ ਕਰ ਫਿਰਦੇ ਲਓ ਰਹਿੰਦੇ ਹੋ ਗੱਲ ਹਰ ਪੂਰੀ ਵੇਲੇ। ਕਰ ਲਓ। ਤਾਂ ਯਾਹੀ ਤੁਹਾਡਾ ਮਕਸਦ ਹੈ, ਭੱਜ ਕੇ ਤੁਸੀਂ ਉਧਰ ਚਲੇ ਜਾਂਦੇ ਹੋ, ਭੱਜ ਕੇ ਉਧਰ ਚਲੇ ਜਾਂਦੇ ਹੋ। ਇੱਕ ਸ਼ਖਸ ਜਿਹੜਾ ਹਰ ਵੇਲੇ ਫਿਰਦਾ ਹੀ ਰਹਿੰਦਾ ਉਹਦੇ ਨਾਲ ਕੀ ਗੱਲ ਕਰਾਂ ਮੈਂ? ਫਿਰਨ ਵਾਲੇ ਬੰਦੇ ਨਾਲ ਤਾਂ ਗੱਲ ਹੀ ਨਹੀਂ ਹੋ ਸਕਦੀ। ਬਸ ਗੱਲ ਹੋ ਗਈ ਪੂਰੀ ਤੁਹਾਡੀ ਚੌਹਾਨ ਸਾਹਿਬ? ਨਹੀਂ, ਤੁਹਾਡੀ ਹੋ ਗਈ ਪੂਰੀ। ਮੈਂ ਤੇ ਮਾਈਕ ਬੰਦ ਕਰਕੇ ਵੇਟ ਕਰ ਰਿਹਾ ਵੀ ਤੁਸੀਂ ਪੂਰੀ ਗੱਲ ਕਰੋ ਤਾਂ ਫਿਰ ਮੈਂ ਆਪਣੀ ਗੱਲ ਕਰਾਂ। ਹੁਣ ਅਗਲਾ ਹਵਾਲਾ ਪੇਸ਼ ਕਰੋ, ਇਹ ਤਾਂ ਖਤਮ ਹੋ ਗਿਆ। ਗੱਲ ਹੋ ਗਈ ਪੂਰੀ ਤੁਹਾਡੀ? ਜੀ ਜੀ। ਤਾਰਕ ਚੌਹਾਨ ਸਾਹਿਬ, ਇੰਨੇ ਲੋਕ ਸੁਣ ਰਹੇ ਨੇ, ਤੁਸੀਂ ਆਪਣੀ ਜ਼ੁਬਾਨ ਮੁਬਾਰਕ ਨਾਲ ਕਿਹਾ ਕਿ ਮਿਰਜ਼ਾ ਸਾਹਿਬ ਨੂੰ ਇਹ ਗੱਲ ਖੁਦਾ ਤਾਲਾ ਨੇ ਦੱਸੀ। ਜਦੋਂ ਮੈਂ ਤੁਹਾਡੇ ਕੋਲ ਸਵਾਲ ਪੁੱਛਿਆ ਕਿ ਤੁਸੀਂ ਕਿਹਾ ਬੁਖਾਰੀ ਕੋਈ ਇਲਾਮੀ ਕਿਤਾਬ ਹੈ, ਮੈਂ ਤੁਹਾਨੂੰ ਪੁੱਛਿਆ ਮਿਰਜ਼ਾ ਸਾਹਿਬ ਦੀ ਗੱਲ ਇਲਾਮੀ, ਤੁਸੀਂ ਕਿਹਾ ਹਾਂ ਮਿਰਜ਼ਾ ਸਾਹਿਬ ਨੂੰ ਖੁਦਾ ਨੇ ਦੱਸਿਆ। ਤੇ ਮਿਰਜ਼ਾ ਸਾਹਿਬ ਨੂੰ ਜੋ ਖੁਦਾ ਨੇ ਦੱਸਿਆ ਉਹ ਇਹ ਵੇ ਕਿ ਬੁਖਾਰੀ ਸ਼ਰੀਫ ਦੇ ਵਿੱਚ ਇਹ ਗੱਲ ਲਿਖੀ ਹੋਈ ਆ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਇਹ ਗੱਲ ਫਰਮਾਈ। ਇੱਥੋਂ ਇੱਕ ਚੀਜ਼ ਤੇ ਸਾਬਤ ਹੋ ਗਈ ਕਿ ਬੁਖਾਰੀ ਸ਼ਰੀਫ ਦੀ ਅਥੈਂਟੀਕੇਸ਼ਨ ਤੇ ਹੋ ਗਈ, ਉਹਦਾ ਸਬੂਤ ਤੇ ਮਿਲ ਗਿਆ ਤੁਹਾਨੂੰ ਤੁਹਾਡੇ ਆਪਣੇ ਮਿਰਜ਼ਾ ਸਾਹਿਬ ਦੇ ਇਲਾਮ ਤੋਂ ਕਿ ਬੁਖਾਰੀ ਸ਼ਰੀਫ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਫਰਾਮੀਨ ਨੇ ਬੁਖਾਰੀ ਸ਼ਰੀਫ ਦੇ ਵਿੱਚ। ਇਹ ਤੇ ਇਲਾਮੀ ਤੌਰ ਤੇ ਤੁਹਾਨੂੰ ਗੱਲ ਸਾਬਤ ਹੋ ਗਈ। ਹੁਣ ਜਦੋਂ ਤੁਹਾਨੂੰ ਇਹ ਗੱਲ ਬੁਖਾਰੀ ਸ਼ਰੀਫ ਦੀ ਇਲਾਮੀ ਤੌਰ ਤੇ ਸਾਬਤ ਹੋ ਗਈ ਕਿ ਇਹਦੇ ਵਿੱਚ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਫਰਾਮੀਨ ਨੇ, ਤੇ ਹੁਣ ਬੁਖਾਰੀ ਸ਼ਰੀਫ ਦੇ ਵਿੱਚੋਂ ਮੈਨੂੰ ਉਹ ਗੱਲ ਵਿਖਾ ਦਿਓ ਜਿਹੜੀ ਮਿਰਜ਼ਾ ਸਾਹਿਬ ਨੇ ਕਹੀ ਹੈ। ਹੁਣ ਤਾਂ ਬੁਖਾਰੀ ਤੇ ਤੁਸੀਂ ਤੁਹਾਡੀ ਗੱਲ ਕਰ ਮੁੱਕ ਸਕਦੇ ਗਈ। ਜਦੋਂ ਤੁਹਾਡੇ ਤੁਹਾਡੀ ਮਿਰਜ਼ਾ ਗੱਲ ਸਾਹਿਬ ਨੇ ਮੁੱਕ ਗਈ। ਇਲਹਾਮ ਦੇ ਜ਼ਰੀਏ ਤਸਦੀਕ ਕਰ ਦਿੱਤੀ। ਤੁਹਾਡੀ ਗੱਲ ਮੁੱਕ ਗਈ। ਹਾਂਜੀ ਮੁੱਕ ਗਈ। ਹਾਂਜੀ, ਮੇਰੇ ਤੇ ਤੁਸੀਂ ਝੂਠ ਬੰਨਿਆ ਹੈ ਕਿ ਮੈਂ ਇਹ ਗੱਲ ਕਹੀ ਹੈ, ਜਿਹੜੀ ਮੈਂ ਗੱਲ ਨਹੀਂ ਕਹੀ। ਮੈਂ ਸਿਰਫ ਇਤਨੀ ਗੱਲ ਕਹੀ ਹੈ ਕਿ ਜਿਸ ਹਦੀਸ ਦੀ ਤਸਦੀਕ ਮਿਰਜ਼ਾ ਸਾਹਿਬ ਨੇ ਕੀਤੀ ਹੈ ਉਹਨੂੰ ਅਸੀਂ ਸਹੀ ਸਮਝਾਂਗੇ, ਜਿਹਨੂੰ ਰੱਦ ਕੀਤਾ ਉਹਨੂੰ ਅਸੀਂ ਰੱਦ ਸਮਝਾਂਗੇ। ਯਾਨੀ ਜਿਹੜਾ ਹਦੀਸਾਂ ਦਾ ਇਲਮ ਹੈ ਉਹ ਸਾਨੂੰ ਮਿਰਜ਼ਾ ਸਾਹਿਬ ਦੇ ਥਰੂ ਉਹਦੀ ਆਥੈਂਟਿਸਿਟੀ ਮਿਲੇਗੀ। ਤੇ ਜਿਹੜੀ ਇਲਹਾਮ ਦੀ ਗੱਲ ਹੈ ਨਾ, ਉਹ ਮੈਂ ਕਹਿ ਰਿਹਾ ਕਿ ਅੱਲਾਹ ਤਾਲਾ ਕੋਲੋਂ ਇਲਮ ਪਾ ਕੇ ਮਿਰਜ਼ਾ ਸਾਹਿਬ ਨੇ ਜਿਹੜੇ ਅਲੂਮ ਸਾਨੂੰ ਦੱਸੇ ਨੇ ਨਾ, ਇਹ ਨਹੀਂ ਕਹਿ ਰਹੇ ਕਿ ਹਰ ਚੀਜ਼ ਜਿਹੜੀ ਉਹਨਾਂ ਨੇ ਇਲਹਾਮੀ ਉਹਨਾਂ ਦੇ ਜਿਹੜੇ ਅਲਫਾਜ਼ ਨੇ, ਜਿਹੜੀਆਂ ਉਹਨਾਂ ਦੇ ਕਿਤਾਬਾਂ ਨੇ, ਬਲਕਿ ਜੋ ਇਲਮ ਹੈ ਉਹਨਾਂ ਨੂੰ ਅੱਲਾਹ ਤਾਲਾ ਵੱਲੋਂ ਮਿਲਿਆ। ਇਹ ਉਹਨਾਂ ਦਾ ਦਾਵਾ ਹੈ, ਕਿਉਂਕਿ ਉਹ ਕਹਿੰਦੇ ਮੇਰੇ ਕੋਲ ਜ਼ਾਤੀ ਇਲਮ ਕੋਈ ਨਹੀਂ। ਇਸ ਲਈ ਉਹ ਵਾਲਾ ਇਲਮ ਜਿਹੜਾ ਉਹਨਾਂ ਨੂੰ ਮਿਲਿਆ, ਉਸ ਹਿਸਾਬ ਨਾਲ ਅਸੀਂ ਕਹਿੰਦੇ ਨੇ ਕਿ ਕੋਈ ਐਸੀ ਹਦੀਸ ਜਿਹਦਾ ਮਿਰਜ਼ਾ ਸਾਹਿਬ ਨੇ ਖੁਦ ਜ਼ਿਕਰ ਕੀਤਾ ਹੈ ਉਹਨੂੰ ਅਸੀਂ ਸਹੀ ਮੰਨਾਂਗੇ, ਜਿਹਦਾ ਨਹੀਂ ਜ਼ਿਕਰ ਕੀਤਾ ਜਾਂ ਜਿਹਦੀ ਉਹਨਾਂ ਨੇ ਤਰਦੀਦ ਕੀਤੀ ਉਹਨੂੰ ਅਸੀਂ ਸਹੀ ਨਹੀਂ ਮੰਨਾਂਗੇ। ਹੁਣ ਤੁਸੀਂ ਇਹ ਕਹੋ ਕਿ ਅਗਰ ਅਸੀਂ ਬੁਖਾਰੀ ਦੀ ਕੋਈ ਇੱਕ ਹਦੀਸ ਨੂੰ ਸਹੀ ਕਹਿ ਰਹੇ ਹਾਂ, ਇਹਦਾ ਮਤਲਬ ਸਾਰੀ ਬੁਖਾਰੀ ਸਹੀ ਸਮਝਾਂਗੇ ਅਸੀਂ ਜਾਂ ਸਾਰੀ ਮੁਸਲਿਮ ਸਹੀ ਸਮਝਾਂਗੇ?
ਐਸੀ ਕੋਈ ਗੱਲ ਨਹੀਂ ਹੈ। ਅਸਲ ਗੱਲ ਇਹੀ ਹੈ ਕਿ ਜਿਸ ਦਾ ਉਹ ਜ਼ਿਕਰ ਕਰ ਰਹੇ ਨੇ, ਉਹ ਜੋ ਚੀਜ਼ ਉਹ ਬਿਆਨ ਕਰ ਰਹੇ ਨੇ, ਉਹ ਆਪਣੀ ਜਗ੍ਹਾ ਦਰੁਸਤ ਹੈ, ਉਹਨੂੰ ਅਸੀਂ ਦਰੁਸਤ ਮੰਨਦੇ ਹਾਂ। ਇੰਨੀ ਜੀ ਗੱਲ ਹੈ। ਮੇਰੇ ਉੱਤੇ ਖਾਮ ਆਪਣੇ ਵੱਲੋਂ ਅਲਫਾਜ਼ ਨਾ ਮੇਰੇ ਸਿਰ ਤੇ ਲਾਈ ਜਾਓ, ਮੱਢੀ ਜਾਓ। ਉਹਦੇ ਤੇ ਫਿਰ ਤੁਸੀਂ ਗਲਤ ਪਹਿਲੇ ਇੱਕ ਇਲਜ਼ਾਮ ਲਗਾਉਂਦੇ ਹੋ, ਉਹਦੇ ਤੇ ਫਿਰ ਤੁਸੀਂ ਆਪਣੀ ਤਕਰੀਰ ਕਰਦੇ ਹੋ। ਤੁਸੀਂ ਜਿਹੜੀ ਚੀਜ਼ ਮੈਂ ਨਹੀਂ ਕਹਿੰਦਾ ਉਹਨੂੰ ਤੁਸੀਂ ਕਿਉਂ ਮੇਰੇ ਮੱਥੇ ਲਾਉਂਦੇ ਹੋ? ਮੈਂ ਜੀ ਕਿਹਾ ਹੈ ਕਿ ਸਾਰੀ ਦੀ ਸਾਰੀ ਹਦੀਸਾਂ ਜਿਹੜੀਆਂ ਨੇ ਉਹ ਬੁਖਾਰੀ ਦੀਆਂ, ਉਹ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਫਰਮਾਨ ਨੇ। ਐਸੀ ਤਾਂ ਕੋਈ ਗੱਲ ਨਹੀਂ ਹੈ ਜੀ। ਬਹੁਤ ਸ਼ੁਕਰੀਆ। ਵੇਖੋ ਤਾਰਕ ਚੌਹਾਨ ਸਾਹਿਬ, ਮੈਂ ਵੀ ਤੁਹਾਨੂੰ ਇਹ ਗੱਲ ਨਹੀਂ ਕਹੀ ਵੀ ਤੁਸੀਂ ਇਹ ਮੰਨ ਲਓ, ਇਹ ਵੀ ਮੈਂ ਤੁਹਾਨੂੰ ਮਨਵਾ ਲਾਂਗਾ, ਇਹ ਕੋਈ ਵੱਡੀ ਗੱਲ ਮੁਸ਼ਕਿਲ ਨਹੀਂ ਹੈ। ਲੇਕਿਨ ਫਿਲਹਾਲ ਜੋ ਅਸੀਂ ਜਿਸ ਹਦੀਸ ਸ਼ਰੀਫ ਤੇ ਗੁਫ਼ਤਗੂ ਕਰ ਰਹੇ ਹਾਂ, ਉਹਦੇ ਮੁਤਾਬਕ ਉਹਦੇ ਬਾਰੇ ਤੇ ਮਿਰਜ਼ਾ ਸਾਹਿਬ ਨੇ ਕਰ ਦਿੱਤੀ ਨਾ ਤਸਦੀਕ ਕਿ ਇਹ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਗੱਲ ਹੈ ਵੇ ਤੇ ਬੁਖਾਰੀ 'ਚ ਮੌਜੂਦ ਹੈ। ਉਹਦਾ ਮੈਂ ਤੁਹਾਡੇ ਕੋਲ ਸਬੂਤ ਮੰਗ ਰਿਹਾ ਕਿ ਉਹ ਮੈਨੂੰ ਦੇ ਦਿਓ। ਅਗਲੀ ਗੱਲ ਇਹ ਵੇ ਕਿ ਜਦੋਂ ਮਿਰਜ਼ਾ ਸਾਹਿਬ ਨੇ ਇਹ ਗੱਲ ਕਰ ਦਿੱਤੀ ਬਕੌਲ ਤੁਹਾਡੇ, ਤੁਸੀਂ ਕਹਿਤਾ ਕਿ ਇਹ ਗੱਲ ਮਿਰਜ਼ਾ ਸਾਹਿਬ ਨੂੰ ਖੁਦਾ ਨੇ ਦੱਸੀ ਹੈ, ਤੇ ਉਹਦੇ ਨਾਲ ਬੁਖਾਰੀ ਦੀ ਆਟੋਮੈਟਿਕ ਤਸਦੀਕ ਹੋ ਗਈ, ਇਲਹਾਮੀ ਤੌਰ ਤੇ ਤਸਦੀਕ ਹੋ ਗਈ ਕਿ ਉਹਦੇ ਵਿੱਚ ਅੱਲਾਹ ਤਾਲਾ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਫਰਾਮੀਨ ਨੇ। ਹੁਣ ਤੁਸੀਂ ਆਖੋ ਕਿ ਨਹੀਂ ਅਸੀਂ ਸਾਰੇ ਨਹੀਂ ਮੰਨਦੇ, ਅਸੀਂ ਉਹੀ ਮੰਨਾਂਗੇ, ਇਹ ਤੁਹਾਡਾ ਆਪਣਾ ਉਜ਼ਰ ਆ। ਮਿਰਜ਼ਾ ਸਾਹਿਬ ਨੇ ਤੇ ਇਲਹਾਮੀ ਤੌਰ ਤੇ ਦੱਸਤਾ ਕਿ ਇਹ ਬੁਖਾਰੀ ਸ਼ਰੀਫ ਦੇ ਵਿੱਚ ਨਬੀ ਪਾਕ ਦੇ ਫਰਮਾਨ ਨੇ। ਹੁਣ ਅਗਲੀ ਗੱਲ ਸੁਣ ਲਓ। ਮਿਰਜ਼ਾ ਸਾਹਿਬ फरमाते ने सही बुखारी के मुतल्लक फरमाया, यही एक किताब है जो दुनिया की तमाम किताबों में से कुरान शरीफ के बहुत मुताबिक और सबसे अफजल और सही है। इसकी दूसरी बहन गोया मुस्लिम है। लो जी, तुहाडे मिर्जा साहब ने भी कहता कि यह बुखारी शरीफ जिहड़ी है सही किताब है। हुण ते तुहानूं कोई इश्काल नहीं होना चाहिए। हुण तुसीं इन्ने लोगों के सामने मिर्जा साहब ने क्या है कि कोई खुदा का कलाम है? भी उन्होंने ये किया कि कुरान मजीद के बाद मेरी गल दे विच तुसीं बोलना नहीं। माइक बंद कर, थोड़ा जिहा सबर कर, कुछ नहीं होण लगा। एक लंबी गल दे विच 5-6 गल्लां करोगे तो लंबी वेखो, मैं तुहाडे जिड्डी लंबी गल नहीं कीती। तारक चौहान साहब वेखो तरीका एक गल करो ते एक जवाब लवो। बर्दाश्त कर लो, कुछ नहीं होंदा। किन्नियां बड़ियां गल्लां तुसीं इकट्ठियां कर दिंदे हो। बर्दाश्त कर लो थोड़ा जिहा। सिर्फ मिर्जा साहब दे फरामीन ने ते ऐ सुन लो जरा तसल्ली नाल। मिर्जा साहब ने फरमा दिता वे कि बुखारी शरीफ जिहड़ी है ये कुरान शरीफ तो बाद सब तो अफजल ते सही किताब है। ठीक है जी। हुण तुसीं मैनूं कह रहे हो, ए हुण तारक चौहान साहब दा तरीका चेक करो। मिर्जा साहब ने किधरे पहले हवाले दे विच नहीं किया कि मैनूं ए खुदा ने दस्सिया वे जां मैनूं इल्हाम होया वे। जिहड़ी गल उन्हां ने लिखी हुई है ज़ाला हाम दे विच कि नबी पाक सल्लल्लाहु अलैहि वसल्लम ने ए फरमाया कि जदों हज़रत आयशा सिद्दीक़ा रज़ी अल्लाह तआला अन्हा नूं विखाया गया तो उन्होंने ए फरमाया कि हो सकदा इन्हां तो मुराद कोई और औरत हो। उत्ते मिर्जा साहब ने करो यार, बस छोटी गल कर यार भाई, मेहरबानी कर दे। मैं तुहाडी गल च नहीं बोलिया तारक चौहान साहब, तुसीं इंटरप्ट कर दिंदे हो। ओ यार एडी लंबी गल करेगा ते की फायदा कोई है? ओ भाई मैं किते 5 मिनट हो गए ने, 2 मिनट होए ने सारे। तो बस एक गल करो ना, एक गल करो, अगला जवाब दो, फिर अगली गल करो। तारक चौहान साहब एडे तंग ना हो जाओ। किन्नियां बड़ियां गल्लां तुसीं इकट्ठियां कर दिंदे हो ते फिर तुसीं मेरे उत्ते झूठ भी बनी जांदे हो। तुसीं कोई नहीं इकट्ठी कीती, तुसीं मेरे ते झूठ भी बनी जांदे हो। फिर जेड़ी ता तुहाडा दिल करे जवाब दे देना, एक करके कर लेना। गलत नहीं मेहरबानी करो, मैनू नहीं याद रहिंदियां। तुसीं जवान बंदे हो, मैं बुढ़ा बनना है। मैनू इन्नियां बड़ियां गल्लां तुसीं 5-6 इकट्ठियां कर दिओ, एडी लंबी तकरीर करो, मैनू नहीं याद रहिंदी। पहली तुसीं जेड़ी बुनियाद ही है तुहाडी झूठ ते है, क्योंकि साडी ਜਦੋਂ शुरू ਤੋਂ ਹੀ ਗੱਲ ਹੋਈ ਸੀ कि मैं ਕਿਹਾ ਸੀ कि बुखारी दे तमाम नुस्खे अवेलेबल नहीं है। हो सकता है कोई नुस्खा ऐसा होए उस वेले जिहड़ा हुण अवेलेबल नहीं है। बहुत सारे ऐसे नुस्खे ने। बुखारी कोई ऐसी किताब नहीं है जिहदे मतलब असीं 100% कह दईए कि इक्को ही किस्म की किताब है, उहदे च कोई चेंजिस वगैरह नहीं हो सकते। सब कुछ हो सकते हैं, ਉਹਦੇ ਲਈ ਕੋਈ ਹਿਫਾਜ਼ਤ ਨਹੀਂ। ਜਦੋਂ ਇਹ ਗੱਲ ਸਾਡੀ ਹੋ ਗਈ ਤੇ ਉਸ ਚੀਜ਼ ਨੂੰ ਛੱਡ ਕੇ ਤੇ ਤੁਸੀਂ ਦੂਸਰੀ ਚੀਜ਼ਾਂ ਨੂੰ ਬੁਨਿਆਦ ਬਣਾ ਰਹੇ ਹੋ ਖਾਮਖਾ। ਜਿਹੜੀ ਸਾਡੀ ਸ਼ੁਰੂ ਤੋਂ ਹੀ ਇਹੀ ਗੱਲ ਹੋਈ ਸੀ ਕਿ ਅਗਰ ਹਜ਼ਰਤ ਮਸੀਹ ਮੌਲਾ ਇਸਲਾਮ ਨੇ ਇਹ ਗੱਲ ਕੋਈ ਦੱਸੀ ਹੈ ਔਰ ਬੁਖਾਰੀ ਦਾ ਕੋਈ ਹਵਾਲਾ ਦਿੱਤਾ ਹੈ ਤੇ ਹੋ ਸਕਦਾ ਉਹ ਕੋਈ ਐਸਾ ਨੁਸਖਾ ਹੋ ਜਿਹੜਾ ਉਹਨਾਂ ਨੇ ਪੜ੍ਹਿਆ ਹੋਵੇ। ਉਹ ਮੁਖਤਲਿਫ ਨੁਸਖੇ ਨੇ ਉਹਦੇ। ਇਹੀ ਗੱਲ ਹਜ਼ਰਤ ਮਸੀਹ ਮੌਲਾ ਇਸਲਾਮ ਆਪਣੀ ਕਿਤਾਬਾਂ 'ਚ ਵੀ ਲਿਖੀ ਹੈ ਕਿ ਇਹ ਕਹਿ ਦੇਣਾ ਕਿ ਜੀ ਮੈਂ ਸਾਰੀਆਂ ਦੇ ਸਾਰੀਆਂ ਕਿਤਾਬਾਂ ਦੁਨੀਆ ਜਹਾਨ ਦੀਆਂ ਸ਼ੁਰੂ ਤੋਂ ਅੱਜ ਤੋਂ ਤਕਰੀਬਨ 1000 ਸਾਲ ਪਹਿਲੇ ਜਿਹੜੀਆਂ ਛਪਣੀਆਂ ਸ਼ੁਰੂ ਹੋਈਆਂ ਤੇ ਸਾਰੀਆਂ ਮੈਂ ਦੇਖ ਲਈਆਂ, ਉਹਦੇ 'ਚ ਮੌਜੂਦ ਨਹੀਂ ਹੈ। ਇੱਕ ਕੋਈ ਵੀ ਸ਼ਖਸ ਐਸਾ ਕੋਈ ਦਾਵਾ ਨਹੀਂ ਕਰ ਸਕਦਾ ਕਿ ਸਾਰੀਆਂ ਕਿਤਾਬਾਂ ਮੈਂ ਦੇਖ ਰਹੀਆਂ। ਕੋਈ ਵੀ ਨਹੀਂ ਐਸੇ ਨਾ, ਤੁਸੀਂ ਵੀ ਨਹੀਂ ਕਦੀ ਪੜ੍ਹੀਆਂ, ਤੁਸੀਂ ਸਾਰੀ ਬੁਖਾਰੀ ਵੀ ਨਹੀਂ ਪੜ੍ਹੀ ਹੋਣੀ।
ਲੇਕਿਨ ਝੂਠ ਬੋਲੋ ਭਾਵੇਂ ਬੇਸ਼ੱਕ ਤੁਸੀਂ ਕਹੋ ਜੀ ਹਾਂ ਜੀ ਮੈਂ ਪੜ੍ਹੀ ਹੋਈ ਹੈ, ਲੇਕਿਨ ਐਸੀ ਕੋਈ ਗੱਲ ਨਹੀਂ। ਕੋਈ ਵੀ ਸ਼ਖਸ ਐਸਾ ਨਹੀਂ ਹੈ ਜਿਹਦਾ ਮੁਕੰਮਲ ਇਹਦੇ ਦੇ ਉੱਤੇ ਐਸਾ ਹੋਵੇ, ਇਹ ਹਾਤਾ ਕਰਦਾ ਹੋਵੇ ਤਮਾਮ ਕਿਤਾਬਾਂ ਦਾ। ਸਾਡੀ ਸ਼ੁਰੂ ਤੋਂ ਹੀ ਇਹੀ ਗੱਲ ਹੋਈ ਸੀ ਕਿ ਅਗਰ ਕੋਈ ਐਸਾ ਨੁਸਖਾ ਹੈ ਜਿਹਦੇ 'ਚ ਕੋਈ ਐਸੀ ਗੱਲ ਲਿਖੀ ਹੋਈ ਸੀ ਤੇ ਹਜ਼ਰਤ ਮਸੀਹ ਮੌਲਾ ਇਸਲਾਮ ਨੇ ਅਗਰ ਉਹਦਾ ਜ਼ਿਕਰ ਕੀਤਾ ਹੈ ਤਾਂ ਜ਼ਰੂਰੀ ਨਹੀਂ ਕਿ ਇਸ ਵੇਲੇ ਵੀ ਸਾਡੇ ਕੋਲ ਮੌਜੂਦ ਹੋਵੇ। ਮੇਰੇ ਕੋਲ ਤਾਂ ਨੁਸਖੇ ਮੌਜੂਦ ਨਹੀਂ ਹੈ ਕਿ ਮੈਂ ਹਰ ਵੇਲੇ ਚੈੱਕ ਕਰਕੇ ਦੇਖਾਂ ਕਿ ਕੀ। ਤੇ ਜਦੋਂ ਬੁਨਿਆਦ ਹੀ ਇਹ ਵਾਲੀ ਹੈ ਤੇ ਫਿਰ ਮੇਰੇ ਤੇ ਮਜ਼ੀਦ ਮਤਲਬ ਲੰਮੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈ। ਗੱਲ ਖਤਮ ਹੋ ਗਈ ਨਾ ਇਹਦੇ ਤੇ। अस्सलाम वालेकुम। ਤਾਰਕ ਸਾਹਿਬ ਵਾਲੇਕੁਮ ਸਲਾਮ। ਤਾਰਕ ਸਾਹਿਬ ਖਤਮ ਹੋ ਗਈ ਤੁਹਾਡੀ ਗੱਲ? ਹਾਂਜੀ ਜੀ ਬਹੁਤ ਸ਼ੁਕਰੀਆ। ਵੇਖੋ ਤਾਰਕ ਚੌਹਾਨ ਸਾਹਿਬ, ਤੁਸੀਂ ਇਹ ਗੱਲ ਕੀਤੀ ਜਦੋਂ ਮੈਂ ਤੁਹਾਨੂੰ ਪੁੱਛਿਆ ਕਿ ਮਿਰਜ਼ਾ ਸਾਹਿਬ ਨੇ ਇਹ ਜਿਹੜੀ ਗੱਲ ਕੀਤੀ ਆ ਇਹ ਮਿਰਜ਼ਾ ਸਾਹਿਬ ਨੂੰ ਇਲਹਾਮ ਹੋਇਆ, ਤਾਂ ਤੁਸੀਂ ਕਿਹਾ ਹਾਂ ਮਿਰਜ਼ਾ ਸਾਹਿਬ ਨੂੰ ਖੁਦਾ ਨਹੀਂ ਦੱਸਿਆ। ਹਾਲਾਂਕਿ ਉਸ ਹਵਾਲੇ ਦੇ ਵਿੱਚ ਇਹ ਵੀ ਝੂਠ ਗੱਲ ਹੈ। ਨਹੀਂ ਲਿਖੀ ਹੋਈ, ਮਿਰਜ਼ਾ ਸਾਹਿਬ ਨੇ ਮੈਂ ਨਹੀਂ ਕੀਤੀ ਕਿਧਰੇ। ਸਪੈਸੀਫਿਕ ਕਿਹਾ ਹੀ ਨਹੀਂ ਹੈ ਕਿ ਇਹ ਇਲਹਾਮ ਹੋਇਆ ਹੈ, ਮੈਂ ਕਿਹਾ ਹੀ ਨਹੀਂ ਹੈ। ਮੈਂ ਕਿਹਾ ਕਿ ਬਹੁਤ ਸਾਰੇ ਅੱਲਾਹ ਭਾਈ ਮਿਰਜ਼ਾ ਮੈਂ ਸਾਹਿਬ ਨੂੰ ਪੁੱਛਿਆ ਸੀ ਇਲਹਾਮ ਤੁਹਾਡੇ ਹੋਇਆ ਕੋਲ ਤਾਰਕ ਚੌਹਾਨ ਸਾਹਿਬ, ਮੈਂ ਪੁੱਛਿਆ ਤੁਸੀਂ ਸੀ ਝੂਠ ਤੁਸੀਂ ਬੋਲਦੇ ਹੋ ਨਾ, ਮਿਰਜ਼ਾ ਸਾਹਿਬ ਹਾਂ ਕੀ ਖੁਦਾ ਫਾਇਦਾ ਕੋਲੋਂ ਇਲਮ ਪਾ ਮੇਰੇ ਕੇ ਤੇ ਦੱਸਦੇ ਝੂਠ ਨੇ। ਬਣ ਕੇ ਤੁਸੀਂ ਮੇਰੇ ਤੇ ਝੂਠ ਬਣ ਕੇ ਤੇ ਤੇ ਆਪਣੀ ਵਿੱਚ ਕਿਉਂ ਬੋਲਦੇ ਹੋ? ਆਪਣੇ ਡਿਵੈਲਪ ਕਰ ਦਿਓ ਚੀਜ਼। ਤੁਸੀਂ ਝੂਠ ਬੋਲਿਆ, ਯਾਨੀ ਤਾਰਕ ਬੁਨਿਆਦ ਚੌਹਾਨ ਸਾਹਿਬ ਆਪਣੇ ਚ ਦੱਸ ਝੂਠ ਦੇਣਾ ਬੰਦੇ ਹੋ ਬੋਲਿਆ ਤੂੰ। ਉਹਦੇ ਤੇ ਤੁਸੀਂ ਆਪਣੀ ਇੱਕ ਡਿਵੈਲਪ ਕਰ ਚੌਹਾਨ ਦਿਓ ਸਾਹਿਬ ਆਪਣੀ ਆਪਣੇ ਟਰਨ ਚ ਇਹੀ ਗੱਲ ਦੱਸ ਲੈਣਾ। ਹੁਣ ਮੇਰੀ ਗੱਲ ਚ ਤਾਂ ਨਾ ਬੋਲੋ। ਕੀ ਫਾਇਦਾ ਹੈ ਇਹ ਹਾਲੇ ਗੱਲਾਂ ਤਾਂ ਕਰਨ 10 ਦਾ? ਸੈਕਿੰਡ ਦੀ ਤੁਸੀਂ ਵਿੱਚ ਆਪਣਾ ਬੋਲ ਪਿਓ ਫਿਰ। ਹਾਂ ਤੂੰ ਮਿਹਰਬਾਨੀ ਕਰੋ, ਇਹ ਤਰੀਕਾ ਨਹੀਂ ਤੁਸੀਂ ਸ਼ੁਰੂ ਹੀ ਕਰ ਰਹੇ ਹੋ ਮੇਰੇ ਤੇ ਝੂਠ ਬੋਲ ਕੇ। ਫੇਰ ਕਰ ਲਓ ਗੱਲ, ਹਾਂਜੀ ਕਰ ਲਓ। ਨਹੀਂ, ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਤੁਸੀਂ ਗੱਲ ਸ਼ੁਰੂ ਕਰਦੇ ਹੋ ਮੇਰੇ ਤੇ ਝੂਠ ਪਹਿਲੇ ਬੰਨ੍ਹਦੇ ਹੋ, ਉਹਦੇ ਤੇ ਫਿਰ ਤੁਸੀਂ ਆਪਣੀ ਤਕਰੀਰ ਕਰਦੇ ਹੋ। ਜੋ ਜਿਹੜਾ ਝੂਠ ਮੈਂ ਬੋਲਿਆ ਹੈ ਮੇਰੇ ਤੇ ਤੁਸੀਂ ਮਤਲਬ ਇਲਜ਼ਾਮ ਲਗਾਉਂਦੇ ਹੋ ਕਿ ਮੈਂ ਉਹ ਗੱਲ ਕਹੀ ਹੈ, ਹਾਲਾਂਕਿ ਉਹ ਮੈਂ ਗੱਲ ਨਹੀਂ ਕਹੀ। ਮੈਂ ਨਹੀਂ ਕਿਹਾ ਕਿ ਮਿਰਜ਼ਾ ਸਾਹਿਬ ਨੇ ਇਹ ਵਾਲੀ ਗੱਲ ਇਲਹਾਮ ਦੇ ਜ਼ਰੀਏ ਕੀਤੀ ਹੈ। ਮੈਂ ਕਹਿ ਰਿਹਾ ਕਿ ਮਿਰਜ਼ਾ ਸਾਹਿਬ ਨੇ ਅੱਲਾਹ ਤਾਲਾ ਵੱਲੋਂ ਉਹਨਾਂ ਨੂੰ ਇਲਮ ਦਿੱਤਾ ਗਿਆ, ਉਹਨਾਂ ਦਾ ਜ਼ਾਤੀ ਇਲਮ ਕੋਈ ਨਹੀਂ ਸੀ। ਇਹ ਉਹ ਇੱਕ ਗੱਲ ਹੈ। ਦੂਸਰੀ ਮੈਂ ਤੁਹਾਨੂੰ ਦੱਸਿਆ ਸੀ ਕਿ ਕਈ ਚੀਜ਼ਾਂ ਅੱਲਾਹ ਤਾਲਾ ਨੇ ਇਲਹਾਮੀ ਤੌਰ ਪਰ ਉਹਨਾਂ ਨੂੰ ਦੱਸੀਆਂ। ਇਸ ਚੀਜ਼ ਤੇ ਗੱਲ ਹੀ ਨਹੀਂ ਸੀ ਕਰ ਰਹੇ, ਇਸ ਜਨਰਲ ਗੱਲ ਕਰ ਰਹੇ ਉਹਨਾਂ ਦੇ ਇਲਮ ਦੀ, ਉਹਨਾਂ ਦੇ ਮੁਕਾਮ ਦੀ। ਦੂਸਰੇ ਹੈ ਕਿ ਮਿਰਜ਼ਾ ਸਾਹਿਬ ਨੇ ਖੁਦ ਕਿਹਾ ਕਿ ਕਈ ਹਦੀਸਾਂ ਦੇ ਮਤਲਬ ਮੈਂ ਖੁਦ ਹਜ਼ਰਤ मोहम्मद सल्लल्लाहु अलैहि वसल्लम को पूछे ने। हज़रत ईसा अलैहिस्सलाम ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ ਔਰ ਦੂਸਰੇ ਲੋਕਾਂ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ। ਯਾਨੀ ਕੋਈ ਐਸਾ ਸ਼ਖਸ ਹੈ ਜਿਹਦੇ ਕੋਲ ਇਤਨਾ ਮੁਹਕਮ ਸੋਰਸ ਹੋਵੇ ਕਿ ਉਹ ਇਹਨਾਂ ਚੀਜ਼ਾਂ ਦਾ ਮਤਲਬ ਪਤਾ ਕਰ ਸਕਦੇ। ਬਾਕੀ ਸਾਰੇ ਲੋਕ ਜਿਹੜੇ ਨੇ ਉਹਨਾਂ ਦਾ ਤੇ ਅਟਕਲ ਪੱਚੂ ਇਲਮ ਹੈ ਨਾ, ਕਿਸੇ ਨੇ ਕੋਈ ਇੱਥੋਂ ਪੜ੍ਹ ਲਈ, ਕਿਸੇ ਨੇ ਉੱਥੋਂ ਪੜ੍ਹ ਲਈ। ਤੇ ਮਿਰਜ਼ਾ ਸਾਹਿਬ ਦਾ ਜਿਹੜਾ ਇਤਨਾ ਸੋਲਿਡ ਇਲਮ ਹੈ ਕਿ ਉਹ ਜਿਹੜੀ ਅਸਲ ਸੋਰਸ ਹੈ, ਜਿਹੜਾ ਮੰਬਾ ਇਲਮ ਦਾ ਉਹ ਹੈ, ਉਹਨਾਂ ਕੋਲ ਉਹ ਇਲਮ ਮਿਲਦਾ ਹੈ। ਔਰ ਇਸ ਗੱਲ ਦੇ ਮੁਤਲਕ ਤੁਸੀਂ ਇਸ ਦੇ ਉੱਤੇ ਫਿਰ ਸਪੈਸੀਫਿਕਲੀ ਲਗਾ ਦਿੰਦੇ ਹੋ ਕਿ ਮੈਂ ਕਹਿ ਰਿਹਾ ਕਿ ਜੀ ਇਹ ਵਾਲੀ ਗੱਲ ਮਿਰਜ਼ਾ ਸਾਹਿਬ ਨੂੰ ਇਲਹਾਮ ਨਾ ਮਿਲੀ। ਐਸੀ ਗੱਲ ਨਹੀਂ ਮੈਂ ਕਹੀ। ਮੈਂ ਸਿਰਫ ਇਹ ਕਹਿ ਰਿਹਾ ਕਿ ਇਹ ਸਪੈਸੀਫਿਕ ਗੱਲ ਜਿਹੜੀ ਹੈ ਉਹ ਮਿਰਜ਼ਾ ਸਾਹਿਬ ਨੇ ਜ਼ਰੂਰ ਕਿਸੇ ਐਸੀ ਕਿਤਾਬ ਨੁਸਖੇ 'ਚ ਪੜ੍ਹੀ ਹੋਏਗੀ ਜਿਹਦੇ ਮੁਤਲਕ ਉਹਨਾਂ ਨੇ ਜ਼ਿਕਰ ਕੀਤਾ। ਕਿਉਂਕਿ ਉਹ ਨੁਸਖਾ ਸਾਡੇ ਕੋਲ ਮੌਜੂਦ ਨਹੀਂ ਹੈ, ਇਸ ਲਈ ਉਹਦੇ ਤੇ ਡਿਸਕਸ ਕਰਨ ਦਾ ਕੋਈ ਫਾਇਦਾ ਹੀ ਨਹੀਂ ਸਾਨੂੰ, ਵਕਤ ਦਾ ਜ਼ਾਇਆ ਹੈ ਸਿਰਫ। ਜੀ ਜੀ ਤਾਰਕ ਚੌਹਾਨ ਸਾਹਿਬ ਕਹਿੰਦੇ ਨੇ ਮੈਂ ਇਹ ਨਹੀਂ ਕਿਹਾ ਕਿ ਮਿਰਜ਼ਾ ਸਾਹਿਬ ਨੂੰ ਇਹ ਇਲਹਾਮ ਹੋਇਆ, ਬਲਕਿ ਮੈਂ ਇਹ ਕਿਹਾ ਕਿ ਮਿर्जा साहब ने अल्लाह ताला की तरफों इलम हासिल करके इलम पाकर खुदा की तरफ से ये बयान। तो खुदा की तरफों जो इलम पाया जाता ਤੁਸੀਂ ਝੂਠ ਬੋਲ ਰਹੇ ਹੋ। ਮੈਂ ਕਦੋਂ ਕਿਹਾ ਇਹ ਸਪੈਸੀਫਿਕ ਗੱਲ ਉਹਨਾਂ ਨੇ ਅੱਲਾਹ ਤਾਲਾ ਕੋ ਇਲਮ ਪਿਆ ਕੇ, ਮੈਂ ਤਾਂ ਇਹ ਨਹੀਂ ਕਿਹਾ। ਮੈਂ ਕਹਿ ਰਿਹਾ ਖੁਦ ਕਿਹਾ ਵੇ ਤੁਹਾਡੀ ਰਿਕਾਰਡਿੰਗ ਮੌਜੂਦ ਹੈ। ਯਾਰ ਕਿਆ ਝੂਠ ਬੋਲ, ਰਿਕਾਰਡਿੰਗ ਸ਼ੁਰੂ ਕਰ ਦਾਂ। ਚਲੋ ਰਿਕਾਰਡਿੰਗ ਲਗਾ ਦਿਓ ਬਈ, ਮੇਰੀ ਰਿਕਾਰਡਿੰਗ ਲਗਾ ਦਿਓ। ਚਲੋ ਤਾਰਕ ਇਹ ਰਿਕਾਰਡਿੰਗ ਕਿਹੜੇ ਭਾਈ ਨੇ ਕੀਤੀ? ਥੱਲੇ ਚਲੋ ਜੀ ਕਰੋ ਜੀ ਰਿਕਾਰਡਿੰਗ, ਰਿਕਾਰਡਿੰਗ ਸ਼ੁਰੂ ਕਰੋ ਜੀ। ਹਾਂ ਹੁਣ ਮੇਰੀ ਰਿਕਾਰਡਿੰਗ ਲਗਾਓ ਤੇ ਸੁਣੋ। ਥੱਲੇ ਕਮੈਂਟ ਕਰੋ ਜਿਹੜਾ ਭਾਈ ਨੇ ਰਿਕਾਰਡਿੰਗ ਕੀਤੀ ਹੈ। ਹਾਂਜੀ ਕਰੋ ਜੀ ਰਿਕਾਰਡਿੰਗ ਕਰਕੇ ਦੱਸਿਓ। ਹਾਂਜੀ ਆ ਰਿਕਾਰਡਿੰਗ ਆ ਜਾਂਦੀ ਹੈ, ਹੁਣੇ ਆ ਜਾਂਦੀ, ਟੈਨਸ਼ਨ ਵਾਲੀ ਗੱਲ ਹੀ ਕੋਈ ਨਹੀਂ। ਥੱਲੇ ਮੈਨੂੰ ਕੋਈ ਟੈਨਸ਼ਨ ਨਹੀਂ ਹੈ, ਜੋ ਮੈਂ ਗੱਲ ਕਰ ਰਿਹਾ ਮੈਂ ਹੁਣ ਵੀ ਉਹੀ ਕਰ ਰਿਹਾ। ਤੁਸੀਂ ਮੇਰੇ ਤੇ ਝੂਠ ਬੰਨ੍ਹਦੇ ਹੋ, ਮੇਰੀ ਵੇਖ ਹਰ ਗੱਲ ਦੇ ਵਿੱਚ ਤੁਸੀਂ ਬੋਲ ਪੈਂਦੇ ਹੋ, ਫਿਰ ਮੈਨੂੰ ਜ਼ਬਰਦਸਤੀ ਤੁਸੀਂ ਸ਼ੁਰੂ ਹੀ ਝੂਠ ਤੋਂ ਕਰਦੇ ਹੋ, ਆਪਣੀ ਗੱਲ ਸ਼ੁਰੂ ਹੀ ਝੂਠ ਤੋਂ ਕਰਦੇ ਹੋ। ਮੈਂ ਕੀ ਕਰਾਂ? ਮੈਂ ਤੁਹਾਨੂੰ ਸਾਬਤ ਕਰ ਦੇਣਾ, ਮੈਂ ਸਾਬਤ ਕਰ ਦੇਣਾ, ਟੈਨਸ਼ਨ ਵਾਲੀ ਗੱਲ ਫਿਰ ਉਹੀ ਸਾਬਤ ਕਰ ਦੇਣਾ। ਮੈਂ ਤੁਹਾਡੀ ਸਾਬਤ ਝੂਠ ਨਾ ਸਾਬਤ ਕਰੋਗੇ ਤੇ ਕੀ ਸਾਬਤ ਹੋਏਗਾ? ਝੂਠ ਬੋਲ ਕੇ ਸਾਬਤ ਕਰੋਗੇ। ਚੌਹਾਨ ਸਾਹਿਬ ਤੁਹਾਡੀ ਰਿਕਾਰਡਿੰਗ ਚਲਾ ਦੇਾਂਗੇ, ਟੈਨਸ਼ਨ ਵਾਲੀ ਕਿਹੜੀ ਗੱਲ? ਮਿਹਰਬਾਨੀ ਕਰ ਯਾਰ ਭਾਈ, ਮੇਰੀ ਰਿਕਾਰਡਿੰਗ ਚਲਾ ਦਿਓ। ਗੱਲ ਤੇ ਚੌਹਾਨ ਸਾਹਿਬ ਕਰ ਲੈਣ ਦਿਓ। ਕੀ ਹੋ ਗਿਆ? ਗੱਲ ਕੀ ਕਰਨੀ ਹੈ? ਕੀ ਗੱਲ ਕਰਨੀ ਹੈ? 3 ਵਾਰੀ ਮੈਂ ਗੱਲ ਕਰਨ ਲੱਗਾ ਤੇ ਤੁਸੀਂ ਵਿੱਚ ਇੰਟਰਪਟ ਕਰ ਦਿੱਤਾ। ਝੂਠ ਹੀ ਬੋਲਣਾ ਨਾ, ਆਪਣਾ ਮਾਈਕ ਬੰਦ ਕਰ। ਪਹਿਲੇ ਵੀ ਝੂਠ ਬੋਲਿਆ, ਹੁਣ ਫੇਰ ਝੂਠ ਬੋਲੇਗਾ। ਚਲੋ ਇੱਕ ਵਾਰੀ ਹੋਰ ਕਰ ਲਓ ਜੀ, ਹੁਣ ਜਦੋਂ ਮੁੱਕ ਜਾ ਦੱਸ ਦੇਣ। ਨਹੀਂ ਇਹਦੇ ਤੇ ਸਾਨੂੰ ਕੋਈ ਡਿਸਕਸ ਕਰਨ ਦੀ ਜ਼ਰੂਰਤ ਹੀ ਨਹੀਂ ਹੈ, ਗੱਲ ਖਤਮ ਹੋ ਗਈ ਹੈ।
ਫਿਰ ਮੇਰੇ ਉੱਤੇ ਝੂਠ ਬਣ ਕੇ ਫਿਰ ਨਵੀਂ ਕੋਈ ਕਹਾਣੀ ਸੁਣਾ ਦਿੰਦੇ ਹੋ। ਮੇਰੇ ਕੋਲ ਕੀ ਜਵਾਬ ਦੇਣਾ ਜੇ ਝੂਠ ਆਪਣੇ ਹੀ ਬੋਲੀ ਜਾਣੇ ਆ ਤੇ ਫਿਰ ਬੋਲੀ ਜਾਓ ਫਿਰ ਬੈਕ। ਚਲੋ ਕਿਸੇ ਜਮਾਤ ਦੇ ਬੰਦੇ ਨੂੰ ਵੀ ਮੌਕਾ ਦੇਣ ਦਿਓ। ਉਹ थैंक यू वेरी मच। मुझे 25 ਜਮਾਤ सेकंड ਅਹਿਮਦੀਆ चाहिए, ਦਾ ਕੋਈ ਬੰਦਾ ਹੈ ਉਹਦਾ ਮੌਕਾ ਵੀ 25 ਲੈਣਾ। सेकंड चाहिए सिर्फ। ਲਓ जो ਜੀ मिर्जा साहब ने कहा मेरे पास रेफरेंस है, मिर्जा साहब की तमाम किताबों का रेफरेंस है। दूध का दूध, पानी का पानी। तो अपने घर में दूध का दूध पानी का पानी करते रहा करो। जब मैं घर आईना जाके दूध का दूध पानी का पानी करते रहो। जब तुम्हें मैं किसने आईना कहा है? दिखाता हूँ, वो तो जब अपने मैं आप का आईना देख लो ना, दिखाता अपनी हूँ, शक्ल देख ले आईने जब मैं आईना दिखाता हूँ दिल में हाँ, तुम्हारे अपनी पेट शक्ल में आईने में मरोड़ देखा पड़ करो जाता है। और अपनी शक्ल पे लाने आईना डाला करो दिखाता हूँ कि तुम्हारे क्या पेट शक्ल में है। मरोड़ पड़ जाता है। मसलन मिर्जा आ कहता जाता है, है। मैं कसम उठाकर कहता हूँ वही रसालत बंद है। ये कहता है मिर्जा कादियानी, हवाला चाहिए? बोलो आज ही बोली, हवाला चाहिए? आज ही बोला नहीं दे आप पुत्रा अगली गाल टोर पढ़िया लिखिया वाली बात करे संजीदगी से। ਉਹ ਪਾਗਲ ਹੀ ਇਕੱਠੇ ਆ अनपढ़ा ਜਾਂਦੇ दे ਸਾਰੇ। पुत्र अनपढ़ ही होंगे ना। बातचीत कर, तेरी आवाज दुनिया में जा रही है, इस अंदाज से बात कर सुनने वाला कहे क्या बात की यार, वाह वाह, चलिए मजा आ आपके गया। 20 अगर सेकंड नहीं हो गए ना। सीखा तो सीख लो किसी के जगह के बच्चे। मिर्जा कहता सुने, आप संजीदगी सुने मिर्जा क्या क्या कहता रहा है। हज़रत भाई जिब्राइल हमें तो पता है क्या कहता है, तुम्हें क्या नई तकलीफ नबूवत है? लाने से हमें तो मना पता है। कर दिया गया है। आप तो रोज करते हैं मिर्जा मिर्जा साहब को। यही रसालत का क़यामत तक अजाए तक किधर गया है साਡਾ ਸੌਲਤਕਾਰ ਕੁੱਤੀ ਦਾ ਪੁੱਤਰ। ਸੌਲਤਕਾਰ ਕਿਧਰ ਗਿਆ ਮਾਂ ਪਾਟ। दो पैसे दिखाते ਉਹਦਾ ਇਸਲਾਮ अपना ਨਿਕਲ ਗਿਆ ईमान ਇਸਲਾਮ बेचन ਉਹਦਾ। लगे, अपने खानदान का ईमान नमरूद खान मर जाए दी मां दी और सैनी ना जमन होवे नमरूद खान जो दली दे पुत्र यम है जवान कदम वाले कलमा गो ये दली हो के गंद को ले आए। 200 साल पहले कब्र अल्लाह ने क्या मैंने कामल कर दिया तुम्हारे लिए। या मैंने ओए तेरी माँ मार जाता, तेरी माँ भी तुझे कामल कर देता है तेरी हजरत माँ ईसा से ने भी क्या मर लेना जा आना है भाई। ताकि और तेरे खान खानदान ने तेरे जा ਖਾਨ पुत्र ਸਾਹਿਬ ਜੇ मजीद ना ਦੀਨ जमाना। ਕਾਮਲ ਹੈ ਤੇ ਹਜ਼ਰਤ ਈਸਾ ਨੇ ਕੀ ਲੈਣਾ ਆਣਾ ਹੈ। ਹੈ ਔਰ ਰਹਿਣ ਦਿਓ ਉੱਥੇ ਹੀ ਉਹਨਾਂ ਨੂੰ। ਚੋਦਿਆ ਪੁੱਤਰੋ ਤੁਸੀਂ ਕਾਬਲ ਹੀ ਸੀ। ਚਲੋ ਗਾਲਾਂ ਕੱਢ ਲੈ ਬੇਟੋ। ਤੁਸੀਂ ਬੰਦੇ ਇਸ ਕਾਬਲ ਹੋ, ਤੁਹਾਨੂੰ ਐਸਾ ਹੀ ਆਦਮੀ ਮਿਲਾ ਤੁਹਾਡੀ ਰਾਤ ਚੰਗੀ ਲਿਖੜਦੀ ਹੈ। ਨਮਰੂਦ ਖਾਨ ਨੂੰ ਵੇਖ ਕੇ ਲੱਗਦਾ ਹੈ ਕਾਬਲ ਹੋ ਗਿਆ। ਤੇਰੀ ਆਵਾਜ਼ ਹੀ ਨਾ ਕਰਨਾ ਚਾਹੀਦਾ ਤੁਸੀਂ ਲਿਆ ਪੁੱਤਰਾ। ਦੀਨ ਕਾਬਲ ਹੋ ਗਿਆ। तेरी माँ मारी गई। मजा आ गया। तो मुझे तो स्वाब मिल गया ना। वो कहता है नबूवत में कोई शरीक नहीं, दिल्ली बरोजी की कोई गुनाह किया। नबूवत खत्म हो गई, अभी किसी नबी ने नहीं आना। तेरी माँ भी मार गई है, अब तेरे भाई पैदा नहीं होंगे। तेरी दादी भी मार गई है, तेरी बाप के घर में औलाद नहीं होगी। ये अगर 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 ओ मैं केड़े पास दीन कामल हो गया है तो हजरत ईसा ने की लेना कामल हो गया, दीन कामल हो गया। नमरूद समझ नहीं आता। नमरूद खान दी गालां सुनो ते दीन मुकम्मल हो जाता है। हद हुई है। अल्लाह वाला लाओ जी। में नबूवत जिंदाबाद। यही तो दीन मुकम्मल होने का नतीजा है कि हुन नबी किसी ने नहीं आना। दीन कामिल हुआ है तो वो गालियां निकालना शुरू हो गया आगे से। माशाल्लाह ला जनाब है। After the colonel made his hot and spicy wings, he needed the perfect pairing. So he invented the एक और उर्दू का कलाम सिर्फ जी मैं उसकी फरमाइश भी आ गई है। मैं तो पंजतन का गुलाम हूँ। हाँ उसकी फरमाइश आ गई है, मैं पेश करता हूँ। और पंजाबी कलाम भी पेश करना है, मियाँ साहब का कलाम भी पेश करना है, हज़रत सुल्तान बाहू का कलाम भी पेश करना है, लेकिन बहुत इख्तिसार के साथ।
सोना शुद्ध पैदा जाना जगराज को ताज ओरे सर सो है तुझको शहे तो सारा जाना अनफियत शू बसखा हारे झिम रिम झिम तो बूंद इधर भी गिरा जाना अलबहर वाला पल मौजूद البحر والا پل موجود من بے کسو طوفان ہوش روبا من بے کسو طوفان ہوش روبا مجدار میں ہوں بگڑی ہے ہوا پوری نیا پار لگا جان الروح فدا فضل یک شولا دیگر بارے دریش کا یک شولا دیگر بارے دریش کا مورا تن من سب پھونک دیا جی مورا تن مورا تن من دھن سب پھونک دیا یہ جان بھی پیارے چلا جانا مورا تن من دھن سب پھونک دیا یہ جان بھی القلب شجون والحل شجون دلدار چنا جان زیر چنو دلدار چنا جان زیر چنو پت اپنی بھی پت میں کاسے کہوں میرا کون ہے تیرے سوا جانا ہاں جی فاضل اجل اعلیٰ حضرت بریلوی رحمت اللہ علیہ دی نعت ہے جیڑی انہوں نے فارسی عربی اور کھڑی بولی دے وچ لکھی ہے کئی زبانوں دا مکسچر ہے بہت ہی محبت دا کلام ہے آواز آ رہی ہے بالکل آ رہی ہے ہاں ہاں حسین صاحب او اپنا نمرود خان نو چکو تے او دی نا کان صاحب نال گفتگو کراؤ جی ٹھیک ہے جی یہ دوویں کوئی نے نہیں انہوں نے ضیاء بھائی دی بڑی اچھی گل بات ہو گل گئی یہ ہے کہ وہ تے فوراً 3 سیکنڈ دے وچ ہی گالاں تے اتر آوندے نے او انہاں تے نوں بالکل
ਬਿਲਕੁਲ ਤੇ ਆਪਣੇ ਫਿਰ ਆਪ ਤੋਂ। ਉਹ ਫਿਰ ਇਸ਼ਕੇ ਰਸੂਲ ਹੈ ਨਾ ਜੀ, ਉਹ ਤੇ ਫਿਰ ਸਿਰ ਤੇ ਚੜ ਕੇ ਬੋਲਦਾ ਹੈ। ਨਾ ਨਹੀਂ, ਉਹ ਐਵੇਂ ਬਦਨਾਮੀ ਕਰਾਉਂਦੇ ਨੇ, ਕੋਈ ਅੱਛੀ ਗੱਲ ਨਹੀਂ ਕਰਦੇ ਉਹ। ਇਹ ਤੇ ਨਬੀ ਕਰੀਮ ਇਹ ਤੇ ਨਬੀ ਨੇਕ ਕਰੀਮ ਨਾਮੀ ਕੌਣ ਕਰਦਾ ਪਿਆ? ਨੇਕ ਨਾਮੀ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨਾਲ ਆਪਣੇ ਆਪ ਨੂੰ ਮਨਸੂਬ ਕਰਨਾ ਹੋਵੇ ਤਾਂ ਫਿਰ ਜਿਗਰਾ ਵੱਡਾ ਚਾਹੀਦਾ ਹੈ, ਬਰਦਾਸ਼ਤ ਵੱਡੀ ਚਾਹੀਦੀ ਹੈ। ਫਿਰ ਐਵੇਂ ਗੱਲ ਤੇ ਭੜਕ ਉੱਠਣਾ ਔਰ ਉਹਨੂੰ ਆਪਣੀ ਸਦਾਕਤ ਦਾ ਜਾਂ ਆਪਣੀ ਜੁਰਤ ਦਾ ਨਿਸ਼ਾਨ ਬਣਾਉਣਾ ਜਾਲਤ ਹੈ। ਬਿਲਕੁਲ ਸਹੀ। ਜਾਲਤ ਉਜ਼ਮ ਹੈ। ਆਪਣੀ ਬੇਵਕੂਫੀ ਨਾਲ ਉਹ ਇਹ ਸਮਝਦੇ ਨੇ ਕਿ ਅਸੀਂ ਕੋਈ ਬੜੀ ਕਮਾਲ ਦੀ ਗੱਲ ਕਹਿ ਦਿੱਤੀ ਹੈ। ਖੋਤੇ ਨੇ, ਬਲਕਿ ਖੋਤੇ ਦੀ ਵੀ ਖੋਤੇ ਦੀ ਇਹਦੇ 'ਚ ਥੋੜੀ ਜਿਹੀ ਬੇਹਰਮਤੀ ਹੈ। ਨਹੀਂ ਠੀਕ ਗੱਲ, ਮੇਰੇ ਕੋਲੋਂ ਗਲਤ ਲਫ਼ਜ਼ ਨਿਕਲ ਗਿਆ, ਨਹੀਂ ਮੁਨਾਸਬ ਇਹ ਗੱਲ। ਕਿਉਂਕਿ ਖੋਤਾ ਜਿਹੜਾ ਉਹ ਵੀ ਰਸੂਲ ਅੱਲਾਹ ਦਾ ਇੱਕ ਖੋਤਾ ਸੀ, ਬੇਸ਼ੱਕ ਹਜ਼ਰਤ ਯਾਫੂਰ। ਇਸ ਕਰਕੇ ਖੋਤੇ ਵੀ ਬੜੇ ਬੜੇ ਅਕਲਮੰਦ ਹੋ ਸਕਦੇ ਨੇ। ਬੇਸ਼ੱਕ ਇਹਦੇ 'ਚ ਕੋਈ ਸ਼ੱਕ। ਉਹ ਆਪਣੇ ਕੰਮ ਦੇ ਉੱਤੇ, ਆਪਣੇ ਮਨਸਬ ਦੇ ਉੱਤੇ ਉਹਦੇ ਵਿੱਚ ਹੀ ਰਹਿੰਦੇ ਨੇ, ਉਹਦੇ ਵਿੱਚ ਕੋਈ ਜ਼ਿਆਦਤੀ ਔਰ ਕਮੀ ਨਹੀਂ ਕਰਦੇ, ਆਪਣੇ ਰਾਹ ਤੇ ਚੱਲਦੇ ਰਹਿੰਦੇ, ਸਿਰਾਤ ਮੁਸਤਕੀਮ। ਵਾਹ ਸੁਭਾਨ ਅੱਲਾਹ। ਸਾਨੂੰ ਆਪਣੇ ਲਫ਼ਜ਼ਾਂ ਦੇ ਉੱਤੇ ਕੰਟਰੋਲ ਕਰਨ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ। ਕੋਈ ਨਹੀਂ ਜੋ ਮੂੰਹ 'ਚ ਆਇਆ ਉਹਨੂੰ, ਮਤਲਬ ਪਿਸ਼ਾਬ ਕਰਨੇ 'ਚ ਔਰ ਮੂੰਹ 'ਚੋਂ ਲਫ਼ਜ਼ ਨਿਕਲਣ ਦੇ ਵਿੱਚ ਕਾਫੀ ਫਰਕ ਹੁੰਦਾ ਹੈ। ਪਿਸ਼ਾਬ ਤਾਂ ਤੇਜ਼ੀ ਨਾਲ ਨਿਕਲ ਜਾਣਾ ਚਾਹੀਦਾ ਹੈ, ਠੀਕ ਹੈ ਗੱਲ। ਉਹਦਾ ਨਾ ਨਿਕਲਣਾ ਬਹੁਤ ਸਾਰੀ ਤਕਲੀਫਾਂ ਪੈਦਾ ਕਰਦਾ ਹੈ, ਲੇਕਿਨ ਅਲਫਾਜ਼ ਦਾ ਰੋਕਣਾ ਕੋਈ ਤਕਲੀਫ ਨਹੀਂ ਪੈਦਾ ਕਰਦਾ, ਬਲਕਿ ਉਹ ਮੁਸੀਬਤਾਂ ਤੋਂ ਬਚਾਉਂਦਾ ਹੈ। ਕਿ ਕੋਈ ਐਸਾ ਲਫ਼ਜ਼ ਨਿਕਲ ਜਾਏ ਜਿਹੜਾ ਤੁਹਾਡੇ ਆਪਣੇ ਵਾਸਤੇ ਅੱਛਾ ਨਾ ਹੋਵੇ, ਤੇ ਇਹ ਦੁਆ ਕਰਨੀ ਵੀ ਯਾ ਅੱਲਾ ਸਾਡੇ ਕੋਲੋਂ ਕੋਈ ਜਾਲਤ ਸਰਦਤ ਨਾ ਹੋਵੇ ਔਰ ਅਸੀਂ ਕਿਸੇ ਜਾਹਿਲ ਨੂੰ ਨਾ ਟਕਰਾ ਜਾਈਏ, ਕਿਸੇ ਜਾਹਿਲ ਦੇ ਨਾਲ ਸਾਡਾ ਵਾਸਤਾ ਨਾ ਪਵੇ। ਦੋਏ ਸੂਰਤਾਂ ਬੜੀਆਂ तकलीफ देह हैं। इसीलिए जमात अहमदिया जो जोर देती है सोबत सालेहीन के ऊपर कि सालेहीन की सोहबत में बैठो। हाँ, साडे जड़े है ने ना दाई लल्ला खसूसी अब्दुल रऊफ साहब वो तशरीफ ले आए ने, मैं उन्होंने खिदमत चर्च करांगा। वो तशरीफ लियावन और जमात दे अच्छे अच्छे अकवाल और अच्छियां गल्लां जड़ियां ने वो सानू दसन और तबलीग करन जमात दी। अब्दुल रऊफ साहब तबलीग दा मैदान खुला है, तुसी तशरीफ लियाओ ते आके जिथों मर्जी पढ़ के सुनाओ ते जो मर्जी गल बयान करो, कोई रुकावट नहीं तुहाडे राह च। निहायत अदब नाल तुहाडी खिदमत च अर्ज है। हाँ जी थले जी आ गए ਚੱਕ ਲੋ ਉਹਨਾਂ ਨੂੰ, ਫਿਰ ਆਪਣਾ ਉਹ ਸ਼ਰਮ ਲਿਆਓ ਤੇ ਤਾਂ ਕਿ ਉਹ ਤੇ ਮੈਂ ਇਲਮ ਦਾ ਉਹਨਾਂ ਨੂੰ ਕਲਿੱਕ ਕਰ ਦਿੱਤਾ ਹੈ ਤੇ ਨਾਲੇ ਉਹਨਾਂ ਦੀ ਖਿਦਮਤ ਵਿੱਚ ਅਰਜ਼ ਵੀ ਕਰ ਦਿੱਤਾ ਹੈ ਕਿ ਤਸ਼ਰੀਫ ਲਿਆਵਣ ਤੇ ਆ ਕੇ ਕਲਾਮ ਫਰਮਾਣ ਤੇ ਅਸੀਂ ਸੁਣਾਂਗੇ ਗੌਰ ਨਾਲ ਉਹਨਾਂ ਦੀਆਂ ਗੱਲਾਂ। ਔਰ ਅਗਰ ਹੋਰ ਕੋਈ ਆਦਮੀ ਵੀ ਕਿਸੇ ਦੂਸਰੇ ਫਿਰਕੇ ਦਾ ਵੀ ਆ ਕੇ ਕੋਈ ਅੱਛੀਆਂ ਗੱਲਾਂ ਸੁਣਾਉਣਾ ਚਾਹੇ, ਅੱਛੀਆਂ ਗੱਲਾਂ ਕਹਿਣਾ ਚਾਹੇ, ਤੇ ਉਹ ਵੀ ਅਸੀਂ ਸੁਣੇ। ਨਹੀਂ ਹੈ ਕੋਈ ਮਤਲਬ ਉਹ ਅਹਿਮਦੀਆਂ ਨੂੰ ਇਸ ਵਾਸਤੇ ਕਿਹਾ ਕਿ ਉਹ ਸਮਝਦੇ ਨੇ ਕਿ ਗੋਇਆ ਸਾਡੇ ਵਾਸਤੇ ਕੋਈ ਕਮੀ ਬੇਸ਼ੀ ਹੈ। ਉਹ ਸੁਬਾਹ ਇੱਕ ਦੋਸਤ ਕਹਿ ਰਹੇ ਕਿ ਜਨਾਬ ਕਿਤਾਬਾਂ ਸਾਡੀਆਂ ਬੈਨ ਹੋ ਗਈਆਂ ਨੇ ਪਾਕਿਸਤਾਨ ਵਿੱਚ, ਤੇ ਫਿਰ ਇਹ ਜ਼ਿਕਰ ਆਇਆ ਕਿ ਇੱਥੇ ਟਿਕਟਾਕ ਤੇ ਖੂਬ ਪੜ੍ਹੀਆਂ ਜਾਂਦੀਆਂ ਨੇ ਔਰ ਅਹਿਮਦੀ ਕਤਰਾਂਦੇ ਨੇ ਵੀ ਮਿਰਜ਼ਾ ਸਾਹਿਬ ਦੀ ਕਿਤਾਬ ਨਾ ਪੜ੍ਹੀ ਜਾਏ। ਤੇ ਉਹ ਕਹਿਣ ਲੱਗੇ ਜੀ ਪੜ੍ਹੀਆਂ ਤੇ ਜਾਂਦੀਆਂ ਨੇ, ਲੇਕਿਨ ਉਹ ਫਿਰ ਸਿਆਕੋ ਸਬਾਕ ਉਹਦਾ ਅੱਗੇ ਪਿੱਛੇ ਵੀ ਪੜ੍ਹਨਾ ਚਾਹੀਦਾ। ਤੇ ਤੁਹਾਨੂੰ ਤੇ ਯਾਦ ਹੋਏਗਾ ਜਦੋਂ ਵੀ ਮੈਨੂੰ ਕੋਈ ਤੁਸੀਂ ਹੁਕਮ ਦਿੰਦੇ ਹੋ ਨਹੀਂ ਤੁਸੀਂ ਪੜ੍ਹਦੇ ਹੋ, ਮੈਂ ਉਹਨੂੰ ਪਿੱਛੋਂ ਮਿਲਾ ਕੇ ਨਾ ਵੀ ਕਿਹਾ ਹੋਵੇ ਤਾਂ ਵੀ ਮਜ਼ਮੂਨ ਜਿੱਥੋਂ ਸ਼ੁਰੂ ਹੋ ਰਿਹਾ ਮੈਂ ਉੱਥੋਂ ਮਿਲਾ ਲੈਣਾ ਔਰ ਉੱਥੇ ਤੱਕ ਜਿੱਥੇ ਤੱਕ ਮਜ਼ਮੂਨ ਜਾਰੀ ਰਹਿੰਦਾ ਉੱਥੇ ਤੱਕ ਪੜ੍ਹਨਾ। ਔਰ ਜ਼ਰੂਰੀ ਨਹੀਂ ਹੁੰਦਾ ਕਿ ਦੋ ਸਫ਼ੇ ਹੀ ਪੜ੍ਹਨ ਨਾਲ ਮਜ਼ਮੂਨ ਮੁਕੰਮਲ ਹੋਣ। ਮੈਂ ਦੱਸਿਆ ਕਿ ਤੁਸੀਂ ਅਗਰ ਰੱਬਾ ਦੇ ਜਲਸਾ ਸਾਲਾਨਾ ਦਾ ਤੁਹਾਨੂੰ ਤਜਰਬਾ ਹੋਵੇ ਤੇ ਉੱਥੇ ਬਾਹਰ ਰੋਡ ਦੀ ਤਰਫ ਜਿਹੜੇ ਮਕਾਨਾਤ ਨੇ ਜਾਂ ਅੰਦਰ ਵੀ ਉਹਨਾਂ ਦੀਆਂ ਦੀਵਾਰਾਂ ਦੇ ਉੱਤੇ ਕੁਝ ਜੁਮਲੇ ਲਿਖੇ ਹੁੰਦੇ ਮਿਰਜ਼ਾ ਸਾਹਿਬ ਦੇ ਕਲਾਮ ਵਿੱਚੋਂ। ਮਸਲਨ ਇਹ ਲਿਖਿਆ ਹੁੰਦਾ ਆ ਕਿ जो लोग कुरान को इज्जत देंगे वो आसमान पर इज्जत पाएंगे। हाँ ते बस मौला बस, हाँ बस मौला बस। वो तो खैर ਉਹਦਾ मकसद थोड़ा जिहा इलाम है, लेकिन बात दूसरी गल्लां जो अपनी बीवी के साथ नरमी का सलूक नहीं करता वो मेरी जमात में से नहीं। जो अपने हमसाए को अदना अदना खुल्क से आजत से मारूम रखता है वो मेरी जमात में से नहीं। तो ये जुमले जड़े ने छोटे छोटे जुमले भी अपने अंदर एक मजमून नूं समो रखते
اتنا کہ جملہ پڑھن نال میسج چلا جاتا ہے. تو اس طرح ہی یہ دعویٰ کرنا ہر وقت کہ نہیں جناب جو رہا تسی ایک فکرہ بولیا ہے یہ 2 صفحے پڑھو گے تو سمجھ کوئی 2 صفحے پڑھنے کی ضرورت نہیں ہے. جتنی گل کہی ہے کہ جو بد رفیق کی صحبت کو نہیں چھوڑتا وہ میری جماعت میں سے نہیں ہے، بس اتنا ہی کافی ہے. اس کی برائی ہے؟ یا گالیاں سن کے دعا دو، پاک دکھ آرام دو. کبر کی حالت جو دیکھو تم دکھاؤ انکسار. اور پھر وہ کہنے نے کہ ایسی باتوں پہ تو کبھی نہیں کوئی کہتا کہ سیاق و سباق سے تم ہٹ کے بات کر رہے ہو، یہ کبھی نہیں ہوتا. اور یہ بھی آپ کی بات غلط ہے کہ جماعت احمدیہ کے لوگ اس بات سے کتراتے ہیں کہ مسیح موعود کی کتابیں نہ پڑھی جائیں. بالکل ایسی بات نہیں ہے. میں تو ابھی تھوڑی دیر پہلے جو تجربہ ہوا ہے وہ بیان کر رہا ہوں نا. کون تھا؟ کس نے کہا تھا کہ نہیں پڑھنی؟ ابھی تھوڑی دیر پہلے یہ ذکر ہوا ہے، باپا جانی صاحب تشریف لائے تھے اور کشمیری صاحب بھی تھے، تو وہ کہنے لگے کہ جماعت کی کتابوں پر پابندی ہے پاکستان میں. تو کشمیری صاحب کہنے لگے کہ یہاں تو کوئی پابندی نہیں، یہاں تو سارا دن کتابیں پڑھی جاتی ہیں. تو وہ کہنے لگے کہ یہاں پڑھی جاتی ہیں لیکن وہ صحیح نہیں پڑھی جاتی ہیں، حوالے آگے پیچھے کیے جاتے ہیں. تو میں نے ان کو کہا تھا کہ ایسا نہیں ہے. میں کئی دفعہ مجھے کہتے ہیں پڑھو تو میں اس کو جہاں سے کہتے ہیں پیچھے سے پڑھو، آگے سے پڑھو، 2 صفحے پڑھو، تو سارے پڑھنے کے لیے تیار ہیں. ابھی زیار رسول صاحب آئے تھے، انہوں نے ایک حوالہ پڑھا لگایا، تو انہوں نے کہا کہ مجھے جہاں سے آپ کہیں گے آگے پیچھے وہ میں سارا پڑھ دوں گا، کوئی ایسی بات نہیں کہ میں تھوڑا حصہ پڑھوں اور باقی کو چھپا جاؤں. تو یہ ایک ہے اعتراض کے رنگ میں، لیکن ایسی بات ہے نہیں. جب بھی کوئی کہتا ہے تو سارے پڑھا جا سکتا ہے، کتابیں موجود ہیں اور ان میں کوئی خیانت نہیں ہے، وہ ویسے ہی پڑھا جاتا ہے. جی جی مزیداری کی بات ہے. جی مزیداری کتابیں موجود ہیں. جی جی ان میں کوئی خیانت نہیں ہے. ضیاء بھائی آپ کی آواز ڈبل ہو رہی ہے، ذرا مائک آف کر کے. مزیداری کی بات ہے کہ ساری کتاب ہوگی، اس میں سے ایک لائن صرف نکالیں گے کہ جو قابل اعتراض ہوگی، جو ان کے مطابق اس پہ اعتراض ہوگا. باقی ساری کتاب جو ہوگی اس کو چھوڑ دیں گے. وہ جیسے ایک حضرت مسیح موعود کی اتنی لمبی وہ ایک نظم نہیں ہے، وہ کرم خاکی ہوں میرے پیارے نہ آدم زاد ہوں. وہ کتنی لمبی نظم ہے، خدا تعالیٰ کے نیچے کے سامنے عاجزی اور انکساری بیان کیا ہے. خدا کار سازو ہے وہ سب کو چھوڑ کے یہ ایک جو ہے نا کپلٹ، نہیں، یہ جو کپلٹ ہے کرم خاکی ہوں میرے پیارے نہ آدم زاد ہوں بشر کی جائے نفرت اور انسانوں کی یار، یہ اس میں کوئی اعتراض والی بات تو نہیں ہے. بالکل ٹھیک ہے. نہیں وہ تو آپ کو تو مجھے پتہ نا، لیکن جو جاہل مخالفین ہیں جو اپنی مرضی سے اس کی ٹرانسلیشن جو گند ہے ان کے دماغ میں، کوئی ایسی بات نہیں. بعض اعتراض اپنی ذات میں کوئی حقیقت نہیں رکھتے، لیکن بعض اعتراض ایسے ہیں جن کا جواب مطلوب ہوتا بھی ہے. دونوں باتیں ہیں، یہ نہیں کہہ سکتے کہ سارے اعتراضوں کے جواب دیے گئے ہیں. مثلا یہ بات ہے کہ کیا مرزا صاحب نبی ہیں یا نہیں ہیں. جس طرح مسیحیوں سے پوچھا جاتا ہے کہ کیا عیسیٰ علیہ السلام کا باپ ہے یا نہیں ہے، وہ اس کا جواب دینے میں کچھ تھکاوٹ محسوس کرتے ہیں، ناراضگی اور شرمندگی محسوس کرتے ہیں، اور بعض دفعہ وہ بہت شدید ناراض ہو کے گالیاں بھی دیتے ہیں، حالانکہ ان کے عقیدے کی بنیاد ٹرینٹی پر ہے، اور ٹرینٹی میں باپ بہت اہمیت رکھتا ہے. باپ بیٹا روح القدس، یہی ہے نا. باپ کے بغیر ٹرینٹی ہو سکتی ہے؟ نہیں. تو جب باپ بیٹا روح القدس ہے تو جب پوچھیں کہ ان کا باپ ہے یا نہیں ہے تو اس کا جواب دینے کے لیے وہ 2 صفحے پڑھنا شروع کر دیں، آدھے گھنٹے کی تقریر شروع کر دیں، سیدھا کہیں کہ باپ ہے یا نہیں. حسین صاحب چلو اگے تو میں اور مثال دینا ہوں، انہوں نے میرے تے بھی لا دیتی ہے. وہ کہنے تینوں اپنے ابے کا کیوں پتہ لگا؟ یہ بھی بات اگلے دن ہوئی تھی. اس سے پوچھا کہ بھائی آپ کے باپ ان کا ہیں، تو وہ کہنے لگے تمہیں کیسے پتہ چلا. اب یہ کوئی بات ہے کرنے والی، ہر آدمی کو اپنے باپ کا پتہ ہوتا ہے، باپ کو بھی اپنے بچے کا پتہ ہوتا ہے. کوئی لوگوں
कोई ये नहीं कहता कि ये मेरा बेटा नहीं है, ये बेटा कहता है मेरा बाप नहीं। बड़ी अच्छे तरीके से, बड़ी खुशी से, सबको पता है बच्चा बाप के पीछे पीछे भाग रहा होता है। जी ਉਹ ਸੈਣੀ ਸਾਹਿਬ ਇਹ ਦੋ ਬੰਦਿਆਂ ਦੀ ਸਾਰੇ ਦੀ ਕੀਤੀ, ਇੱਕ ਤਾਰਕ ਜਵੇਦ ਸਾਹਿਬ ਨੇ ਤੇ ਇੱਕ ਮੈਂ। हाँ जी, ਤੇ ਜਵਾਬ ਤੁਹਾਨੂੰ ਇੰਜ ਦੇ ਲੱਭੇ ਨੇ हाँ हाँ हाँ। ਕਿ ਬਸ ਸਮਝ ਲਓ ਕਿ ਅੱਗੋਂ ਮੂੰਹ ਹੀ ਬੰਦ ਹੁੰਦਾ ਹੈ। बिल्कुल। ਨਹੀਂ ਸਰ ਸੈਣੀ ਸਾਹਿਬ ਇੱਕ ਹੋਰ ਸਵਾਲ ਹੈ ਮੇਰੇ ਜ਼ਿਹਨ ਵਿੱਚ, ਤੁਸੀਂ ਉਹਦੇ ਤੇ ਅਗਰ ਰੋਸ਼ਨੀ ਪਾ ਦਿਓ। जी जी। ਇਹ ਜਿਹੜਾ ਕਿਹਾ ਜਾਂਦਾ ਹੈ ਕਿ ਸੈਯਦਨਾ ਈਸਾ ਨੂੰ ਕਿਹਾ ਕਿ ਤੇਰੇ ਮੰਨਣ ਵਾਲਿਆਂ ਨੂੰ ਕਿਆਮਤ ਤੱਕ ਜਿਹੜਾ ਹੈ ਉਹ ਮੈਂ ਗਲਬਾ ਦਿਆਂਗਾ। वजाइलुल्लज़ीन तबऊका ਜੀ फौकल लज़ीन कफरू इला यौमिल क़ियामा। जी ਜੀ ਇਹ ਤੇਰੇ ਮੰਨਣ ਵਾਲੇ ਜਿਹੜੇ ਨੇ ਉਹਨਾਂ ਨੂੰ, या ਤੇ ਹੁਸੈਨੀ ਸਾਹਿਬ ਇਹ ਮੰਨਣ ਵਾਲੇ ਕਿਹੜੇ ਨੇ? ਮੁਸਲਮਾਨ ਨੇ, ਨਸਾਰਾ ਨੇ? ਕਿਉਂਕਿ ਜੇ ਅਗਰ ਆਇਤਾਂ ਪੜ੍ਹੀਏ ਤੇ ਅੱਲਾਹ ਤਾਲਾ ਕੁਰਾਨ ਪਾਕ 'ਚ ਫਰਮਾਉਂਦਾ ਹੈ ਲਾਕਦ ਕਫਰੁੱਲਜ਼ੀਨ ਸਲਾ, ਮਤਲਬ ਜਿਹੜੇ ਕਹਿੰਦੇ ਨੇ ਕਿ ਤਿੰਨ ਨੇ ਟ੍ਰਿਨਿਟੀ ਦੇ ਜੇ ਕਾਇਲ ਨੇ ਉਹਨਾਂ ਕੁਫਰ ਕੀਤਾ ਹੈ। ਫਿਰ ਅੱਗੋਂ ਅੱਲਾਹ ਤਾਲਾ ਫੇਰ ਕਹਿੰਦੇ ਨੇ ਲਾਕਦ ਕਫਰੁੱਲਜ਼ੀਨ ਈਸਾ ਇਬਨ ਮਰਯਮ ਇਬਨੁल्लाह, ਜੇ ਈਸਾ ਇਬਨ ਮਰਯਮ ਜਿਹੜਾ ਅੱਲਾਹ ਦਾ ਬੇਟਾ ਹੈ, ਤੇ ਉਹਨਾਂ ਨੂੰ ਵੀ ਅੱਲਾਹ ਤਾਲਾ ਨੇ ਕੁਫਰ ਕਿਹਾ ਹੈ। ਤੇ ਮੰਨਣ ਵਾਲੇ ਤੇ ਫਿਰ ਉਹ ਇੱਕ ਆਇਤ ਵੀ ਲੱਭਦੀ ਹੈ ਮਨਸ਼ਾ ਕਿ ਅਲ ਮਾਇਦਾ ਵਿੱਚ ਜਾਂ ਅਲ ਇਮਰਾਨੀ ਚ ਕਿ ਸੈਯਦਨਾ ਈਸਾ ਦੇ ਮੰਨਣ ਵਾਲੇ ਜਿਹੜੇ ਨੇ ਉਹ ਜਿਸ ਟਾਈਮ ਕਿਹਾ ਉਹਨਾਂ ਨੂੰ ਕਿ ਮੇਰੀ ਮਦਦ, ਉਹਨਾਂ ਨੇ ਕਿਹਾ ਨਾਹਨੁ ਅਨਸਾਰੁੱਲਾਹ ਵਾ ਨਾਹਨੁ ਮੁਸਲਿਮੂਨ, ਅਸੀਂ ਤੇ ਉਹ ਤੇ ਮੁਸਲਮਾਨ ਨੇ। ਤੇ ਫਿਰ ਇਹ ਜਿਹੜਾ ਕਹਿਣਾ ਕਿ ਜਿਹੜੇ ਕਿਆਮਤ ਤੱਕ ਜਿਹੜੀ ਇਹ ਨਸਾਰਾ ਨੂੰ ਫੋਕੀਅਤ ਇਹ ਕਿਸ ਜ਼ੁਮਰੇ ਵਿੱਚ, ਇਹ ਥੋੜਾ ਜਿਹਾ ਐਕਸਪਲੇਨ ਕਰ ਦਿਓ। मेरा ख्याल है सादा तौर ते वैसे तो मनण वालियां च मुसलमान भी शामिल ने और ਜੀ हर वो आदमी जड़ा ਉਹਨਾਂ ਨੂੰ ਨਬੀ ਅੱਲਾ ਕਹਿੰਦਾ ਉਹ ਸ਼ਾਮਲ ਹੈ। ਇਹ ਠੀਕ ਹੈ ਗੱਲ, ਲੇਕਿਨ ਸਾਦਾ ਤੌਰ ਤੇ ਨਾ ਮੰਨਣ ਵਾਲਿਆਂ ਤੋਂ ਮੁਰਾਦ ਯਹੂਦ ਨੇ ਜਿਨ੍ਹਾਂ ਨੇ ਉਹਨਾਂ ਦੀ ਹਯਾਤ ਮੁਬਾਰਕਾ ਦੇ ਵਿੱਚ ਉਹਨਾਂ ਨੂੰ ਤਕਲੀਫਾਂ ਪਹੁੰਚਾਈਆਂ ਔਰ ਉਹਨਾਂ ਨੂੰ ਦੁੱਖ ਦੇਣ ਦੀ ਹਰ ਕੋਸ਼ਿਸ਼ ਕੀਤੀ, ਨਾਕਾਮ ਕਰਨ ਦੀ ਵੀ, ਦੁੱਖ ਦੇਣ ਦੀ ਵੀ। ਬਿਲਕੁਲ ਉਹਦੇ ਮੁਕਾਬਲੇ 'ਚ ਉਹ ਹਵਾਰੀਨ ਨੇ ਜਿਹੜੇ ਕਹਿੰਦੇ ਨੇ ਨਾਹਨੁ ਅਨਸਾਰੁੱਲਾਹ। ਜੀ ਉਹ ਨਾਹਨੁ ਅਨਸਾਰੁੱਲਾਹ ਉਹੀ ਨੇ ਈਸਾਈ। ਅਗਰ ਇਹ ਦੋ ਤਬਕਿਆਂ ਨੂੰ ਲਿਆ ਜਾਏ ਤੇ ਇਹ ਪੇਸ਼ਗੋਈ ਹੁਣ ਪੂਰੀ ਹੋ ਚੁੱਕੀ ਹੈ। ਇਸ ਵਕਤ ਉਹ ਨਾ ਮੰਨਣ ਵਾਲੇ ਜਿਹੜੇ ਨੇ ਉਹ ਮੰਨਣ ਵਾਲਿਆਂ ਦੇ ਰਹਿਮੋ ਕਰਮ ਤੇ ਰਹਿ ਰਹੇ ਨੇ। ਠੀਕ ਮੰਨਣ ਵਾਲਿਆਂ ਨੇ ਉਹਨਾਂ ਨੂੰ ਜਗ੍ਹਾ ਦਿੱਤੀ, ਅਲਾਟ ਕੀਤੀ ਹੈ ਵੀ ਤੁਸੀਂ ਇੱਥੇ ਰਹਿ ਸਕਦੇ ਹੋ, ਜੀ ਜੀ ਔਰ ਉਹਨਾਂ ਨੂੰ ਇਮਦਾਦ ਵੀ ਦਿੰਦੇ ਨੇ ਕਿ ਤੁਸੀਂ ਇਹਦੇ ਤੇ ਗੁਜ਼ਰ ਬਸਰ ਕਰੋ, ਬਿਲਕੁਲ ਔਰ ਉਹਨਾਂ ਨੂੰ ਮੁਲਾਜ਼ਮਤ ਵੀ ਦਿੱਤੀ ਹੈ ਵੀ ਸਾਡੇ ਵਾਸਤੇ ਕੰਮ ਕਰੋ। ਠੀਕ ਹੈ। ਐਸੀ ਸ਼ਾਨ ਦੇ ਨਾਲ ਇਹ ਪੇਸ਼ਗੋਈ ਪੂਰੀ ਹੋਈ ਹੈ ਕਿ ਜਿਹਦਾ ਕੋਈ ਸ਼ੁਮਾਰ ਨਹੀਂ। ਵਜਾਇਲੁੱਲਜ਼ੀਨ ਤਬਊਕਾ, ਤੇਰੀ ਇਤਬਾ ਕਰਨ ਵਾਲਿਆਂ ਨੂੰ, ਉਹ ਠੀਕ ਹੈ ਇਤਬਾ ਕਰਨ ਵਾਲੇ ਜਿਹੜੇ ਨੇ ਓਵਰ ਦਾ ਟਾਈਮ ਉਹਨਾਂ ਦੇ ਵਿੱਚ ਤਬਦੀਲੀਆਂ ਆ ਜਾਂਦੀਆਂ ਨੇ, ਉਂਝ ਨਹੀਂ ਮੰਨਦੇ। ਜਿਸ ਤਰ੍ਹਾਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਵੀ ਮੰਨਣ ਵਾਲੇ ਐਸੇ ਤਰੀਕੇ ਨਾਲ ਮੰਨਦੇ ਨੇ ਕਿ ਉਹਦੇ ਸ਼ਿਰਕ ਵੀ ਆ ਜਾਂਦਾ ਹੈ, ਤੇ ਇਹ ਸਾਰੀਆਂ ਗੱਲਾਂ ਹੈ ਨੇ ਨਾ ਵਿੱਚ ਹੀ। ਜੀ ਜੀ ਲੇਕਿਨ ਮਜਮੂਈ ਤੌਰ ਤੇ ਹਰ ਉਹ ਜਿਹੜਾ ਮੰਨਣ ਵਾਲਾ ਉਹਨੂੰ ਅਸੀਂ ਮੰਨਣ ਵਾਲਾ ਹੀ ਸ਼ੁਮਾਰ ਕਰਨੇ ਆ। ਸਾਨੂੰ ਕੋਈ ਹੱਕ ਨਹੀਂ ਪਹੁੰਚਦਾ ਕਿ ਅਸੀਂ ਕਿਸੇ ਛੋਟੀ ਮੋਟੀ ਗਲਤੀ ਦੇ ਉੱਤੇ ਕਹੀਏ ਕਿ ਤੂੰ ਨਹੀਂ ਮੰਨਣ ਵਾਲਾ। ਜਿਹੜਾ ਨਹੀਂ ਮੰਨਣ ਵਾਲਾ ਸਾਹਿਬ ਛੋਟੀ ਮੋਟੀ ਗਲਤੀ ਤੇ ਜਾਂ ਅਸੀਂ ਤੇ ਹੋ ਸਕਦਾ ਅਸੀਂ ਤੇ ਆਖੀਏ ਬਈ ਨਹੀਂ, ਲੇਕਿਨ ਜਦੋਂ ਅੱਲਾਹ ਤਾਲਾ ਕੁਰਾਨ ਪਾਕ ਵਿੱਚ ਕਹਿ ਰਿਹਾ ਹੈ ਕਿ ਇਹ ਜਿਹੜੇ ਨੇ ਕੁਫਰ ਕਰ ਰਹੇ ਨੇ, ਇਹ ਕਾਫਰ ਨੇ ਜਿਹੜੇ ਕਹਿ ਰਹੇ ਨੇ ਕਿ ਇਹ ਤਰੇ ਨੇ, ਈਸਾ ਇਬਨ ਮਰਯਮ ਜਿਹੜੇ ਨੇ ਅੱਲਾਹ ਦੇ ਬੇਟੇ ਨੇ, ਉਹ ਅੱਲਾਹ ਤਾਲਾ ਉਹਨਾਂ ਦਾ ਕੁਫਰ ਕਹਿ ਰਿਹਾ ਹੈ। ਇਸ ਤਰ੍ਹਾਂ ਦੋਏ ਫਿਰ ਉਹ ਗੱਲਾਂ ਮੰਨਣ ਵਾਲੇ ਕਿਸ ਤਰ੍ਹਾਂ ਹੋਏ? ਜਿਹੜਾ ਅਕੀਦੇ ਦੇ ਇਤਬਾਰ ਨਾਲ ਉਹ ਅਕੀਦੇ ਦੀ ਇਸਲਾਹ ਫਰਮਾਈ ਜਾ ਰਹੀ ਹੈ ਨਾ ਅੱਲਾਹ ਤਾਲਾ ਦੀ ਤਰਫੋਂ। ਈਸਾਈਆਂ ਨੂੰ ਮੁਖਾਤਬ ਕਰਕੇ ਦੱਸਿਆ ਜਾ ਰਿਹਾ ਵੀ ਤੁਹਾਡਾ ਇਹ ਅਕੀਦਾ ਠੀਕ ਨਹੀਂ। ਯਹੂਦੀਆਂ ਨੂੰ ਵੀ ਦੱਸਿਆ ਜਾ ਰਿਹਾ ਕਿ ਤੁਹਾਡਾ ਇਹ ਅਕੀਦਾ ਠੀਕ ਨਹੀਂ। ਜੀ ਮੋਮਨਾਂ ਨੂੰ ਵੀ ਦੱਸਿਆ ਜਾ ਰਿਹਾ ਵੀ ਤੁਸੀਂ ਵੀ ਆਪਣੇ ਆਪ ਨੂੰ ਸਿੱਧਿਆਂ ਰੱਖਣਾ ਹੈ, ਔਰ ਉਹਨਾਂ ਨੂੰ ਇਹ ਦੁਆ ਸਿਖਾਈ ਗਈ ਹੈ ਕਿ ਗੈਰਲ ਮਗਜ਼ੂਬ ਅਲੈਹਿਮ ਵਲੱਜ਼ਾਲੀਨ, ਕਿ ਯਾ ਅੱਲਾ ਸਾਨੂੰ ਮਗਜ਼ੂਬ ਤੇ ਜ਼ਵਾਲ ਬਣਨ ਤੋਂ ਬਚਾਈ। ਤੋ ਇਹ ਸਾਰੀਆਂ ਇੱਕੋ ਹੀ ਵਕਤ 'ਤੇ ਅੱਲਾਹ ਤਾਲਾ ਦੀਆਂ ਡਿਫਰੈਂਟ ਕਿਸਮ ਦੀਆਂ ਹਦਾਇਤ ਨੇ ਜਿਹੜੀਆਂ ਸਾਨੂੰ ਅੱਲਾਹ ਤਾਲਾ ਨੇ ਅਤਾ ਕੀਤੀਆਂ ਨੇ, ਤੇ ਹਰ ਇੱਕ ਨੂੰ ਉਹਦੇ 'ਤੇ ਗੌਰ ਕਰਦਿਆਂ ਰਹਿਣਾ ਚਾਹੀਦਾ ਵੀ ਇਸ ਗੱਲ ਵਿੱਚ ਸਬਕ ਕਿਹਦੇ ਵਾਸਤੇ ਹੈ। ਉਹ ਇਕੱਲਾ ਤਾਂ ਗੱਲ ਹੈ, ਲੇਕਿਨ ਜਿਹੜੀ ਪੇਸ਼ਗੋਈ ਹੈ ਉਹਦੇ ਇਤਬਾਰ ਨਾਲ ਉਹ ਇਸ ਤਰ੍ਹਾਂ ਹੀ ਗੱਲ। जी मुसलम साहब अस्सलाम वालेकुम। वालेकुम सलाम सैन साहब, कैसे हैं? खैरियत क्या से? हाल है, तबीयत कैसी है? जी जी अल्हम्दुलिल्लाह। टीएम साहब तुसी कुछ कहन लगे हो, कुछ सवाल करन लगे हो, फिर विच ही रह गया। साहब आप करें, मैं थोड़ी देर में करूंगा। मैं भी अच्छा थोड़ा सा थोड़ी देर में आओगे, ठीक है।
ضرور تشریف ਲਿਆਓ ਨਹੀਂ ਤੇ ਸਾਹਿਬ, ਦੱਸੋ ਜੀ ਜੀ ਇਸ ਹਵਾਲੇ ਦੀ ਮੌਜੂਦਗੀ ਦੇ ਵਿੱਚ ਜਿਹੜਾ ਆਸਮਾਨੀ ਫੈਸਲਾ ਦੇ ਵਿੱਚ ਹੈ, ਔਰ ਹਾਂਜੀ ਮੈਂ ਕਿਹਾ ਇੱਕ ਹਵਾਲਾ ਹੈ ਨਾ, ਅੱਜ ਹਾਂ ਮੇਰੀ ਗੱਲ ਹੋ ਰਹੀ ਸੀ ਉੱਥੇ ਤਲਤ ਮਲਕ ਸਾਹਿਬ ਦੀ ਬਰਾੜ ਤੇ, ਜੀ ਜੀ ਕੋਈ 70 ਵਾਰੀ ਮੈਂ ਪੁੱਛਿਆ ਹੈ ਹਾਂ ਇਹਨਾਂ ਲੋਕਾਂ ਕੋਲੋਂ ਕਿ ਮਿਰਜ਼ਾ ਸਾਹਿਬ ਨੇ ਦਾਵਾ ਕੀਤਾ ਜਾਂ ਨਹੀਂ ਕੀਤਾ, ਜਵਾਬ ਨਹੀਂ ਹਾਂ ਦਿੰਦੇ। ਬੇਸ਼ੱਕ ਜਦ ਕਿ ਮੇਰੇ ਕੋਲ ਇੱਕ ਹਵਾਲਾ ਜਿਹੜਾ ਮੈਂ ਪੜ੍ਹਦਾ ਹਾਂ ਅਕਸਰ, ਯਾ ਇਤਨਾ ਜ਼ਬਰਦਸਤ ਹਵਾਲਾ ਹੈ ਜੀ ਮਜਮੂਏ ਇਸ਼ਤਿਹਾਰਾਤ ਦਾ, ਜੀ ਕਿਆ ਕਮਾਲ ਬਾਤ ਉਹਦੇ ਵਿੱਚ ਲਿਖੀ ਹੈ। ਯਾ ਤੇ ਪढ़ ਪੜ੍ਹੀਏ पढ़ ਇਹਨੂੰ। पढ़ के सुनाओ इस शहर के बाज अकाबर उलमा मेरी निस्बत ये इल्ज़ाम मशहूर करते हैं कि ये शख्स नबूवत का मदई, मलाइक का मुनकर, बहशत और दोज़ख का इनकार और बहिश्त ऐसा ही नहीं इन्हों लफ्ज़ नूं पढ़ना बहिश्त बहिश्त व हाँ दोज़ख का इनकार और हाँ ऐसा ही वजूद जिब्राइल और लैलतुल कदर हाँ और मोजज़ात और मिराज नबी से बकुली मुनकर है। हाँ लिहाजा अमीन इजहारुल हक आम व ख़ास और तमाम बुज़ुर्गों की खिदमत में गुजारिश करता हूँ कि ये इल्ज़ाम सरासर इफ्तरा है। मैं ना नबूवत का मदई हूँ, कितना या क्लियर कट फिक्र है। या मैं ना नबूवत का मदई हूँ, ना मोजात और मलाइक और लैलतुल कदर वगैरह का मुनकर, हाँ बल्कि मैं इन तमाम अमूर का कायल हूँ जो हाँ इस्लामी अकायद में दाखिल हैं, और बहुत जैसा कि अहले सुन्नत वल जमात का अकीदा है, और इन सब बातों को मानता हूँ जो कुरान और हदीस की रूह से मुस्लिम अल सबूत है, और सैयदना मौलाना मोहम्मद मुस्तफ़ा सल्लल्लाहु अलैहि वसल्लम खातमुल मुरसलीन के बाद किसी दूसरे मदई नबूवत और रसालत को काजिब और काफिर जानता हूँ। मेरा यकीन है कि वही रसालत हज़रत आदम सफ़ीउल्लाह से शुरू हुई और जनाब रसूल मोहम्मद मुस्तफ़ा सल्लल्लाहु अलैहि वसल्लम पर ख़त्म हो गई। ना ਇਹਦੇ ਵਿੱਚ ਕੋਈ ਫਿਕਰਾ ਮੈਂ ਪਾਇਆ ਹੈ, ਨਾ ਇਹਦੇ ਵਿੱਚ ਮੈਂ ਫਿਕਰਾ ਕੋਈ ਕੱਢਿਆ ਹੈ, बहुत ਠੀਕ ਹੈ ਨਾ। ਉਸ ਦੇ ਬਾਵਜੂਦ ਵੀ ਅਗਰ ਇਹ ਉਹਨਾਂ ਨੂੰ ਨਬੀ ਤੇ ਰਸੂਲ ਬਣਾਉਂਦੇ ਨੇ ਤੇ ਫਿਰ ਇਹ ਕੀ ਮਤਲਬ, ਇਹ ਤਾਂ ਨਿਰੀ ਜਹਾਲਤ ਹੈ। अब एक बात समझनी थी, जी ये जब ये सारी तहरीरें इनके सामने मौजूद होती हैं, उसके बाद ये एक बात हमें बताते हैं जी वो तशरीह का इनकार किया है। हाँ जी ये फिर हमें जब ये तहरीरात इनके सामने रखी जाती हैं ना, तो ये हमें कहते हैं कि जी वो तशरीह का इनकार किया है। तो ये जो तशरीह और गैर तशरीह की इन्होंने एक बहस छेड़ी है। या मैंने एक बार अंसर रजा साहब से पूछा था कि जो कुरान मजीद में अंबिया आए हैं जिन्हें अल्लाह ताला ने भेजा है आदम से लेकर नबी पाक सल्लल्लाहु अलैहि वसल्लम तक, वो उनमें से कोई वो सारे तशरीह थे? तो वो कहने लगे जी। मैंने कहा जी कोई गैर तशरीह भी आया है? तो उन्होंने कहा जी नहीं, गैर तशरीह उस फहरिस्त में कोई नहीं आया। तो क्या ये बात सही है कि गैर तशरीह उस फहरिस्त में कोई नहीं, ये बाद में सारा इनका सेटअप शुरू हुआ है? अल्लाह ताला ने अंबिया को अंबिया ही कहा है, नबी कहा है और रसूल। अल्लाह ताला ने किसी को नहीं कहा कि ये तशरीह है और ये गैर तशरीह है। ये इस तरह अल्लाह ताला की नहीं है। अल्लाह ताला लोगों को नबी बनाता है, रसूल बनाता है, बस। ये पता नहीं कहाँ से आ गई बात। ਹੁਣ ਅਜ਼ਿਆ ਸਾਹਿਬ ਨੇ ਵੀ ਕੋਈ ਹਵਾਲਾ ਲਾਇਆ ਹੈ ਜੀ। ਜੀ ਠੀਕ ਹੈ। ਡਾਕਟਰ ਸਾਹਿਬ ਕਿਹੜਾ ਹਵਾਲਾ ਜੇ, ਕੋਈ ਵੱਡਾ ਕਰੋ, ਕੋਈ ਸਾਨੂੰ ਵੀ ਸਮਝਾਓ। क्या साहब हवाला हुई है थोड़ी देर पहले मैं लाया सी जित गल हुई सी, फिर विचों मशीनां गर्म हो गई सी ते फिर मामला खराब हो गया। ਇਹ ਸਾਡੇ ਮਸੀਹ ਮੁਸਲਮ ਸਾਹਿਬ ਆ ਗਏ ਨੇ। ਇਹ ਕੁਛ ਕੁਰਾਨ ਕਰੀਮ ਦੀਆਂ ਆਇਤ ਦੀ ਤਰਫ ਤਵੱਜੋ ਦਿਲਾਉਂਦੇ ਨੇ। ਇਹਨਾਂ ਦੇ ਨਾਲ ਕਦੇ ਤੁਹਾਡੀ ਹੋਈ ਹੈ ਮੁਲਾਕਾਤ ਜ਼ਿਆ ਰਸੂਲ ਸਾਹਿਬ?
ਪਛਾਣਿਆ ਇਹਨਾਂ ਨੂੰ? ਇਹ ਫਰਮਾਉਂਦੇ ਨੇ ਕਿ ਕੁਰਾਨ ਕਰੀਮ ਦਾ ਅਸਲ ਮਕਸੂਦ ਇਹ ਹੈ ਕਿ ਇਨਸਾਨ ਈਸਾ ਅਲੈਹਿਸਲਾਮ ਦੀ ਇਤਾਅਤ करे और ਉਹਨਾਂ ਦੀ ਇਤਾਅਤ ਦੇ ਵਿੱਚ ਹੀ ਨਿਜਾਤ ਹੈ। कुरान शरीफ और रसूलुल्लाह दे आमन का इतना ही मकसद है। जी मसीह मुस्लिम साहब बताएं। मसीह साहब कैसे हैं? वालेकुम सलाम। हाँ, आपने बिल्कुल शॉर्टकट में बता दिया। या बहुत बहुत अच्छा। मैं अभी एक चैनल पे था, वो लतीफ़ मीर, तो आप जानते हैं, सब जानते हैं उनको। या तो उनसे बात हो रही तो कि हज़रत पाक के क्या हज़रत ईसा पाक पैदा हुए थे। तो कहने लगे हज़रत मरियम को भी पाक किया था ना, तो इसलिए पाक किया था कि लोग उन पे इल्ज़ाम ना लगाएं। ठीक है कि लोग उन पे इल्ज़ाम लगा रहे थे, तो अल्लाह ने कहा कि ये हर ऐसे काम से पाक है। ठीक है, तो मैंने कहा देखिए, उनको इससे पहले कि उन पे इल्ज़ाम लगते उनको पाक किया गया था। ठीक है, क्योंकि इससे पहले कि वो कंसीव करती उनको पाक किया गया था। खैर से वो फिर कहने लगे भी मेरा नमाज का टाइम है तो मैं जा रहा हूँ, तो आगे गुफ्तगू नहीं चल सकी। लेकिन जब एक पाक का कॉन्सेप्ट आ रहा है कि उनको पाक किया, और मैं इस चीज़ पे सोचता रहा, और बल्कि मैं शायद गालमन आपके ही ब्रॉड पे मैंने शायद ये बात की है कि नहीं, कि मैं तो क्रिश्चियंस की ब्रॉड पे कहता हूँ कि यार एक देखो, एक कुरान में एक चीज़ बड़ी ज़बरदस्त चीज़ लिखी है जो बाइबल में उसका जिक्र नहीं है, कि हज़रत मरियम को पाक किया गया। ठीक है, क्योंकि क्रिश्चियंस जो है ना, वो ओरिजिनल सिन में बिलीव करते हैं। ठीक है, ओरिजिनल सिन। अब इधर एक रिफ्लेक्शन आता है कि किस चीज़ से पाक किया। जब हज़रत मरियम इतनी पाक थी खुद ही, ठीक है, तो उनका तो प्रोसेस, उनकी फैमिली देखो, तो अल्लाह ताला वो बेटा मांग रही थे, उनकी माँ, वो पता चला कि बेटी होगी। वो क्यों होगी कि उनको आगे जाके उन्होंने हज़रत ईसा को जन्म देना था। तो इसके बावजूद अल्लाह ताला ने उनको सूरा 3:42 में कहा कि आप चोज़नी, मैंने तुझे चुना और पाक किया और इन दुनिया की औरतों में सबसे अफजल ठहराया। लेकिन वो कहते ये है कि नहीं, उनको इस वजह से पाक नहीं किया, वो इसलिए कि उन पर इल्ज़ाम ना आए। जाके वो जो मैं पढ़ता हूँ उसमें तो लगता है कि कोई ऐसी बात नहीं है कि उन पर इल्ज़ाम लग रहा था तो उनको पाक किया। मुझे लगता है कि ये ओरिजिनल सिन का कॉन्सेप्ट है। और एक हदीस है, मैंने बड़ी पुरानी पढ़ी हुई है, जहाँ पे लिखा हुआ है कि जो शैतान है ना, वो इंसान के लहू में भागता है। Satan runs in the blood of Adam's son। ठीक है, तो वो मैंने कहा ये तो इधर रिफ्लेक्शन है, जो ओरिजिनल सिन की एक रिफ्लेक्शन है, हदीस में भी है, इधर भी नज़र आती है। और अल्लाह ताला ने इससे पहले कि वो कंसीव करते हैं हज़रत ईसा को, उनको पाक किया ताकि उनके जिस्म में कोई ओरिजिनल सिन का एलिमेंट जो है ना, वो कम हो जाए या ना हो। ठीक है, तो पता नहीं आप इस चीज़ से एग्री करेंगे नहीं करेंगे। अब एक बात यह है कि कुरान करीम में तकदीम और ताखीर जो है ना, कि पहले क्या काम किया था और बाद में क्या किया था, पहले पाक किया और फिर बच्चा पैदा हुआ, या बच्चा पैदा हुआ तो फिर पाक करार दिया, इल्ज़ाम लगा तो फिर पाक करार दिया। इल्ज़ाम से पाक, कि इल्ज़ाम जो है वो गलत है, और पाक का मतलब होता है बरीयत, उनकी सफाई देना। तो या ऐसा नहीं था, बल्कि कोई केमिकल अमल करके, कोई ऐसी चीज़ उनके खून में से गुजार के उनकी फिल्ट्रेशन की गई और खून में सफाई करके उनके खून को बेहतर बनाया गया हो, क्योंकि वो तो आदम के खून से चली आ रही थी ना। तो अब ये वाक़या कब हुआ, कैसे हुआ, इसकी कोई तफसील हमें इल्म नहीं। तो इसमें रहनुमाई ले लेते हैं। एक वो हदीस जो है वो ये है कि जब भी कोई बच्चा पैदा होता है तो शैतान आके उसको मस करता है, उसको टच करता है, और सवाए हज़रत ईसा के और हज़रत मरियम के, ये मस्से शैतान से पाक रखे गए, बाकी कोई नहीं। तो ये दो बातें हैं, तो इनको पेश नज़र रख के आप रहनुमाई ले लें। तो आगे एक और इसी तरह एक और अहमदी ब्रॉड है, तो उस पर जब हम बात कर रहे थे तो वो इस चीज़ पे आगे कि देखें जी, हज़रत ईसा की तो ताल्लुकात से तवाइफ़ों के साथ थे, उनसे मालिशें करवाते थे।
میں نے کہا یار آپ اس اپروچ کو نہیں لیں پلیز. وہ کہنے لگے جو سچ بات ہے ہم تو کریں گے، یہ کریں گے. تو میں نے ان سے کہا پھر چلو اس چیز پہ ایک ڈائلاگ رکھ لیتے ہیں. جو واقعہ اگر کوئی ہوا ہے اور بائبل مقدس میں موجود ہے، مریم مگدلینی کے متعلق ہے یا کسی اور عورت کے متعلق ہے جو آ کے ان کے پیروں پہ اپنے بار رکھتی تھی یا ان کے سر میں عطر ملتی تھی، اس قسم کا کوئی واقعہ ہے بائبل مقدس میں ہاں کہ نہیں؟ بالکل ہے، بالکل ہے. تو بس وہ اگر ہے تو ہے. نہیں دیکھیے جس طرح پریزنٹ کیا جا رہا ہے نا اس کو سوچنے کا، یہ نہیں کہ واقعہ ہے. یہ کہنا کہ ان کے کوئی ایسے تعلقات تھے، نہیں اس میں تعلقات کی تو کوئی ٹھیک ہے، بات نہیں. نہیں ان کا جو میں ان کی بات کر رہا ہوں کہ وہ ایسا شو کر رہے تھے کہ ان کے ایسے تعلقات تھے. جو یہ احمدیوں کا جو ہے نا، یہ جو کامن مسلمان ہیں ان کا یہ موقف نہیں ہے، یہ ہے احمدیوں کا موقف، ٹھیک ہے. تو وہ یہ پریزنٹ کر رہے تھے، تو میں نے کہا ایسا کرتے ہیں کہ اس چیز پہ ڈائلاگ، اگر ڈبیٹ کرنا چاہتے ہو تو ڈبیٹ بھی کہہ سکتے ہیں، لیکن آئی لو ڈائلاگ رادر دین ڈبیٹ. کہ کیونکہ حضرت آدم کی بھی ادھر بات ہو رہی، تو میں نے کہا 3 شخصیت، حضرت آدم، حضرت عیسیٰ اور حضرت، کیونکہ وہ ان کے تو لیے حضرت ہے وہ، ٹھیک ہے، حضرت مرزا غلام احمد صاحب. ان 3 لوگوں کے کریکٹر پہ نا ہم ڈسکس کرتے ہیں کہ سب سے اچھا کریکٹر کس کا تھا، ٹھیک ہے. اس کو کریں گے تو وہ کہنے لگے ٹھیک ہے کرتے ہیں حضرت. پھر میں نے کہا لیکن ایک چیز، آپ نے جو ہے نا رسول اللہ کو بیچ میں نہیں لے کے آنا، کیونکہ آپ نے سارا جو ہے نا ڈائریکٹ کر دینا اس کی طرف. کیونکہ میں نے احمدیوں کی براڈ پہ دیکھا ہے، بات ہو رہی ہوتی ہے مرزا غلام احمد صاحب کی تو اس کو ڈائیورٹ کر دیتے ہیں پروفٹ محمد صلی اللہ علیہ وسلم کی طرف. مزید اپنی بات کریں، احمدیوں کی بات کرنے کے لیے یہاں پہ لوگ موجود ہیں. ٹھیک ہے، ہاں میں احمدی براڈ کی بات کر رہا ہوں. جی ہاں جی، ٹھیک ہے. احمدی براڈ کا یہ موقف ہے، اگر آپ یہ کہتے ہیں کہ ایک منٹ میں کمپلیٹ کر لوں. نہیں، اگر آپ یہ کہتے ہیں دوسرے مسلمانوں کی یہ موقف نہیں ہے جو بائبل میں لکھا ہوا ہے، تو پھر اس کا مطلب ہے کہ وہ غلط کہہ رہے ہیں کہ بائبل میں ایسی کوئی بات نہیں لکھی. حالانکہ آپ بھی کہہ رہے ہیں کہ چیزیں بائبل میں لکھی ہوئی ہیں. نہیں بائبل میں لکھی ہوئی ہیں تو ان کو اس طرح پڑھنے میں کیا حرج ہے؟ آپ کہتے ہیں نہ پڑھی جائیں ان کو، کیا نہیں ویسے پڑھے ہیں، لیکن وہ جس طرح جیسے حسینی صاحب نے کہا ایسے کوئی تعلقات نہیں تھے، ایسے کوئی ایسی تعلق جو کہتے ہیں نا، آپ کہتے ہیں کہ اس کے تو کسی طوائف کے ساتھ تعلق ہے، ٹھیک ہے. تو بالکل نہیں کہتے یار. میں براڈ پہ بات کر رہا ہوں، جس کی براڈ کی میں بات کر رہا ہوں وہ بہت مشہور براڈ ہے. میں بھی احمدی اسلام، میں بڑا مشہور احمدی یہاں بیٹھا ہوں، بچپن سے احمدی ہوں، ٹھیک ہے. احمدی اسلام پہ کبھی کہا آپ اس براڈ پہ؟ ہمارا یہ ہے ہی نہیں ہے موقف. تو وہ ان کا کیوں ہے وہ جو صاحب آپ غلط کہہ رہے ہیں نا، کیونکہ ہم نے نہیں سنا اس کو. اچھا، مگر میں احمدی بیٹھا ہوں، میں بتا رہا ہوں نا. تو وہ ان کے ساتھ انہوں نے اگری کر لیا. میں نے کہا ٹھیک ہے پھر رکھ لیتے ہیں، لیکن آپ نے جو ہے نا اس ڈبیٹ میں رسول اللہ کو بیچ میں نہیں لے کے آنا. نہیں، آپ اس چیز کو چھوڑے، کیا نہیں لے کے آنا؟ آپ یہ شرطیں لگائیں کون آئے گا کون نہیں. نہیں آف کورس مجھے پتا نا آپ لوگوں کا جو موڈس آپریٹرز یہ ہے کہ آپ دیکھیں، اصول کی بات ہے. میں آپ کو اصول بتا دیتا ہوں. اگر آپ کسی نبی پہ اعتراض اٹھائیں گے نا، ٹھیک ہے، تو اس کا جو نمونہ ہے نا وہ انبیاء سے ہی لیا جائے گا، چاہے وہ کوئی بھی ہو، ٹھیک ہے. نہیں، ہم بات کر رہے ہیں کریکٹر 3 بندوں کا جو ہے نا کریکٹرز کی، ٹھیک ہے. ایک جو ہے آدم کا کریکٹر، ایک ہے حضرت عیسیٰ کا. نہیں تو اس کے بیچ والے لوگ کہاں گئے؟ نہیں ہم جب ان دوسروں کو تو لے ہی نہیں رہے بیچ میں. کیوں نہیں لے رہے؟ یہ بھی ہمارے جب ایک ہم نے اپنے ہمارا جو بات ہی کس پہ ہو رہی تھی، حضرت عیسیٰ کے کریکٹر پہ بات ہو رہی تھی. حضرت آدم کی آپ حضرت مسیح علیہ السلام پہ کہاں لے گئے؟ انہوں نے، کیونکہ انہوں نے جب انگلیوں نے ذرا سا اجازت دیں. جی حضرت عیسیٰ کے کریکٹر کے متعلق بنیادی ماخذ کیا ہے؟ کہاں سے لیں گے آپ؟ ہمارا تو یہ ہے کہ بہت ہی نیک اور پارسا انسان. ایک منٹ ٹھہر جائیں، اس طرح نہیں، میں یہ کہہ رہا ہوں یہ آپ کا بیان تو نہیں نا سٹینڈرڈ ہو جائے گا قرآن مجید اور بائبل. وہ ٹھہر جائے. بات یہ ہے کہ کسی بھی بندے کا جو آج سے 500 سال پہلے، 1000 سال پہلے، 5000 سال پہلے گزرے، لامالا ہماری ان سے ملاقات نہیں ہوئی، ان کے وائس میسج اور ان کی ویڈیو ہم تک نہیں پہنچی، یوٹیوب پہ وہ موجود نہیں ہیں. ان لوگوں کے متعلق کوئی باتیں ان کے اچھے یا بری ہونے کی کسی کتاب میں لکھی ہوں گی. جی ایسے ہی ہے. اس کتاب کو ہم سٹینڈرڈ مان کے، اور وہ بھی سٹیپولیٹڈ ہوں گی، کوئی ضروری نہیں کہ وہ بات وضاحت سے ہوں. ہاں جی. جیسے حضرت آدم علیہ السلام پر جو کتابیں لکھی گئی ہیں سیرت کی،
جو لوگ ان سے مفسرین جا کے ملے تھے ان کی کاسٹ، ان کا جو بزنس تھا کرتے تھے، جس طرح زندگی وہ ساری زندگی پہ لکھی ہیں نا کتابیں. جی بالکل ایسے ہی ہے. تو اسی طرح کچھ لوگ ایسے بھی ہوں گے جو عیسیٰ علیہ السلام کو ملے ہوں گے، تو انہوں نے عیسیٰ علیہ السلام کی شبیہ اور ان کے کام کاج اور ان کا طور طریق اس کو کور کیا ہوگا. تو وہ کون سی سیرت کی کتابیں ہیں، کہاں چھپی ہیں وہ؟ جی میں بتا دیتا ہوں. جی جی ہم کر رہے ہیں حضرت عیسیٰ علیہ السلام کی بات، ٹھیک ہے. اور حضرت عیسیٰ علیہ السلام کے نہیں کر رہے جو وہ بات کر رہے ہیں. میں کر رہا ہوں نا، ایک منٹ مجھے جواب دینے دیں نا. جس بات کی بنیاد ہم نے اٹھائی ہے وہ یہ ہے کتاب ہی بتانے لگا انہوں سینی صاحب، کتاب ہی نہیں، وہ بتانے تو لگے ہیں، آپ اس میں ایک مس کر گئے نا، پہلے اس کو شامل کر لیں پھر بات بتائیں کیا شامل کرنا. انہوں نے 3 شخصیتوں کا نام لیا ہے. ایک شخصیت ہے حضرت آدم علیہ السلام کی، دوسری شخصیت ہے حضرت عیسیٰ علیہ السلام کی، اور تیسری شخصیت ہے مرزا صاحب علیہ السلام کی. تو حضرت آدم علیہ السلام کی شخصیت پہ جو اس زمانے کے لوگ تھے، جو کتابیں چھپی تھیں یا جو ویڈیو وغیرہ بنی ہیں، وہ کہاں ملتی ہیں، کس لائبریری میں ہیں وہ؟ جی میں بتا دیتا ہوں. اب مجھے اس بات کا پورا کر لیں دیں، ٹھیک ہے. کیونکہ بات چلی تھی، شروع ہوئی تھی حضرت عیسیٰ علیہ السلام سے، اور یہ اس کو لے گئے ہیں حضرت آدم سے، حضرت عیسیٰ بیچ میں حضرت عیسیٰ، باقی سارے مس کر گئے ہیں. اور اس کے بعد حضرت عیسیٰ سے آ گئے ہیں حضرت مرزا غلام احمد قادیانی صاحب پر، حضرت مسیح موعود علیہ السلام پر، ٹھیک ہے. اب اس میں ہم یہ دیکھتے ہیں کہ ان کے متعلق جو جن چیز کو یہ بھی مانتے ہیں ان چیزوں کو میں بھی مانتا ہوں، وہاں چلتے ہیں، ٹھیک ہے. بائبل مقدس کو یہ مانتے ہیں، ٹھیک ہے. میں بھی کہتا ہوں آ جائیں اس کو مان لیتے ہیں، ٹھیک ہے. قرآن مجید کو یہ بھی ماننے کا دعویٰ کر رہے ہیں، میں بھی ماننے کا دعویٰ کر رہا ہوں. اب ان 2 انبیاء کا یا حضرت عیسیٰ علیہ السلام کا اسپیسیفکلی ان 2 کتابوں میں ذکر ہے، باقی انبیاء کی نسبت زیادہ تفصیل کے ساتھ، ٹھیک ہے. اور وہاں سے دیکھ لیتے ہیں، کیونکہ میرا تو یہ ماننا ہے کہ حضرت عیسیٰ علیہ السلام بڑے نیک اور پارسا انسان تھے. ان کی طرف کوئی ایسی چیزیں منسوب نہیں کی جا سکتی. اگر تو بائبل مقدس ان کی طرف کچھ چیزیں ایسی منسوب کرتی ہے جو کہ نبی کے شایان شان نہیں ہے، تو اس کا جواب یہ دیں گے. اور اگر قرآن مجید کوئی ایسی چیز منسوب کرتا ہے جو نبی کے شایان شان نہیں ہے، تو اس کا جواب میں بھی دوں گا ان کو، ٹھیک ہے. آئیں کر لیں جس ٹائم مرضی، جس ٹائم دل کرے گا اس ٹائم آئیں اور بیٹھیں بات کریں. یہ 2 ہمارے مسلمات ہیں، دونوں سے بیٹھ کے بات کر لیتے ہیں. میں تو حاضر ہوں ہر ٹائم، میں کیا حاضر ہوں، یا جتنے بھی لوگ بیٹھے ہیں، ایون کہ یہ ہمارے بھائی اور دوسرے بیٹھے ہوئے ہیں، ٹھیک ہے. تو کوئی بھی اس چیز سے بات کر سکتا ہے. اور آپ بھی اس چیز کو مان رہے ہیں، ابھی حسینی صاحب کی زبان سے جو نکلا کہ کیا اس طرح کے الفاظ بائبل میں لکھے ہوئے ہیں، بائبل مقدس میں، آپ نے کہا، مسلم صاحب آپ نے کہا لکھے ہوئے ہیں، ٹھیک ہے. تو اگر لکھے ہوئے ہیں تو پھر ان کو پڑھ لیتے ہیں، اس میں کیا لکھا ہوا ہے، اس کو کیسے پیش کرنا ہے، یہ معاملہ نہیں ہے. معاملہ یہ ہے کہ لکھا کیا ہوا ہے، ہم نے اس کو پڑھنا ہے، ٹھیک ہے. اور اگر تو مخالفین کی بات پڑھنی ہے، آپ نے کریکٹر جانچنا ہے مخالفین کی کتابوں سے، تو پھر تو کسی نبی کا بھی کریکٹر ٹھیک نہیں ہے. اگر مخالفین کی کتابوں سے جانچنا ہے تو ٹھیک ہے، تو اسی کی کتابوں سے جانچیں گے. میری بات پوری ہونے دیں، تھوڑی سی رہ گئی، 20 سیکنڈ کی رہ گئی ہے. تو اگر تو مخالفین کی کتابوں سے جانچنا ہے پھر تو کسی نبی کا کریکٹر ٹھیک نہیں ہے. اور اگر تو خدا تعالیٰ کی زبان سے جانچنا ہے، خدا تعالیٰ کیا کہتا ہے ان انبیاء کے کریکٹر کے بارے میں، تو پھر دیکھ لیتے ہیں، آ جائیں بیٹھ جاتے ہیں، بات کرتے ہیں اس پہ. دیکھیے بات یہ ہے کہ میں جو ہوں نا، میں نے حسینی صاحب کو مسیح صاحب 1 منٹ دے دیں، مسیح صاحب 1 منٹ. حسینی صاحب جی جی چلو اس پہ تو بات متفق ہوگی کہ سیدنا عیسیٰ اور سیدنا آدم علیہ السلام کی جو ہے وہ بائبل اور قرآن پاک سے بات ہوگی. تو مرزا صاحب کی جو ہے وہ کہاں سے پیش کریں گے؟ مرزا صاحب کی کتابوں سے. مسیح صاحب ٹھیک ہے آپ کو پھر مرزا صاحب کی کتابوں سے، اور حضرت محمد صلی اللہ علیہ وسلم کی جو بھی قرآن لکھا مجید. ہوا ہے، صرف مرزا صاحب کی کتابوں سے نہیں، جو بھی ان کے بارے میں لکھا ہوا ہے. تو پھر ایسے کرتے ہیں، پھر نبی کے وسلم کو بھی دیکھ لیتے ہیں ان کے بارے میں کیا لکھا ہوا ہے. نہیں وہ نہیں، ان کو نہیں بیچ میں ان کو کیوں نہیں، ان کو کیا ہے بھی ان کو، کیونکہ آپ نے ڈائیورٹ کرنا سارا کچھ. نہیں، ڈائیورٹ نہیں کرنا، ساروں کی بات کریں گے. نہیں ہم صرف سب انبیاء کی بات کریں گے، ایک ہی کیوں. السلام علیکم، 1 منٹ دے دیں مجھے. بات یہ ہے کہ میر عبد الطیف صاحب وہ شخص ہیں جن کو بائبل زبانی یاد ہے. آپ کوئی بات کریں گے وہ فوراً بتائیں گے کہ متی باب نمبر اتنا، آیت نمبر اتنی میں یہ لکھا ہوا ہے. اب آپ ان کا مقابلہ اس براڈ پر نہیں کر سکے، وہاں سے مار کھا کے آپ ادھر آ گئے
اور کمزور عورت کی طرح ادھر آ کے چیخنا شروع کر دیا، ہائے میں میر صاحب کے پاس گیا تھا، انہوں نے مجھے یہ کہہ دیا، ہائے تیل مال گیا ہو پارا یار یہ براڈ سے یہ جو بات کر رہے ہیں یہ میر صاحب کی ہے نہیں، یہ میر صاحب کی نہیں ہے، یہ ان کے براڈ کا جو رن کرتے ہیں نا، میں اس کی بات کر میر رہا صاحب کی نہیں ہے۔ ایک منٹ میری بات تو ہوں جو پہلے بات کی تھی وہ میر صاحب کی تھی، وہ فرق چیز تھی۔ اچھا تھوڑی سی جرت کا مظاہرہ کریں، نہیں جرت کا نہیں، غلط بیانی کا مظاہرہ میں نہیں برداشت کرتا یہاں پہ۔ اچھا غلط بیانی مت کرو، رونا شروع کر دیا ہے، رونا بند کریں، رو تو آپ رہے ہو، عورتوں کی طرح رونا بند کرو۔ بات یہ ہے کہ جب وہاں پر تمہاری بات ہوئی ہے اور یہ عورتوں بھی کی طے ہو طرح گیا، گفتگو کرنا بند کرو۔ یہ بھی طے ہو گیا کہ ٹھیک ہے جی ہم اس پر ڈسکس کریں گے فلاں تاریخ کو، یا ابھی تاریخ طے نہیں ہوئی تو ہم یہ موضوع رکھیں گے، اس پر بات کریں گے۔ انہوں نے کہا ہاں ٹھیک ہے، تو پھر بات طے ہو گئی ہے تو ادھر آ کے روتے کیوں ہو؟ ایک براڈ کی بات جب آ کے دوسری براڈ پہ کرتے ہو تو اس کو روکنا چاہیے۔ بات نہیں کر رہا، منافق آدمی ہے وہ نہیں روکے گا، وہ کہے گا ٹھیک ہے ادھر کی باتیں ادھر آ کے کرو، ادھر کی باتیں ادھر جا کے کرو، میری براڈ چلتی رہے۔ بات سنو، میر صاحب کی بات جو ہے وہ نہیں، میں نے کہا تھا براڈ پہ انہوں نے، میں نے میر صاحب کی نہیں کہا تھا کہ وہ کہہ رہے تھے ایسا، ٹھیک ہے۔ عبداللطیف صاحب منافق آدمی آپ خود ہو، زیادہ بکواس کرنے کی ضرورت نہیں، منافق آپ خود سب سے بڑے ہو، اور میر لطیف وہی ہے جو امین نذیر صاحب سے 600 یورو کی شرط لگا کے بھاگا ہوا، ابھی تک پکڑا ہی نہیں دیا۔ اور یار ایسی بکواس نہ کرو، بیٹھ کے وہاں یہاں پہ یار جو تمہارے منہ میں آتا ہے، جو گھر سے سیکھ کے آتے ہیں یہاں کا بول دیتے ہو۔ تبلیغ کا شاپر پھینک کے بھاگ جاتا ہے۔ مسیح مسلم صاحب سے اوان کیسر اوان یہاں کے بکواس نہ کرو، جو گھر سے سیکھ کے آتے ہو یہاں کے بول دیتے ہو۔ کیا میں نے بولا ہے 600 یورو دینے ہیں اسے ہمارے صاحب پلیز روکیں ان کو، بھاگا ہوا ابھی تک۔ ہمارے دائی اللہ خصوصی تشریف لائے تھے، وہ یک طرفہ تقریر فرما کے چلے گئے ہیں، انہوں نے مسیح صاحب کو موقع نہیں دیا بات کرنے کا، مسیح صاحب کے اوپر انہوں نے تان زنی کر دی ہے۔ مسیح صاحب نے بڑی اچھی بات کہی ہے، کوئی بری بات نہیں ہے کہ 3 بڑی شخصیات ہیں۔ 3 کیوں؟ اس سے بڑی شخصیت اور بھی ہیں حسینی صاحب، 3 کیوں؟ چلیں آپ نبی کریم صلی اللہ علیہ وسلم کو بڑی شخصیت نہیں مانتے؟ ہیں آپ نبی کریم صلی اللہ علیہ وسلم کو بڑی شخصیت نہیں مانتے؟ ان کو بھی شامل کرنا چاہے ان کو بھی شامل کرنا۔ آپ حضرت ابراہیم کو بڑی شخصیت نہیں مانتے؟ یہ شامل کریں گے نا تو وہ جو ہے آپ حضرت ابراہیم علیہ السلام کو بڑی شخصیت نہیں مانتے؟ ہاں جی، المسیح ہونے کا دعویٰ جس نے کیا وہ اٹفال بھائی ایک منٹ بات کرنے دیں گے؟ جی جی کریں جی، کریں بات۔ یہ طریقہ ہوتا ہے کہ آدمی ایک دو لفظ حسینی صاحب ایک چھوٹی سی گزارش کرنا چاہتا ہوں۔ جی 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 وہ نیچے نا میں بھی چھوٹی گزارش کرنا چاہتا ہوں۔ ایک منٹ ٹھہرے، ایک منٹ سنتے لیں بھائی، وہ جب نیچے وہ جو کہہ رہے طاہر احمد صاحب انہوں نے اجازت مانگی ہے تو یہ کیوں بیچ میں بولے ہیں؟ وارئر آف جیسیز ہے نا، وہ کرسچن ہے، ان کی کال اٹھا لے، میں نیچے چلا جاتا ہوں، وہ جواب صحیح دے سکتے ہیں کیونکہ انہوں نے پڑھا ہوا ہے سارا، اگر ان کا کوئی ہے تو۔ انہوں نے کیا اسلام پڑھا ہوا ہے سارا؟ ٹھیک ہے سنی صاحب، میں چلا جاتا ہوں، آپ ان کو کیسے صاحب انہوں نے اسلام پڑھا ہوا ہے؟ ٹھیک ہے۔ مسیح مسلم صاحب، مسیح مسلم صاحب السلام علیکم۔ کیسے صاحب ایک طرف کی بات کر کے بھاگ گئے ہیں، ایک طرف تقریر کر کے۔ مسیح مسلم صاحب سن رہا ہوں۔ مسیح مسلم صاحب آپ اپنا سوال دہرائیں گے پلیز؟ سوال میرا یہ تھا کہ بھی جو ہے نا 3 شخصیت کی بات ہے، وہ یہ میر صاحب کی سے بات نہیں ہو رہی ہے، ان کے جو وہ جو رن کرتے ہیں ان سے بات ہو رہی تھی کہ بھی آپ نے یہ کہا ہے کہ کیونکہ ہم بات چل رہی تھی کہ جو حضرت عیسیٰ ہے وہ بغیر گناہ کے ہیں، تو انہوں نے کہا کہ ان کی تو لونڈیاں بھی تھیں، ٹھیک ہے، وہ لونڈیوں کے ساتھ رہتے تھے۔ میں نے کہا اس سائڈ پہ نہ جاؤ، لیکن جب وہ انہوں نے 2-3 دفعہ جب یہ کوٹ کیا تو میں نے کہا پھر چلو ایسا کرتے ہیں کہ 3 شخصیت لیتے ہیں، ایک آدم کی اور ایک حضرت عیسیٰ کی اور ایک حضرت مرزا غلام احمد صاحب کی، اور ان تینوں کو ڈسکس کرتے ہیں، لیکن میک شور کہ حضرت محمد صلی اللہ علیہ وسلم کی شخصیت اس میں شامل نہیں کریں گے، ان کا ذکر نہیں آنا چاہیے۔ بالکل بالکل، اس ذکر کو ان کے ذکر سے پاک رہنا چاہیے۔ مسیح مسلم صاحب یہ آپ کا سوال ہے، یہ آپ کا سوال ہے یا یہ ان کا پرپوزل ہے کہ بھائی میں نے یہ کرنا ہے؟ یہ ان کا پرپوزل ہے۔ میرا نہیں خیال کہ کوئی احمدی اپنی لائف میں ان 3 شخصیات کو چننے اور حضرت محمد مصطفیٰ صلی اللہ علیہ وسلم کو باہر رکھ دے۔ ہمارا اٹھنا، اوڑھنا، بچھونا، ہمارا سونا، ہمارا جاگنا وہی ہے جو حضرت محمد مصطفیٰ صلی اللہ علیہ وسلم کا تھا۔
تو اگر کوئی آپ سے یہ کہتا ہے کہ حضرت آدم کو لے لیتے ہیں یا حضرت عیسیٰ علیہ السلام کو لے لیتے ہیں یا کسی اور نبی کا نام لے کے کہتا ہے لیکن حضرت محمد مصطفیٰ صلی اللہ علیہ وسلم کو چھوڑ دیتا ہے، میرا نہیں خیال کہ وہ احمدی آپ سے بات کرے گا. یہ آپ کا کلیم ہی غلط ہے، یہ آپ کا کلیم مدعا ہی غلط ہے. آپ نے کسی بھی احمدی سے، میں سب کا تو میں گارنٹی نہیں لیتا، خاص طور پہ میرے سے اگر آپ نے بات کرنی ہے تو بات وہ ہوگی جو سنت محمدی ہوگی، اس کے باہر نہیں ہوگی. دیکھیں المسیح ہونے کا تو دعویٰ نہیں ہے صلی اللہ علیہ وسلم کا. اس کا ٹھیک ہے، المسیح کا مطلب کیا ہوتا ہے؟ دی نام انوائنٹڈ. ہے یہ ٹھیک ہے، بات ہو رہی ہے کہ المسیح. بات المسیح ایک نام ہے یا ایک منٹ اس کا مطلب لیں گے؟ آپ احمدی مسلم ہیں نا؟ الحمدللہ رب اچھا، العالمین. اب جو ہے یہ حسینی صاحب جو ہیں، جب اس پرپوزل کو یہ ایکسیپٹ کرنے کو تیار ہیں، اور لیٹ سے کہ اگر حسینی اس صاحب وقت کون ہے؟ پوچھ لیں حسینی پھر صاحب ان سے کر لیں، پھر ان سے کر حسینی لیں. صاحب سے ایک دفعہ پوچھ لیں ایک آپ اور بھی، چیز نہیں، تاکہ ایک میں اور بھی میرے تھوڑا سا ذہن پکا میں ہو جاؤں نہیں، پلیز. ایک منٹ ایک چیز آئی ہے ذہن میں ایک دم سے کہ چلیں ہم جی مانتے ہیں، اس وقت مانتے ہیں کہ چلیں آپ نے کہا سب سے اچھا نمونہ آپ کے لیے کون ہے؟ صلی اللہ علیہ وسلم. ٹھیک ہے، یہ کہا نا آپ نے، حضرت محمد مصطفیٰ صلی اللہ علیہ ٹھیک ہے. وسلم. تو لیٹ سے اس وقت گولڈ میڈل جو ہے ان کے پاس ہے، اس وقت ہم ان کے پاس ہی رہنے دیتے ہیں گولڈ میڈل. ٹھیک ہے، آگے جو ہے نا اب ہم کرتے ہیں یہ 3 پرسنالٹیز ہے نا، ان کا ذکر کرتے ہیں. یہ کوئی اولمپک کی دوڑ لگ رہی نہیں، ہے ہاں میرا بھرا؟ وہی میں بالکل میں یہ آپ کو عقیدے کی بات ہو سننے رہی تو ہے، دے، یہ belief سن کی تو بات لو ہو رہی یار. ہے. ٹھیک ہے، یہ اولمپک کی دوڑ لگ رہی ہے. سن تو لو بھائی. نہیں، ایک اس منٹ طرح کی فضول ریسوں میں نہ مذہب نے ہمیں ہدایت کی ہے اور نہیں، نہ ہمارے فضول نبی ریس کی جب سنت ہے ایک کہ اس چیز طرح ہم کی کہہ فضول رہے ہیں کہ ریسوں میں رسول ہم اللہ کو شامل ہیں. اس سے دور رکھو فی الحال کے لیے، نہیں، وی ڈونٹ وانٹ ہم ٹو بی، کیونکہ آپ لوگوں نے جب میں سارا کہہ رہا ہوں کہ میرا ڈیفلیکٹ کر دینا اس کو. Oh, Baijan, it's not deflection. This is what we are. This is not deflection. Why don't you understand, my brother? نہیں، وی وانٹ ٹو کیپ اٹ ٹو دا 3. No, this is not 3. This is only 1. ایک سیکنڈ Islam and Hazrat Muhammad Mustafa sallallahu alaihi wasallam. No, nothing else. نہیں، صرف حضرت آدم، حضرت عیسیٰ اور حضرت مرزا غلام احمد صاحب. مسلم بھائی، آپ کا پروپوزل منظور نہیں ہے، آپ کا پروپوزل منظور نہیں ہے. مسلم صاحب ایک سیکنڈ، طارق صاحب میں ایک چھوٹا سا پیراگراف پڑھتا ہوں، آپ جواب آ جائے گا. سوری میں چھوٹا سا پیراگراف مجھے پڑھنے دے رہا، یہ آپ کا سارا جواب آ جائے گا کہ ہم حضرت صلی اللہ علیہ وسلم کو کیا مانتے ہیں. یہ چھوٹا سا 1-2 لائن ہے صرف، ٹھیک ہے، یہ سن لینا. ہمارے احمدیوں کے اوپر الزام لگتا ہے کہ انہوں نے امام حسین اور حضرت عیسیٰ علیہ السلام کے بارے میں غلط باتیں کی ہیں. مسیح موعود مرزا غلام احمد قادیانی کیا لکھتے ہیں، یہ سن لینا. جو امام حسین رضی اللہ عنہ کی نسبت لکھا یا حضرت عیسیٰ علیہ السلام کی نسبت بیان کیا، یہ انسانی کارروے نہیں، خبیث ہے وہ انسان. یہ سن لیں وہ کیا بلیو کرتے ہیں. خبیث ہے وہ انسان جو اپنے نفس سے کاملوں اور راست بازوں پر زبان دراز کرتا ہے. یہ سن لیں ہم حضرت عیسیٰ علیہ السلام کے بارے میں کیا وہ ان کے اپنے الفاظ. میں یقین رکھتا ہوں کہ کوئی انسان حضرت حسین یا حضرت عیسیٰ جیسے راست بار پر بد زبانی کر کے ایک رات بھی زندہ رہ سکتا ہے. یہ ہے احمدیوں کا بلیو. جزاک اللہ. ٹھیک ہو گیا. وہ تو اگری کر چکے ہیں اس جو ڈیبیٹ باتیں بھی آپ کرتے ہیں نا آپس میں، اس میں جس بات پہ بھی ایگری کر جائیں وہ پرپوزل ٹھیک ہو سکتا ہے. اگر آپ کہتے ہیں کہ ان 2 بندوں کے کریکٹر کا یا ان کی سیرت کا موازنہ، نہیں جی، ایگری نہیں ہے حسینی صاحب، ایگری نہیں ہے. میں یہ کہہ رہا ہوں کہ اگر کبھی کوئی 2 بندے ایگری کر جائیں ہاں تو اس پہ بات کی کر تو لیں. پھر وہ بات ہو سکتی ہے، اور اگر ایگری نہ کریں تو نہیں ہو سکتی. ہاں جی، اور ان کی اس براڈ پہ ایگریمنٹ ہوئی ہے، وہاں جا کے کر لیں. ہاں ادھر نہیں، میں تو صرف یہ نہیں کہہ رہا کہ ادھر اس پلاٹ پہ، میں نے کہا انہوں نے اگری کر لیا، ٹھیک ہے، پھر وہاں کر لیں، وہاں آ کے سنتے ہیں. تو وہاں سن لینا. میں تو حسینی صاحب کو صرف انفارم کر رہا ہوں کہ ہمارے جی مگر حسینی صاحب نہیں وہاں پہ جاتے، حسینی صاحب نہیں جاتے وہاں پہ. نہیں ہو سکتا ہے حسینی صاحب کو کہیں کہ آپ بھی اس کو جب یہ چلے تو آپ بھی اس پہ آ جانا اپنی براڈ کے تھرو. مسلم صاحب اس عبارت پڑھنے کے بعد آپ کو شک رہ گیا نہیں، حسین صاحب جاتے، شک رہ گیا کہ ہم کیا بلیو کرتے ہیں. یہ جو میں نے ابھی عبارت پڑھی ہے اس کے بعد آپ کو کوئی شک رہ گیا کہ
हम क्या बिलीव करते हैं हज़रत ईसा अलैहिस्सलाम के बारे में। दोबारा पढ़ रहे हैं साबिर भाई, मैंने नहीं सुनी। दोबारा पढ़ दूँ? एक सेकंड। یہ بتایا نا کہ یہ جلد روحانی خزائن کی جلد نمبر کیا ہے؟ حسن کا بھی نام آیا بیچ میں ایسے سن سکتا، ایسے لگا ہے مجھے۔ روحانی خزائن کی جلد نمبر بتائیں، صفحہ نمبر بتائیں، اور پھر وہ تحریر پڑھ دیں۔ کتاب کا نام ہے 149، کتاب کا نام ہے اعجاز احمدی۔ اعجاز احمدی، ٹھیک ہے۔ اچھا صابر سعید صاحب کیا حال ہیں؟ ٹھیک ہیں؟ جی بالکل ٹھیک ٹھاک۔ یہ میں دوبارہ پڑھنے لگا ہوں، اپنا کشمیر صاحب سن لینا ذرا۔ پڑھے جی سن لیے، ضرورت نہیں ہے پڑھنے کی۔ نہیں، پڑھنے دے۔ میں نے اس قصیدے میں جو حضرت امام حسین رضی اللہ عنہ کی نسبت لکھا یا حضرت عیسیٰ علیہ السلام کی نسبت بیان کیا، یہ انسانی کاروے نہیں، خبیث ہے وہ انسان جو اپنے نفس سے کاملوں، حضرت عیسیٰ اور امام حسین رضی اللہ عنہ کو کاملوں اور راست بازوں پر زبان دراز کرتا ہے۔ میں یقین رکھتا ہوں کہ کوئی انسان حسان جیسے یا حضرت عیسیٰ جیسے راست باروں پر بد زبانی کر کے ایک رات بھی زندہ رہ سکتا ہے۔ سن لیا کشمیر صاحب؟ کیا جی، میں بات سن لیا بھائی، یہی کہہ رہا ہوں۔ بات یہ ہے کہ جو مرزا صاحب نے وہاں پہ جب بیان کیا ہے وہ ہم نہیں بلیو کرتے۔ انہوں نے اپنی ایک کتاب میں اور بھی لکھا ہے کہ ہمیں کوئی نہیں ہے کہ کیا نام ہے ان کی کتابوں میں کیا لکھا ہے، ہم نے تو صرف جو انہوں نے وسلم کی متعلق کتابیں یا بد زبانی کی ہے ان کا جواب انہی کی بکوں سے دیا ہے، یہ وہ بھی میرے پاس پڑھا ہے، مگر جو ان کا بلیو ہے وہ میں نے بتا دیا ہے۔ وہ اس کو کہتے ہیں وہ خبیث ہے وہ انسان۔ اب اس سے آگے کیا کہہ سکتا ہے بندہ، یہ ان کے اپنے الفاظ ہیں۔ تو میرا خیال ہے کہ اس سے اوپر اب بحث ایک حوالہ ہمیں پڑھنے کی اجازت دے دی جائے گی؟ پڑھ لیجیے۔ اچھا، یہ اب آپ نے بائبل میں سے نکال کے دکھانا ہے۔ مرزا صاحب کہتے ہیں روحانی خزائن جلد 11 کے اندر، جی مرزا صاحب روحانی خزائن جلد 11 کے اندر کہتے ہیں مسیح کے بارے میں، آپ نے پہاڑی تعلیم جو انجیل کا مغز کہلاتی ہے یہودیوں کی کتاب تالمود سے چرا کر لکھا ہے، اور پھر ایسا ظاہر کیا گویا یہ میری تعلیم ہے، لیکن جب سے یہ چوری پکڑی گئی عیسائی بہت شرمندہ ہیں۔ آپ نے یہ حرکت شاید اس لیے کی ہوگی کہ کسی عمدہ تعلیم کا نمونہ دکھلا کر رسوخ حاصل کریں، لیکن آپ کی اس بیجا حرکت سے عیسائیوں کی سخت رسوائی ہوئی، اور پھر افسوس یہ کہ وہ تعلیم بھی کچھ عمدہ نہیں۔ عقل اور کانشنس دونوں میں اس تعلیم کے منہ پر تماچے مار رہے ہیں۔ مجھے یہ بتا دیں کہ بائبل کے اندر کہاں پہ یہ بات لکھی ہے کہ مسیح نے تالمود سے چرا کے اور بیان کی ہے کوئی بات؟ وہ تعلیم کیا تھی وہ ذرا بتائیں۔ مجھے کیا پتا، مرزا صاحب کہہ رہے ہیں۔ وہ تعلیم بتائے نا بھائی، مرزا صاحب کہہ رہے ہیں کہ مسیح نے پہاڑی تعلیم تو سنیں، مسیح نے کوئی سن لینا، مرزا صاحب کہتے ہیں کہ آپ نے پہاڑی تعلیم جو انجیل کا مغز کہلاتی ہے تالمود سے چرا کر لکھی ہے۔ مجھے بتائیں کہ کون سی تالمود سے چرا کے مسیح نے خدا معاف کرے لکھی ہے؟ بائبل کے اندر کہاں پہ یہ بات لکھی ہے کہ مسیح تالمود بیان کرتے تھے لوگوں کو؟ پہاڑی بات ہے، اس کو تلاش کرنا چاہیے تالمود میں۔ اگر وہ دونوں باتیں کہیں ملتی ہوں تو پھر کہا جا سکتا ہے کہ وہاں سے، اگر وہاں پہ کوئی اس قسم کا مضمون نہ ہو۔ سن لیں دوسری بات یہ حسین صاحب کہ کیا مسیح نے یہ بات کی ہے کہ میں تالمود بیان کر رہا ہوں؟ میں یہی کہہ رہا ہوں، کیا بائبل اس چیز کو بیان کرتی ہے کہ مسیح یسوع جو تھے وہ تالمود سے باتیں چرا کے بیان کرتے تھے؟ کیا رسولوں نے کوئی یہ بات کی کہ ہم یہ بات مانتے ہیں؟ بائبل میں اس بات کا کہیں ذکر ہے کہ مسیح یسوع جو تھے وہ تالمود سے باتیں چرا کے خدا معاف کرے اور پہاڑی تعلیم دیتے تھے؟ جو انہوں نے ایکیوز کیا ہے اس کو ویریفائی کرنے کا ایک ہی طریقہ ہے کہ تالمود میں وہ تلاش کیا جائے کہ اس قسم کا مضمون وہاں ہے۔ اچھا، دوسری بات دیکھیں، کہتے ہیں کہ یہودیوں کی کتاب تالمود سے چرا کے لکھے۔ کیا مسیح یسوع یہودی نہیں تھے؟
یہ تو سارا دن روتے رہتے ہیں کہ رسول اللہ اچھا وڑائے صاحب آپ نے تالموز پڑھی ہے؟ آپ نے پڑھی ہے یہ کتاب؟ اقبال صاحب ایک سیکنڈ، وہ تعلیم کیا تھی، وہ تعلیم تو بتائیں نا. مجھے کیا پتا، مرزا صاحب بیان کر رہے ہیں. پہاڑی واز کا ذکر کر رہے ہیں، پہاڑی واز کا ذکر کر رہے ہیں. وہ تعلیم مرزا صاحب بیان کریں گے نا. میں بتاتا ہوں نا آپ کو، اگر آپ کو تعلیم پتہ چل جائے وہ تعلیم کیا تھی تو آپ کے سارے بتائیں آپ کی کتاب سے میں نے حوالہ کوٹ کیا ہے. میں نے آپ کو بتایا کہ اگر آپ کو پہلے وہ تعلیم آپ کو ڈھونڈنی ہے کہ وہ تعلیم کیا. بھائی مسایہ نے بہت ساری پہاڑی تعلیم دی ہے، مجھے کیا پتا مرزا صاحب کس کی بات کر رہے ہیں. آپ کو کس کا پتا ہے وہ بتا دیں. وہ جو بھی آپ کو پتا ہے بتائیں نا، وہ کیا تعلیم تھی. چلے بتائیں. کیا وہ اچھا میں بتاؤں؟ ہاں جی، جس کا آپ کو پتا ہے وہ بتا کہ مرزا صاحب مسایہ کے اوپر الزام لگا رہے ہیں. ابھی آپ کہہ رہے ہیں آپ کو تعلیم کا پتا ہے. بھائی آپ کی کتاب کا حوالہ پڑھا ہے. آپ کہہ رہے ہیں مجھے ایک تعلیم کا دیا، باقی آپ کو پتا ہے. میں کیوں بتاؤں؟ مرزا صاحب بتائیں گے نا. مرزا صاحب وہ بتا دیں کہ یا آپ بتا دیں کہ کون سا پہاڑی باز ہے جو مسایہ نے تالمود سے چرا کے لکھا ہے. ایک منٹ پلیز، ایک منٹ. بات یہ ہے کہ مسیح مسلم صاحب آپ تو رکے نا ذرا، 2 منٹ رکے آپ. بولنے تو یار ان کو کیا ہو گیا صاحب، وہ مسلمان ہے یار. کون سا پہاڑی باز ہے جو مسایہ نے خدا معاف کرے تالمود سے چرا کے لکھا ہے. اچھا چلے یہ بتا دیں کتنے قسم کی تالمود ہے. آپ کو کتنی کا پتا ہے؟ آپ کو کتنی کا پتا ہے؟ بھائی میں تو بتاؤں گا، میں اسٹوڈنٹ ہوں تالمود کا. پھر بتائیں کتنی قسم کی ہے. چلے بتائیں، مجھے نہیں پتا، آپ بتائیں کتنی قسم کی ہے. چلے بتائیں. اب آپ کو پتہ ہی کچھ نہیں ہے تو پھر آپ بتائیں نا. علم دیں نا، علم بانٹیں. چلیں بتائیں کتنی قسم کی ہے. جی 2 قسم کی تالمود ہے. یہاں پڑھنی شروع کریں، اس میں دیکھ لیتے ہیں کہ یہ کہاں پہ یہ لکھا ہوا ہے. اچھا میں اب یہاں پہ ساری تالمود پڑھوں آپ اس کے صفحہ نمبر 427 پہ لکھا ہوا ہے. 5ویں سطر سے شروع کریں اور 528 تک جائیں. صفحہ نمبر 527 پہ تالمود کا صفحہ نمبر 527. ہاں جی. بابلی تالمود نکالوں یا یروشلیمی تالمود نکالوں؟ پتہ نہیں، جس کی مرضی نکالیں، جو عبرانی زبان میں ہے وہ نکالیں. ٹھیک ہے. تالمود کا بتا دیں کتاب کون سی تالمود کے اندر. میں بتا تو رہا ہوں آپ کو، صفحہ نمبر 527. دیکھیں جی تالمود کے اندر بیرخوت ہے، شبات ہے، ایروین ہے، پشاخ ہے، روش و شانہ ہے، روما ہے، سکہ ہے. آپ کون سی کتاب بولنا ہے؟ جس کا صفحہ نمبر 527 ہے. ساروں کے 527 نہیں ہے. ٹھیک میں ابھی نکال. اس کے اندر صفحہ نمبر نہیں ہوتے، اس کے اندر سیکشن ہوتے ہیں. ہاں بتائیں کون سا سیکشن نکالنا ہے. سیکشن 5واں سیکشن 5واں. اوہو بھائی اس کا نام بتائیں. آپ ایسا کرو سیکشن، میں نے آپ کو کتنے نام بتائے. ایک منٹ اس سیکشن کا پہلے لائن پڑھ دو تاکہ ان کو پتا ہو کہ میں صحیح پڑھ رہا ہوں. ٹھیک ہے آپ پڑھ دیں ذرا سیکشن. مسیح مسلم صاحب رکیں. میں کہہ رہا ہوں تالمود کے اندر بیرخوت ہے، شبات ہے، ایروین ہے، پشاخیم ہے، روش شانہ ہے، یوما ہے، سکہ ہے، بیتزیہ ہے، اور اس کے اندر موعد قطان ہے، چگاخ ہے. بتائیں مجھے میں کون سی کتاب نکالوں؟ سنہیڈرن نکالوں؟ کون سی نکالوں؟ السلام علیکم رحمۃ اللہ. میں سننا پہ گل جاری رکھو. جی جی ٹھیک. وارئر میں ان کو کہہ رہا تھا کہ وہ پہلی لائن پڑھ دیں تاکہ آپ کو پتا ہو کہ کون سا میں پڑھ رہا ہوں. میں تو ان کو کہہ رہا تھا کہ تاکہ پتا ہو کہ وہ ایسی. اچھا پہلی بات تو یہ کہ خدا ایک منٹ وارئر تو وہ دیکھ لیں. میں کسی دن ویڈیو پہ آ کے نا آپ کے سامنے ہاتھ جوڑ لوں گا کہ خدا را آپ مسایہ کو ڈیفینڈ نہ کرنے نکلیں. آپ پہلے یہ بتائیں آپ کون سی کانگریگیشن سے آپ کا تعلق ہے. آپ بات سنیں، میں حضرت عیسیٰ کو خدا نہیں مانتا. میں آپ کا کون سی کانگریگیشن سے، آپ مسیحیوں کی کس کانگریگیشن کو ریپرزینٹ کرتے ہیں؟ میں ایک ایسی کانگریگیشن کو ریپرزینٹ کرتا ہوں جو حضرت عیسیٰ کو نام بتائیں. خدا نہیں مانتے. نام بتائیں. میں ان کے لیے ڈزنٹ میٹر یار. نہیں بتائیں تو صحیح نا. میں یہوہ وٹنس آ کے صاف کہہ دیتے ہیں. ٹھیک ہے نہیں، میں یہوہ وٹنس کو ریپرزینٹ کرتے ہیں آپ. نہیں میں کسی کو پریزنٹ نہیں کرتا. ٹھیک ہے میں سچ کو پریزنٹ کرتا ہوں. نہیں آپ کا جو یہ ٹائٹل ہے نا کہ آپ کہتے ہیں مسیحی مسلم، ایسا کوئی مسیحی نہیں ہے جو اپنے آپ کو مسلمان بھی کہتا ہو مسیحی بھی کہتا ہو. یہ اسٹڈی کی بات ہے نا، اپروچ کی بات ہے. جیسے پتہ نہیں کون سی اسٹڈی آپ نے کی ہے. دیکھیں نہیں ابھی بتائیں جی. جیوز کرسچن ہو سکتے ہیں. جی بالکل جیوز کرسچن ہو سکتے ہیں. جیوز کرسچن ہو سکتے ہیں لیکن کرسچن مسلم نہیں ہو سکتے. نہیں ہو سکتے. ٹھیک ہے بہت اچھا. اچھا بات سنیں، میں اصل میں یہ کر رہا تھا کہ جو ہے نا یہ اپروچ ہماری
जो के भी बताएं ये क्या उसमें सच जो है, एक जो है ना, जो भी खुदा का स्क्रिप्चर है, खा वो तलमूद हो, खा वो अंजील हो, खा वो कुरान है, ये कॉन्टिन्यूटी है। अगर उसको कोई कोट कर रहा है या उधर से कोई चीज़ यूज़ कर रहा है, उसका ये मतलब नहीं कि वो चुरा रहा है उसको। ये कहना कि वो जी उधर से मुस्लिम उनको बात कर लेने देना, आप इधर ही बात कर लेते हैं, वो एक हवाला पेश यार कर सारे रहे हैं, आपको कह रहे हैं तो उनको कर चुप कर लेने दें। अगर हम सी मुस्लिम हाँ साहब जब सब कह रहे हैं तो म्यूट उनको कर दें, बात कोई कर बात लेने दें, नहीं। फिर कर लेते हैं। जी साबर साहिब साहब, मैंने तालमूद की बहुत सारी किताबों के नाम बताएं, मुझे बता दें कि कौन सी किताब है। बाबा बत्रा पढ़ूं, बाबा मित्जवा पढ़ूं, मकोद पढ़ूं, सेनहेड्रन पढ़ूं, अवोदा ज़हरा पढ़ूं, कौन सी पढ़ूं? गारियर साहब, पहले नंबर पे तो मेरा इसके ऊपर नॉलेज नहीं है, मैं खामखा मैं इसके ऊपर बात नहीं करना चाहता। अगर आपने बात करनी है तो जैसे ये क्या नाम है वहाँ पे अमीर शीर साहब हैं, मीर आप शीर साहब, वो क्या नाम है उनका, अच्छा मैं अब खामोश होता हूँ, आप भी खामोश हों। अब मीर मेरी लतीफ मैंने साहब की कहानी जो है वो आमिर नज़ीर भाई सुना देंगे, मेरे साथ मुनाजरे हो चुके मेरी हैं बात उनके। सुन ले, मेरी बात सुन ले। जब जैसे इन्होंने मुस्लिम साहब ने आगे बात की थी ना कि करैक्टर की, ये मिर्ज़ा साहब ऐसे मानते हैं, तो मैंने उनका एक पैराग्राफ उनको पढ़ के सुना दिया कि वो क्या मानते थे, ठीक है। बाकी ये जो किताबों में लिखा होता है, उन्होंने कुछ क्रिश्चियन ने लिखा होगा, कुछ उन्होंने उसके जवाब दिए होंगे। ये एक स्टडी होती है जो स्कॉलर करते हैं और उनका जवाब स्कॉलर देते हैं, ठीक है। तो इसलिए मैं खामखा से अपने अपने मुंह से वो बातें कर दूं जो मैंने पढ़ी नहीं है, तो मेरा ख्याल है कि मैं खामोश रहूं तो ज़्यादा बेहतर है। बस ठीक हो गया ना, आपने कह दिया कि मुझे पता नहीं है। आमिर भाई बता दें जी, ये मीर लतीफ साहब से मुनाजरा करवाना चाहते हैं, कौन सा वो आप कह रहे थे कोई बंदा बात करना चाहता है मसाया के बारे में? नहीं वो चलें ठीक है, मुनाजरे वाली बात तो बात की है। असल चीज़ जो यहाँ पर बात हो रही थी, मैं सुन रहा था लेकिन मैं ड्राइव कर रहा था, धुंध बड़ी पड़ी हुई थी, मैंने इसलिए ज्वाइन नहीं किया। मैं इस बात पे हैरान हो रहा हूँ सैनी साहब कि जिनका ये दावा है कि इब्ने मरियम के जिक्र को छोड़ो, उससे बेहतर गुलाम अहमद है। उसकी कौम को ये कहा गया कि आप इब्ने मरियम के किरदार और आमिर साहब शेर ठीक करें, आप शेर गलत इब्ने मरियम के किरदार को और आपने शेर गलत पढ़ा है। अच्छा यार, शेर बाद में सही कर लेना। ये तो दावा है ना मिर्जा साहब का कि मैं मसीह अलैहिस्सलाम से बढ़कर हूँ। आप शेर अगर गलत यार पढ़ेंगे बात करने दिया, नहीं तो मैं म्यूट कर लेता। यार ऐसे मतलब एक बंदा आता है वो बोलने नहीं पाता, आप हत्ती पड़ जाते बंदे के। गलत शेर तो ना पढ़े। चलो मैं म्यूट कर लेता हूँ। मिर्जा साहब का दावा है कि नहीं मैं ईसा इब्ने मरियम से अफजल हूँ? आप शेर ठीक करें ना। अच्छा शेर को कर लेंगे सही। चलो ईसा आप सही अलैहिस्सलाम पढ़ दें शेर उनकी जगह, कोई मसला नहीं, उसको ठीक कर दें, वो आगे बात उनकी चलने दें। मैं ये आप कह रहा सही हूँ कि जिनका ये दावा था कि मैं ईसा अलैहिस्सलाम से बढ़कर हूँ, ईसा अलैहिस्सलाम से अफजल हूँ, उनसे आकर ईसा अलैहिस्सलाम की कौम ने मुतालबा किया कि आओ मिर्ज़ा साहब के किरदार पर और ईसा अलैहिस्सलाम के किरदार पर बात करते हैं। तो कौम ने जवाब ये दिया कि ईसा अलैहिस्सलाम के किरदार पर और मोहम्मद सल्लल्लाहु अलैहि वसल्लम के किरदार पर बात करेंगे। इन्ना लिल्लाहि व इन्ना इलैहि राजिऊन। ठीक है, खिंची जाओ। काश के मिर्ज़ा साहब आपको देख रहे होते आज के दिन और सुन रहे होते आपकी ये लाइव ब्रॉड कि मेरी कौम ने ये कहा है क्रिश्चियनों को कि मिर्ज़ा साहब के किरदार का ईसा अलैहिस्सलाम के किरदार से मवाजना नहीं कर सकते हैं। काश के वो देख रहे होते। कहते हैं ना, सुन तो सही जहाँ में है तेरा फसाना क्या, कहती है तुझे खल्क़ खुदा गायबाना क्या। काश के वो देखें आकर। अमर साहब, मेरा ख्याल है आप गलत मिसकोट कर रहे हैं, ऐसी बात नहीं है। बात यह है कि जितने भी नबी आज तक आए हैं उनके ऊपर सब के ऊपर इल्ज़ाम लगे और मुखालिफीन लगाते हैं, ये आपको भी पता है। और ये करैक्टर जो मुखालिफीन है, कभी किसी मुखालिफ को कोई बंदा सेटिस्फाइड नहीं कर सका। ये दुनिया का यूनिवर्सल ट्रूथ, आपको भी पता है इस बात का। तो उसके मतलब अगर किसी ने अगर मसीह मुस्लिम साहब ने वहाँ जाके बात की है तो उनके साथ डिबेट अगर हुई है तो वो कर लेंगे। मुझे नहीं पता ये जो आप बात कर रहे हैं ये किसने कही है। अच्छा, बहरहाल मसीह मुस्लिम साहब की डिबेट है, वो अच्छी बात है, हम भी जाके वक्त हुआ तो ज़रूर देखेंगे। लेकिन मसीही मुस्लिम साहब जो हैं वो मसीहत को रिप्रेजेंट नहीं करते, ये किसी भी फ़िरके को रिप्रेजेंट नहीं करते, ये अपनी तरफ से जाके डिबेट कर रहे हैं। तो इनकी डिबेट जो है वो हमारे साथ नथी ना की जाए खुदारा,
یہ مسیحیوں کے کوئی لینے وہ نہیں لگتے. تو مہربانی کریں کہ ابھی پچھلے دنوں یہ ایک ان پاسٹر کے صاحب ساتھ سے جب ہوئی تک ہے لفظ مسیح تو لگا سارے رہے گا، مسیحی آن کرتے ہیں. جی وہ کہتے ہیں میں مسیح مسلم ہوں، تو ان کو اس بات سے تو منع نہیں کیا جا سکتا کہ وہ نہیں منع کوئی نہیں کرتا ان کو، وہ ڈیبیٹ کریں جا کے. میں نے کہا ہم خود دیکھیں گے وقت ہوا ہاں تو. بالکل اس کو لیکن دیکھیں. یہ اب دیکھیں نا، پاسٹر سنجیل روبن کی ڈیبیٹ ہوئی ہے تو ان کو سارے جتنے بھی مسیحی ہیں وہ آن کرتے ہیں کہ یہ ہمارے پاسٹر ہیں. ٹھیک ہے، شفیق کمل صاحب ہیں، ان کو بھی آن کیا جاتا ہے. میتھیو سلیمان ہیں، ان کے ساتھ بھی ان کو بھی آن کیا جاتا ہے. لیکن یہ کسی بھی کانگریگیشن کو ریپریزینٹ نہیں کرتے، تو ان کو کسی بھی مسیحی کوئی ان کو آن نہیں کرتا میرے خیال میں. تو یہ اپنے پلے سے جا کے ان کے آگے مسلم جو لکھا ہوا ہے نا، یہ جو مسلم لکھا ہوا ہے ان کے آگے، اس لیے یہ شاید یہ نہیں ان کو مان نہیں، رہے وہ ان کا کوئی پتہ بھی نہیں نا وہ کہ کون سے نہیں، چرچ وہ کو تو بیٹھے ہوئے ہیں، وہ بتائیں گے اپنے متعلق خود. حضرت عیسیٰ علیہ السلام کی بات کرتے ہیں جب بھی آتے ہیں، حضرت عیسیٰ نہیں. کی دیکھیں، بات کرتے الوہیت ہیں. المسیح کے اوپر بہت سارے فرقوں کے اندر ہمارے ہے پرابلم. یہ نہیں ہے کہ نہیں ہے. یہوہ وٹنس والے جو ہیں وہ مسیح کی الوہیت کے اوپر اکثر بحث کرتے ہیں، وہ الوہیت المسیح نہیں مانتے. اور بہت سارے ایسے فرقے ہیں جو الوہیت المسیح نہیں مانتے، لیکن ان کو مسیحیت کے اندر مانا جاتا ہے. لیکن یہ مسیحی مسلم یہ تو مطلب نئے ان کو کس وجہ سے مسیحیت کے اندر سے نہ مانا جائے، ان کی کیا وجہ ہے ان کو پتا نکالنے چلے کی؟ نا کہ کیا یہ کس چرچ سے بلونگ کرتے ہیں، وہ پتا چلے تھوڑا بہت. ہاں جی، مسیح مسلم صاحب کدھر ہیں آپ بتائیں ان کو. میں ادھر ہی ہوں. میں دیکھیں کسی ایک چرچ کو نہیں بلونگ کرتا میں، کیونکہ میں جو ہے نا کسی کے ساتھ ایسوشیٹ نہیں ہونا چاہتا. کیونکہ ہوتا کیا ہے کہ چرچز یوزلی انڈوکٹرینیٹڈ ہوتی ہیں. ٹھیک ہے، ایک جو ہے چیز ان کے ذہنوں میں ہے تو اسی کو پش کرتے ہیں. اور یہاں تک کہ اگر میں آپ کو یہ کہوں کہ میں نے سیمنری تک اٹینڈ کی بھی ہے تو آپ کو شاید اس چیز کا پتہ نہیں ہے. سیمنری اٹینڈ کرنا کوئی بڑی بات نہیں ہے. وہ ایک دیوبندی لڑکا ہے عثمان جان، وہ یہاں پہ فرانس کے اندر اس نے بھی کی ہوئی ہے کوئی 5-6 مہینے کی سیمنری. دیوبندی لڑکا ہے، وہ اکثر مسیح کو گالیاں گولیاں بھی دے رہا ہوتا ہے یا ٹک ٹاک کے اوپر ہی، تو اس نے بھی کی ہوئی ہے اٹینڈ. وہ مسئلہ نہیں ہے، سیمنریاں بہت سارے لوگ اٹینڈ کرتے ہیں. ٹھیک ہے، تو وہ کیا ہے کہ لیکن مسئلہ یہ کہ آپ یہ جب کیا تک سیمنری کا مطلب ہے کہ اس مذہبی نہیں، اسکول سے آپ نے کچھ تعلیم حاصل کی ہے، یہ کہہ رہے ہیں نا؟ مسئلہ وہ نہیں ہے. دیکھو، بپتسمہ لینا جڑا نا وہ ایک چرچ تو بلونگ کرتا ہے، تے بپتسمے تو بغیر جڑا مخوا ہوندا ہے اس کے بغیر آپ مسیحی نہیں کہلا سکتے. اور وہ آپ کو ایک چرچ دیتا ہے، نہ کہ آپ مطلب وہ بلی والا کام کرے کہ بلی 7 گھر پھیر لوے، وہ کام نہیں ہوتا. ٹھیک ہے، میں پہلے پریسبیٹیرین چرچ آف پاکستان میں تھا، لیکن اب میں یوشوا منسٹری آف پاکستان کے اندر ہوں. میں ایک منسٹری کے اندر. صاحب ان کا یہ بھی غلطی ہے کہ عیسیٰ علیہ السلام کو خدا کا بیٹا بھی نہیں مانتے نا یہ مسلم. نہیں میں نے مانتا ہوں جی، ان کو خدا کا بیٹا مانتا ہوں. آپ نے خود یہاں پہ بولا کہ آپ نے خود بولا کہ عیسائیوں نے وطن کیوں بنا لیا، ان کو خدا بنا لیا، وہ فرق بات ہے، بیٹا کی بات. مسیح کا باپ نہ ماننے، اگر کوئی انکار کرے مسیح کے باپ ہونے سے تو عیسائیت ہی ختم ہو جاتی ہے. کیونکہ 3 چیزیں ہیں، باپ، بیٹا، روح القدس. جی جی جی، یہ ہے ٹرینٹی. تو مسیح کا باپ ماننا تو ضروری ہے. جو لوگ مسیح کا باپ نہیں مانتے وہ ٹرینٹی میں نہیں. نہیں جی، میں دیکھیں بات سنیں حسینی صاحب، ٹرینٹی جو ہے نا اس پہ جو ہے میں اس کو ٹرائی یونٹی زیادہ ورڈ یوز کرنے کی کوشش کرتا ہوں. ٹھیک ہے، کیونکہ دیکھیں جو ہے نا ٹرینٹی، اس میں جو کیا ہے اکویلٹی، آل 3 آر ایکول. ٹھیک ہے، یہ ٹرینٹی کا ایک حصہ ہے. ٹھیک ہے، ٹھیک ہے، وہ آپ ٹرائی یونٹی بنا لیں، لیکن پہلے آپ یہ تو بتائیں کہ نہیں میں یار بات تو کرنے دیں مجھے. وہ ساری باتیں تھیولوجیکل باتیں بعد میں کر لیں گے. نہیں، اس سے کیا فرق پڑتا ہے میں کس چرچ کا حصہ ہوں؟ میں یسوع کے چرچ کا حصہ ہوں. ٹھیک ہے، کون سا یسوع کا چرچ کہاں ہے؟ وہ اس کا کوئی نام تو ہوگا نا، کوئی دنیا کے اندر جو اس نے بائبل میں اسٹیبلش کیا ہوا یار. ٹھیک ہے، یہ دیکھ لیں، مطلب ایسی وہ آپ چلتی پھرتی باتیں نہ کریں، وہ باتیں کریں کچھ جو 4 بندوں کے بیچ میں بیٹھ کے کرنے والی ہیں. ٹھیک ہے، بات یہ ہے کہ میں جو ہے نا کسی ایک چیز کے ساتھ کوئی ایسا نہیں ہے کہ میں کسی انڈوکٹرینیٹڈ ہوں. جیسے مجھے آج سے کئی سال پہلے ایک بشپ، ایک بہت بڑا بشپ تھا، تو ان سے میری بات ہو رہی تھی، تو میں نے ان سے قرآن میں کہا کہ یار قرآن میں تو اتنی اچھی اچھی چیزیں لکھی ہوئی ہیں حضرت عیسیٰ کے بارے میں، تو ہم ان آیتوں کو قرآن کی کیوں نہیں یوز کرتے
जस्टिफाई करने के लिए कि देखो जीसस है, ही इज़ द वे, द ट्रूथ एंड लाइफ, कुरान के मुताबिक भी। तो उन्होंने मुझे पता आगे से क्या कहा, अगर हम ये करेंगे तो हम कुरान को एंडोर्स करते हैं, तो ये हम एंडोर्स नहीं कर सकते। ये है मसला। ठीक है, तो मैंने ठीक कहा है ना उन्होंने भाई, कुरान आपके मसाया के कफारे को नहीं मानता, मसाया के खुदा यहोवा पाक खुदा के बेटा होने को नहीं मानता, तो आप कैसे करेंगे दोनों चीजों को एक साथ? देखें, मैं कुरान को कुरान की वर्सेस को कुरान आप ट्राइयूनिटी मानते हैं, तीनों को इक्वल मानते हैं, कुरान तस्लीस के बहुत खिलाफ है। नहीं, मैं इक्वल नहीं मानता ना, मैं कहता हूँ आप ट्राइयूनिटी मानते हैं ना? यूनिटी मानता हूँ, ट्रिनिटी नहीं। ट्राइयूनिटी मानते हैं ना, तीन तो आ गए ना बीच में। हाँ हाँ, उसको तो मानता हूँ, तो कुरान भी इसको तस्लीस के इंडोर्स, तो खिलाफ है कुरान नहीं, कुरान इंडोर्स करता है, क्योंकि कुरान कहता है कि जब मैं क्या, कुरान में लिखा है कि जब अल्लाह ताला ने जब इंसान को मिट्टी से बनाया, तो मिट्टी से बनाने के बाद अपनी रूह में फूकी। वाह। ठीक है, तो क्या है, ट्रिनिटी वहां पे आपको आती है, लेकिन वो क्या तीनों एक बराबर हो गए हैं? ये बात नहीं है, वो बराबर नहीं हुई है। अच्छा, यहाँ ट्रिनिटी आ गई है? हाँ बिल्कुल, ट्रिनिटी क्या है, जो है पहला आदम जो है ना, वो किसको रिप्रेजेंट करता है? वो एक परफेक्ट एडम को रिप्रेजेंट करता है, लेकिन क्योंकि उसने गिरा तो क्या हुआ कि उसका रिश्ता जो खुदा की रूह के साथ था ना, खत्म हो गया। जो दूसरा आदम है वो कौन है? जीसस। वो मरने की हद तक किसका वफादार रहा? बाप का। और क्योंकि वो बाप का वफादार रहा, अब वो रूह जो उस जिस्म से अलहदगी इख्तियार कर चुकी थी, अब उसको एक पाक जिस्म किसकी सूरत में मिला है? हजरत ईसा के, जीसस के थ्रू। अब उसका रिश्ता खुदा से फिर बहाल हो गया, किसका? इंसानियत का, थ्रू हु? जीसस। ठीक है, ये हमें समझने की जरूरत है। ठीक है, जीसस के थ्रू किससे हमारा रिश्ता कायम होता है? ऊपर वाले से। यहाँ तक भाई उत्ते आओ, कहानियां सुनो। यहाँ तक आज कुरान ते बाइबल इक्वल हो रहे थे। यहाँ तक कि कुरान में देखो, कुरान में कितनी प्यारी चीज लिखी है। लिखा है कि गॉड। लो भाई आमिर भाई, कुरान तो बंदा तस्लीस पे साबित करता है। एक मिनट खलो जो हुसैन साहब जी हजरत ਨੂਨ ਸਾਹਿਬ ਨੂੰ ਤੇ ਉੱਤੇ ਅਗਰ ਲੈ ਸਕਦੇ ਹੋ ਲੈ ਲਓ। ਇਹਨਾਂ ਦਾ ਅੱਜ ਮਸਲਾ ਤੇ ਖਤਮ ਹੋਵੇ। ਇਹ ਇਸ ਬੰਦੇ ਨੂੰ ਜਾਣਦੇ ਨਹੀਂ, ਬੰਦਾ ਮਾੜਾ ਨਹੀਂ ਸਾਡੇ ਨਾਲ, ਤੇ ਉਹਨੇ ਕੋਈ ਐਸੀ ਗੱਲ ਨਹੀਂ ਕੀਤੀ, ਲੇਕਿਨ ਇਹਨਾਂ ਦੀ ਜਿਹੜੀ ਆਇਡੈਂਟੀਟੀ ਹੈ ਨਾ, ਉਹਦੀ ਤਸਦੀਕ ਨਹੀਂ ਕਰਦੇ ਕ੍ਰਿਸਚਨ। ਤੇ ਤੁਸੀਂ ਕ੍ਰਿਸਚਨ ਹੋ ਤੇ ਤੁਸੀਂ ਆਪਣੀ ਪਾਕਿਸਤਾਨ ਤੋਂ ਕੋਈ ਆਇਡੈਂਟੀਫਿਕੇਸ਼ਨ ਇਹਨਾਂ ਦੱਸ ਦਿਓ, ਜਾਂ ਕਿ ਤੁਸੀਂ ਕ੍ਰਿਸਚਨ ਨਹੀਂ ਹੈ ਤੇ ਤਾਂ ਵੀ ਸੱਚ ਬੋਲ ਦੇਣਾ ਚਾਹੀਦਾ ਕਿ ਵੀ ਮੈਂ ਕਾਦੀਆਨੀ ਆ ਤੇ ਮੈਂ ਕ੍ਰਿਸਚਨ बनदा करना पिया, या जो भी ਤੁਹਾਡਾ। लेकिन खुदा कादियाना ने कहा प्लीज मुझे आज बहरहाल तुसी जेड़ा ना मौजू बेहतरीन